ਜਦੋਂ ਅਸੀਂ ਖੰਡੇ ਬਾਟੇ ਦੀ ਪੌ ਲੈ ਲਈ ਤੇ ਸਾਡਾ ਜਿਹੜਾ ਪੁਰਾਣਾ ਸਭ ਕੁਝ ਹੈ ਉਹ ਨਾਸ਼ ਹੋ ਜਾਂਦਾ ਹੈ, ਸਾਡੀ ਪੁਰਾਣੀ ਕੁੱਲ ਨਾਸ਼ ਹੋ ਜਾਂਦੀ ਹੈ, ਸਾਡਾ ਪਿਛਲਾ ਧਰਮ ਨਾਸ਼ ਹੋ ਜਾਂਦਾ ਹੈ। ਇਹ ਸਾਡਾ ਸਿਧਾਂਤ ਹੈ। ਹੁਣ ਜਿਹੜਾ ਕੁਛ ਹੈ ਉਹਦੇ ਨਾ ਤਾਂ ਉਹ ਰਾਮ ਦੀ ਅੰਸ਼ ਹੈ ਤੇ ਨਾ ਉਹ ਸੀਤਾ ਦੀ ਗਰਭ ਚੋਂ ਜਨਮ ਲੈਂਦਾ ਹੈ, ਉਹ ਤਾਂ ਘਾਹ ਤੋਂ ਪੈਦਾ ਹੁੰਦਾ ਹੈ ਜੀ। ਹੁਣ ਜਦੋਂ ਉਹਦੇ ਵਿੱਚ ਕ੍ਰੋਮੋਸੋਮ ਨਹੀਂ ਹੈ ਦਾ ਮਤਲਬ ਹੈ ਕਿ ਡੀਐਨਏ ਫਿਰ ਰਾਮ ਵਾਲਾ ਉਹਦੇ 'ਚ ਨਹੀਂ ਹੈ। ਉਹ ਮੇਰੇ ਜਿਹੜੇ ਹਿੰਦੂ ਭਰਾ ਭੈਣ ਸਾਰੇ ਹੈਗੇ ਆ ਨਾ, ਮੇਰੇ ਬੜੇ ਬੜੇ ਬਹੁਤ ਵਧੀਆ ਦੋਸਤ ਆ ਜਿਹੜੇ ਹਿੰਦੂ ਆ ਸਾਰੇ, ਹੈ ਨਾ। ਤੁਸੀਂ ਕਰ ਕੀ ਦਿੱਤਾ ਆ ਇਹਨੂੰ ਇੰਨਾ ਜ਼ਿਆਦਾ ਇੱਕੋ ਰੰਗ 'ਚ ਪੇਂਟ ਕਰਨ ਦੇ ਚੱਕਰ ਦੇ ਵਿੱਚ ਕਿ ਸਾਡੀਆਂ ਆਪਸ 'ਚ ਲੜਾਈਆਂ ਹੋਣ ਲੱਗੀਆਂ। ਔਰ ਪ੍ਰੋਗਰਾਮ ਦੇ ਵਿੱਚ ਜਿੰਨੀਆਂ ਵੀ ਗੱਲਾਂ ਬਾਤਾਂ ਹੋਣੀਆਂ ਨੇ, ਜੋ ਵੀ ਹੋਣੀਆਂ ਨੇ, ਉਹ ਸਾਰੀਆਂ ਰੈਫਰੈਂਸਿਸ ਦੇ ਆਧਾਰਿਤ ਹੋਣੀਆਂ ਨੇ ਤੇ ਉਸ ਦੇ ਵਿੱਚ ਜਿੰਨੇ ਵੀ ਰੈਫਰੈਂਸਿਸ ਨੇ ਉਹ ਸਾਡੇ ਕੋਲ ਮੌਜੂਦ ਨੇ। ਤੁਸੀਂ ਕਦੀ ਵੀ ਸਾਡੇ ਨਾਲ ਸੰਪਰਕ ਕਰਕੇ ਸਾਡੇ ਕੋਲੋਂ ਰੈਫਰੈਂਸ ਜਿਹੜੇ ਨੇ ਉਹ ਲੈ ਸਕਦੇ ਆ। ਉਹ ਸਾਨੂੰ ਤੁਸੀਂ ਡਰਾਵਾ ਨਾ ਪਾਓ ਜੀ ਕਿ 4000 ਉਹਨਾਂ ਕੋਲੇ ਸਕਾਲਰ ਬੈਠੇ ਆ, ਕਿਉਂਕਿ ਸਾਡੇ ਉੱਤੇ ਗੁਰੂ ਪਾਤਸ਼ਾਹ ਦੀ ਮਿਹਰ ਆ। 1950 ਵਿੱਚ ਗਿਣੀਆਂ ਸੀ ਰਮਾਇਣਾ ਔਰ ਉਹਨੇ ਕਿਹਾ ਕਿ 300 ਤੋਂ ਜ਼ਿਆਦਾ ਰਮਾਇਣਾ ਐਗਜ਼ਿਸਟ ਕਰਦੀਆਂ ਆ। ਜੇ ਆਪਾਂ ਫੋਕਲੋਰ, ਡਾਂਸ ਔਰ ਇਹਨਾਂ ਦੇ ਹੋਰ ਵੰਨਗੀਆਂ ਵਿੱਚ ਐਡ ਕਰ ਲਈਏ ਤਾਂ ਕਿਤੇ ਜ਼ਿਆਦਾ ਹੋ ਜਾਣੀ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਲਵ ਕੁਸ਼ ਦੀ ਅੰਸ਼-ਵੰਸ਼ ਮੰਨਦੇ ਆ ਤਾਂ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੈ ਹੀ ਨਹੀਂ। ਉਹ ਕਹਿੰਦੇ ਨੇ ਕਿ ਵਾਲਮੀਕੀ ਦੀ ਰਮਾਇਣ ਦੇ ਵਿੱਚ ਰਲਾ ਪਿਆ ਹੋਇਆ ਹੈ। ਸੋ ਅਗਰ ਉਹ ਇਹ ਮੰਨਦੇ ਆ ਤੇ ਇਹਦਾ ਮਤਲਬ ਹੈ ਕਿ ਲਵ ਕੁਸ਼ ਕਦੀ ਹੋਇਆ ਹੀ ਨਹੀਂ। ਸੋ ਪਹਿਲਾਂ ਤੇ ਹਿੰਦੂ ਜਿਹੜੇ ਮੇਰੇ ਭੈਣ ਭਰਾ ਸਕਾਲਰਸ ਨੇ ਉਹ ਇਸ ਗੱਲ ਦਾ ਨਿਪਟਾਰਾ ਕਰਨ ਕਿ ਲਵ ਕੁਸ਼ ਵਾਕਈ ਰਾਮ ਦੀ ਸੰਤਾਨ ਸੀ। ਲਵ ਕੁਸ਼ ਜਿਹੜੇ ਵਾਲਮੀਕੀ ਚਾਹੁੰਦੇ ਰਮਾਇਣ ਦੇ ਵਿੱਚ ਆਉਂਦੇ ਨੇ ਉਹ ਵਾਕਈ ਹੀ 7ਵਾਂ ਕਾਂਡ ਜਿਹੜਾ ਹੈ ਉਹ ਵਾਲਮੀਕੀ ਨੇ ਲਿਖਿਆ ਹੈ ਕਿ ਨਹੀਂ ਲਿਖਿਆ, ਉਸ ਤੋਂ ਅਗਲੀ ਗੱਲ ਬਾਅਦ ਚ ਚੱਲੂਗੀ। ਜਿਹੜਾ ਰਾਮ 2500 ਗੁਰੂ ਗ੍ਰੰਥ ਸਾਹਿਬ ਚ ਆਉਂਦਾ ਉਹ ਜਸਰਤ ਦਾ ਪੁੱਤ ਰਾਮਚੰਦਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਰਾਮ ਆ ਉਹ ਕਿਸੇ ਵੀ ਨਾਲ ਹਸਤੀ ਦੇ ਦੁਨਿਆਵੀ ਹਸਤੀ ਨਾਲ ਨਹੀਂ ਜੁੜਿਆ ਜਾ ਸਕਦਾ। ਆਹੀ ਉਹਨਾਂ ਨੇ ਲਾਈਨ ਨੂੰ ਅੰਡਰਲਾਈਨ ਕੀਤਾ ਸੀਗਾ। ਜਿਹੜੇ ਬਹੁਤ ਸਾਰੇ ਸਾਡੇ ਜਿਹੜੇ ਯੰਗਸਟਰਸ ਆ ਉਹਨਾਂ ਦੇ ਅੰਦਰ ਇਹ ਭੁਲੇਖਾ ਪਾਇਆ। ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥ ਰਾਮਾਇਣ ਸਮਾਪਤਮ, ਠੀਕ ਆ ਜੀ, ਪਰ ਉਹਦੇ ਉੱਪਰ ਵਾਲੀ ਗੱਲ ਜਿਹੜੀ ਉਹਨਾਂ ਨੇ ਨਹੀਂ ਦਿਖਾਈ। ਤੇ ਗੁਰੂ ਨਾਨਕ ਸਾਹਿਬ ਨੇ ਬੇਦੀ ਕੁਲ ਦੀ ਰੋਹ ਰੀਤ ਦਾ ਪੂਰਨ ਤੌਰ ਤੇ ਜੇ ਤਿਆਗ ਹੀ ਕਰ ਦਿੱਤਾ ਤੇ ਗੁਰੂ ਨਾਨਕ ਸਾਹਿਬ ਦਾ ਬੇਦੀ ਕੁਲ ਨਾਲੋਂ ਉੱਥੋਂ ਨਾਤਾ ਟੁੱਟ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਪਿਛਲੇ ਦਿਨੀ ਜਿਹੜਾ ਹੈ ਸਿੱਖ ਜਗਤ ਦੇ ਵਿੱਚ ਇੱਕ ਮੁੱਦਾ ਬਹੁਤ ਵੱਡੇ ਲੈਵਲ ਤੇ ਭਖਿਆ ਹੋਇਆ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਕਿ 5 ਅਗਸਤ ਨੂੰ ਜਿਹੜਾ ਹੈ ਰਾਮ ਮੰਦਿਰ ਦਾ ਉਦਘਾਟਨੀ ਸਮਾਰੋਹ ਹੁੰਦਾ ਹੈ, ਉਸ ਦਾ ਨੀਂਹ ਪੱਥਰ ਰੱਖਿਆ ਜਾਂਦਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਵੱਲੋਂ। ਤੇ ਉਸ ਦਿਨ ਉਹਨਾਂ ਵੱਲੋਂ ਇੱਕ ਤੇ ਗੋਬਿੰਦ ਰਾਮਾਇਣ ਵਾਲੀ ਗੱਲ ਜਿਹੜੀ ਹੈ ਉਹ ਕਹੀ ਜਾਂਦੀ ਹੈ। ਉਸ ਤੋਂ ਬਾਅਦ ਜਿਹੜੀ ਗੱਲ ਵਾਪਰਦੀ ਹੈਗੀ ਹੈ ਕਿ ਇਕਬਾਲ ਸਿੰਘ ਜੋ ਕਿ ਜਥੇਦਾਰ ਰਹਿ ਚੁੱਕੇ ਨੇ ਤਖਤ ਸ਼੍ਰੀ ਪਟਨਾ ਸਾਹਿਬ ਦੇ, ਉਹਨਾਂ ਵੱਲੋਂ ਟੀਵੀ ਨੂੰ ਦਿੱਤੀ ਹੋਈ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਸਿੱਖਾਂ ਨੂੰ ਲਵ ਅਤੇ ਕੁਸ਼ ਨਾਲ ਜੋੜਿਆ ਜਾਂਦਾ ਹੈ। ਈਵਨ ਕਿ ਗੁਰੂ ਸਾਹਿਬਾਨ ਨੂੰ ਵੀ ਜਿਹੜਾ ਹੈ ਉਹਨਾਂ ਦੀ ਹੀ ਬੰਸਾਵਲੀ ਦੱਸਿਆ ਜਾਂਦਾ ਹੈ। ਔਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਅਸੀਂ ਆਪਣੇ ਪੂਰਵਜਾਂ ਦੇ ਸਥਾਨ 'ਤੇ ਇੱਥੇ ਆਏ ਹੈਗੇ ਆ। ਤੇ ਇਸ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਆਪਾਂ ਕਹੀਏ ਕਿ ਇੱਕ ਤਰ੍ਹਾਂ ਦਾ ਦੁਫਾੜ, ਇੱਕ ਪਾਟੋਧਾਰ ਦੀ ਜਿਹੜੀ ਸਥਿਤੀ ਹੈ ਉਹ ਪੈਦਾ ਹੋ ਜਾਂਦੀ ਹੈ। ਇੱਕ ਵਿਦਵਾਨ ਦੂਜੇ ਵਿਦਵਾਨਾਂ ਦੇ ਉੱਤੇ ਜੇ ਆਪਾਂ ਕਹੀਏ ਕਿ ਕਾਫੀ ਸਾਰਾ ਕੁਛ ਕਿਹਾ ਜਾਂਦਾ ਹੈ, ਉਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ। ਤੇ ਦੂਜੇ ਪਾਸੇ ਜਿਹੜੇ ਸਾਡੇ ਆਮ ਵੀਰ ਹੈਗੇ ਨੇ, ਆਮ ਸਿੱਖ ਨੌਜਵਾਨ ਬੀਬੀਆਂ ਭੈਣਾਂ ਹੈਗੀਆਂ ਨੇ ਜਿਨ੍ਹਾਂ ਨੂੰ ਇੰਨੀ ਜ਼ਿਆਦਾ ਆਪਾਂ ਕਹੀਏ ਕਿ ਨੌਲੇਜ ਨਹੀਂ ਹੁੰਦੀ, ਉਹ ਇੱਕ ਤਰ੍ਹਾਂ ਦੇ ਭਰਮ ਦੇ ਵਿੱਚ ਪੈ ਜਾਂਦੇ ਨੇ ਕਿ ਕੀ ਗੁਰੂ ਸਾਹਿਬ ਨੇ ਇਸ ਤਰ੍ਹਾਂ ਦਾ ਕੁਛ ਕੀਤਾ ਸੀ ਜਾਂ ਕੀ ਗੁਰੂ ਸਾਹਿਬ ਜਿਹੜੇ ਸੀ ਉਹ ਰਾਮ ਨੂੰ ਪੂਜਣ ਵਾਲੇ ਸੀ। ਇਸ ਤਰ੍ਹਾਂ ਦੇ ਜਿਹੜੇ ਸਵਾਲੇ ਚਿੰਨ੍ਹ ਨੇ ਉਹ ਆਪਣੇ ਆਪ ਦੇ ਵਿੱਚ ਖੜੇ ਹੋ ਜਾਂਦੇ ਨੇ। ਅਕਾਲ ਚੈਨਲ ਵੱਲੋਂ ਜਦੋਂ ਤੋਂ ਇਹ ਮੁੱਦਾ ਸਾਹਮਣੇ ਆਇਆ ਉਦੋਂ ਤੋਂ ਹੀ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਇਸ ਦੇ ਉੱਤੇ ਕੀਤੇ ਗਏ ਤਾਂ ਕਿ ਜਿਹੜੇ ਸਾਡੇ ਲੋਕ ਹੈਗੇ ਨੇ, ਜਿਹੜੇ ਸਾਡੇ ਵੀਰ ਭੈਣ ਹੈਗੇ ਨੇ, ਉਹਨਾਂ ਨੂੰ ਐਜੂਕੇਟ ਕੀਤਾ ਜਾ ਸਕੇ। ਤੇ ਇਸੇ ਹੀ ਵਿਸ਼ੇ ਤੇ ਅੱਜ ਆਪਾਂ ਇੱਕ ਖਾਸ ਪ੍ਰੋਗਰਾਮ ਇੱਕ ਹੋਰ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਏ ਹਾਂ
ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਬੀਬੀ ਕਿਰਨਪ੍ਰੀਤ ਕੌਰ ਜੀ ਤੇ ਜਥੇਦਾਰ ਮਹਿੰਦਰ ਸਿੰਘ ਜੀ। ਆਓ ਇਹਨਾਂ ਦਾ ਸਵਾਗਤ ਕਰੀਏ, ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਦਰਸ਼ਕਾਂ ਨੂੰ ਇਹ ਵੀ ਅਸੀਂ ਦੱਸ ਚੱਲੀਏ ਕਿ ਸਾਡੇ ਕਿਸੇ ਵੀ ਪ੍ਰੋਗਰਾਮ ਦਾ ਕੋਈ ਮਕਸਦ ਕਿਸੇ ਦੂਸਰੇ ਦੇ ਧਰਮ ਦੇ ਉੱਤੇ ਕੋਈ ਪਿਨ ਪੁਆਇੰਟ ਕਰਨਾ ਜਾਂ ਕੋਈ ਲਾਲਚਨ ਲਾਉਣਾ ਨਹੀਂ ਹੁੰਦਾ। ਸਾਡਾ ਮਕਸਦ ਸਿਰਫ ਇਹੀ ਹੈ ਕਿ ਜੇ ਸਵਾਲਿਆ ਚਿੰਨ੍ਹ ਉੱਠਣਗੇ ਤੇ ਉਹਦੇ ਜਵਾਬ ਦੇਣੇ ਜਿਹੜੇ ਨੇ ਉਹ ਜ਼ਰੂਰ ਬਣਦੇ ਨੇ। ਧਰਮਾਂ ਦੀ ਇੱਕ ਆਪਣੀ ਇੱਕ ਬਾਉਂਡਰੀ ਹੁੰਦੀ ਹੈ, ਤੇ ਜੇ ਆਪਾਂ ਕਹੀਏ ਕਿ ਜਦੋਂ ਕੋਈ ਇੱਕ ਧਰਮ ਕਹਿ ਲਈਏ ਜਾਂ ਕਿਸੇ ਇੱਕ ਵੱਲੋਂ ਵਧੀਕੀ ਕੀਤੀ ਜਾਵੇਗੀ ਤੇ ਉਹ ਬਾਉਂਡਰੀ ਕ੍ਰਾਸ ਕਰਕੇ ਦੂਜੇ ਦੇ ਵਿੱਚ ਆਏਗਾ ਤੇ ਉੱਥੇ ਫਿਰ ਜਿਹੜਾ ਹੈ ਦੂਸਰੇ ਬੰਦੇ ਨੂੰ ਵੀ ਜਿਹੜਾ ਜਵਾਬ ਦੇਣਾ ਉਹ ਬਣਦਾ ਹੈਗਾ। ਸਿਰਫ ਇਸੇ ਕਰਕੇ ਜੋ ਸਿਧਾਂਤਕ ਪੱਖ ਸਿੱਖੀ ਦਾ ਕੀ ਕਹਿੰਦਾ ਹੈਗਾ ਉਹ ਅਸੀਂ ਦਰਸ਼ਕਾਂ ਦੇ ਸਾਹਮਣੇ ਰੱਖਣਾ ਹੈਗਾ। ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕਿਸੇ ਨੂੰ ਮਾੜਾ ਬੋਲਣਾ ਜਾਂ ਕੁਝ ਇਸ ਤਰ੍ਹਾਂ ਦਾ ਸਾਡਾ ਮਕਸਦ ਹੈ। ਹਾਂ, ਜਿਹੜੇ ਸਾਡੇ ਵੀਰ ਭੈਣ ਜਿਨ੍ਹਾਂ ਨੂੰ ਐਜੂਕੇਸ਼ਨ ਦੀ ਲੋੜ ਹੈਗੀ ਆ ਧਾਰਮਿਕ ਤੌਰ ਤੇ, ਉਹਨਾਂ ਨੂੰ ਅਸੀਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਐਜੂਕੇਟ ਕਰਨਾ ਹੈਗਾ। ਔਰ ਪ੍ਰੋਗਰਾਮ ਦੇ ਵਿੱਚ ਜਿੰਨੀਆਂ ਵੀ ਗੱਲਾਂ ਬਾਤਾਂ ਹੋਣੀਆਂ ਨੇ, ਜੋ ਵੀ ਹੋਣੀਆਂ ਨੇ, ਉਹ ਸਾਰੀਆਂ ਰੈਫਰੈਂਸਿਸ ਦੇ ਆਧਾਰਿਤ ਹੋਣੀਆਂ ਨੇ ਤੇ ਉਸ ਦੇ ਵਿੱਚ ਜਿੰਨੇ ਵੀ ਰੈਫਰੈਂਸਿਸ ਨੇ ਉਹ ਸਾਡੇ ਕੋਲ ਮੌਜੂਦ ਨੇ। ਤੁਸੀਂ ਕਦੀ ਵੀ ਸਾਡੇ ਨਾਲ ਸੰਪਰਕ ਕਰਕੇ ਸਾਡੇ ਕੋਲੋਂ ਰੈਫਰੈਂਸ ਜਿਹੜੇ ਨੇ ਉਹ ਲੈ ਸਕਦੇ ਆ। ਤੇ ਹੁਣ ਆਪਾਂ ਗੱਲਬਾਤ ਕਰਨੀ ਹੈ ਬੀਬੀ ਕਿਰਨਪ੍ਰੀਤ ਜੀ ਤੁਹਾਡੇ ਵੱਲੋਂ। ਤੁਸੀਂ ਇਹ ਦੱਸੋ ਕਿ ਜੋ ਗੁਰੂ ਸਾਹਿਬ ਦੀ ਜਿਹੜੀ ਬੰਸਾਵਲੀ, ਕਿਉਂਕਿ ਜਿਹੜੀ ਗੱਲ ਸ਼ੁਰੂਆਤ ਬੰਸਾਵਲੀ ਤੋਂ ਹੀ ਹੋਈ ਹੈ, ਕੀ ਕਹੋਗੇ ਤੁਸੀਂ ਉਸ ਬੰਸਾਵਲੀ ਬਾਰੇ, ਕਿੱਥੋਂ ਤੱਕ ਹੋ ਜਾਂਦੀ ਹੈਗੀ ਹੈ? ਦੇਖੋ, ਪਹਿਲੀ ਗੱਲ ਤਾਂ ਆਪਾਂ ਬੜੇ ਕਲੀਅਰ ਇੱਕ ਸਮਝ ਲਈਏ ਕਿ ਜਦੋਂ ਵੀ ਕੋਈ, ਇਹ ਗੁਰੂ ਮਹਾਰਾਜ ਆਪ ਕਹਿੰਦੇ ਆ ਕਿ ਪਿਤਾ ਤੋਂ ਬਿਨਾਂ ਪੁੱਤਰ ਨਹੀਂ ਹੋ ਸਕਦਾ, ਹੈ ਨਾ। ਜਦੋਂ ਵੀ ਕੋਈ ਪੈਦਾ ਹੁੰਦਾ ਤਾਂ ਉਹ ਕਿਸੇ ਨਾ ਕਿਸੇ ਅੰਸ਼ ਪੰਸ਼ ਵਿੱਚ ਜਨਮ ਜ਼ਰੂਰ ਲੈਂਦਾ ਆ। ਇਹ ਗੱਲ ਬੜੀ ਕਲੀਅਰ ਆ। ਹੁਣ ਇੰਪੋਰਟੈਂਟ ਕੀ ਆ ਉਹ ਦੇਖਣ ਦੀ ਲੋੜ ਆ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਤੁਸੀਂ ਜੇ ਮੈਂ ਤੁਹਾਨੂੰ ਹੀ ਪੁੱਛਾਂ ਕਿ ਤੁਹਾਡੇ ਫਾਦਰ ਸਾਹਿਬ, ਫਿਰ ਉਸ ਤੋਂ ਬਾਅਦ ਤੁਹਾਡੇ ਗ੍ਰੈਂਡਫਾਦਰ, ਫਿਰ ਉਹਨਾਂ ਦੇ ਗ੍ਰੇਟ ਗ੍ਰੈਂਡਫਾਦਰ, ਤੇ ਤੁਹਾਨੂੰ ਕਿੰਨਾ ਕੁ ਯਾਦ ਹੈ, ਕਿੱਥੋਂ ਤੱਕ ਯਾਦ ਹੈ? ਤੇ ਤੁਹਾਡਾ ਸ਼ਾਇਦ ਨਾਮ ਹੋਊਗਾ ਕਿ ਸ਼ਾਇਦ ਤੁਹਾਨੂੰ ਤੁਹਾਡੇ ਪੜਦਾਦਾ ਜੀ ਦਾ ਨਾਮ ਯਾਦ ਹੋਵੇ, ਉਸ ਤੋਂ ਅੱਗੇ ਨਹੀਂ ਯਾਦ। ਉਹ ਕਿਉਂ ਨਹੀਂ ਯਾਦ? ਕਿਉਂਕਿ ਤੁਹਾਡੇ ਲਈ ਉਹ ਇੰਪੋਰਟੈਂਟ ਨਹੀਂ ਰਿਹਾ। ਔਰ ਗੁਰਬਾਣੀ ਬੜੀ ਕਲੀਅਰ ਦੱਸਦੀ ਆ, ਪੁੱਤਰ ਕਲਤਰ ਲੋਕ ਗ੍ਰਹਿ ਬਨਿਤਾ ਮਾਇਆ ਸੰਬੰਧੇਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ। ਮੈਂ ਬਕਾਇਦਾ ਇਹ ਸਾਰੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੁਕਾਂ ਲਿਖ ਕੇ ਲੈ ਕੇ ਆਈ ਹਾਂ, ਸੋ ਮੇਰੀ ਜੇ ਕੋਈ ਗਲਤੀ ਵੀ ਹੋਵੇ ਤਾਂ ਮੈਨੂੰ ਮਾਫ ਕਰਿਓ ਜੇ, ਕਿਉਂਕਿ ਬਾਣੀ ਦੇ ਜੇ ਅਸੀਂ ਇੰਨੇ ਧਾਰਨੀ ਹੁੰਦੇ ਨਾ ਤੇ ਫਿਰ ਅੱਜ ਇਹ ਇੱਥੋਂ ਤੱਕ ਗੱਲ ਪਹੁੰਚਣੀ ਨਹੀਂ ਸੀ ਜੀ। ਤੇ ਇਸ ਕਰਕੇ ਮੈਂ ਫਿਰ ਵੀ ਨਾਲ ਲੈ ਕੇ ਆਈ ਤਾਂ ਕਿ ਅਸੀਂ ਗੁਰੂ ਸਾਹਿਬ ਨੂੰ ਹੀ ਪੁੱਛੀਏ ਕਿ ਉਹ ਕੀ ਕਹਿੰਦੇ ਆ। ਤੇ ਜਦੋਂ ਗੁਰੂ ਸਾਹਿਬ ਕਹਿੰਦੇ ਕਿ ਤੁਹਾਡਾ ਜਿਹੜਾ ਤੁਸੀਂ ਬੇਟੇ ਅੱਗੇ ਆਪਣੀ ਵਾਈਫ ਸਾਰਿਆਂ ਦੇ ਨਾਲ ਰਹਿੰਦੇ ਆ, ਪਰ ਉਹ ਵੀ ਅੰਤ ਵੇਲੇ ਤੁਹਾਡੇ ਨਾਲ ਖੜੇ ਨਹੀਂ ਹੁੰਦੇ। ਕਿਉਂ ਖੜੇ ਨਹੀਂ ਹੁੰਦੇ? ਕਿਉਂਕਿ ਉੱਥੋਂ ਤੱਕ ਸਾਡਾ ਇੱਕ ਦੂਜੇ ਨਾਲ ਲਿੰਕ ਆ, ਉਸ ਤੋਂ ਬਾਅਦ ਉਹ ਲਿੰਕ ਟੁੱਟ ਜਾਂਦਾ ਆ। ਇੱਕ ਗੱਲ ਤੇ ਇਹ ਬੜੀ ਇੰਪੋਰਟੈਂਟ ਆ। ਹੁਣ ਜਦੋਂ ਅਸੀਂ ਮੌਤ ਦੇ ਆਉਂਦਿਆਂ ਹੀ ਆਪਣੇ ਜਿਹੜੇ ਆਪਣੇ ਪਿਤਾ ਆ ਜਾਂ ਮਾਤਾ ਆ ਉਹਨਾਂ ਦੇ ਨਾਲ ਸਾਡੇ ਰਿਸ਼ਤੇ ਟੁੱਟ ਜਾਂਦੇ ਆ। ਬੇਸ਼ੱਕ ਉਹਨਾਂ ਦਾ ਨਾਮ ਚੱਲਦਾ ਰਹਿੰਦਾ ਜੀ, ਉਹ ਵੀ ਨਾਮ ਕਿਉਂ ਚੱਲਦਾ ਰਹਿੰਦਾ? ਕਿਉਂਕਿ ਸਰਟੀਫਿਕੇਟਸ ਦੇ ਉੱਪਰ ਚਾਹੀਦਾ ਆ। ਔਰ ਆਫਟਰ ਸਮ ਟਾਈਮ ਜਦੋਂ ਉਹਨਾਂ ਦੇ ਸਰਟੀਫਿਕੇਟਾਂ ਦੇ ਉੱਤੋਂ ਨਾਮ ਮਿਟਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਆਪਣੇ ਉਹ ਵੀ ਨਾਮ ਮਿਟਣੇ ਸ਼ੁਰੂ ਹੋ ਜਾਂਦੇ ਆ। ਸੋ ਸਿੱਖਾਂ ਨੂੰ ਹੁਣ ਡਿਸਾਈਡ ਕੀ ਕਰਨਾ? ਸਿੱਖਾਂ ਨੂੰ ਇਹ ਡਿਸਾਈਡ ਕਰਨਾ ਆ ਕਿ ਤੁਹਾਡੇ ਲਈ ਇੰਪੋਰਟੈਂਟ ਕੌਣ ਆ ਜੀ। ਤੁਹਾਡੇ ਲਈ ਪੂਰਵਜ ਉਹ ਹੋਊਗਾ ਜੋ ਤੁਹਾਡੇ ਲਈ ਇੰਪੋਰਟੈਂਟ ਆ। ਇੱਕ ਗੱਲ ਤੁਸੀਂ ਇਹ ਡਿਸਾਈਡ ਕਰਨਾ ਕਿ ਤੁਹਾਡੇ ਲਈ ਗੁਰੂ ਗ੍ਰੰਥ ਸਾਹਿਬ ਇੰਪੋਰਟੈਂਟ ਆ ਕਿ ਵੇਦ ਇੰਪੋਰਟੈਂਟ ਆ, ਗੁਰੂ ਨਾਨਕ ਇੰਪੋਰਟੈਂਟ ਹੈ ਕਿ ਲਵ ਕੁਸ਼ ਇੰਪੋਰਟੈਂਟ ਆ। ਉਸ ਤੋਂ ਅੱਗੇ ਗੱਲ ਚੱਲੂਗੀ। ਹੁਣ ਇਹ ਬੜੀ ਕਲੀਅਰ ਲਾਈਨ ਆਫ ਡਿਸਟਿੰਕਸ਼ਨ ਆ। ਜਿੱਦਾਂ ਬਾਬਾ ਦੀਪ ਸਿੰਘ ਹੁਣਾਂ ਨੇ ਵੀ ਸਿੱਧੀ ਵਿਚਕਾਰ ਇੱਕ ਲਾਈਨ ਖੜੀ ਕਰ ਦਿੱਤੀ ਸੀ ਕਿ ਤੁਸੀਂ ਇੱਧਰ ਆ ਜਾਓ ਜਾਂ ਇੱਧਰ ਚੱਲ ਜਾਓ। ਬੜੀ ਸਿੱਧੀ ਸਿੰਪਲ ਜੀ ਲਾਈਨ ਆ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਜੇ ਧਰਮ ਦੇ ਨਾਲ ਨਫ਼ਰਤ ਕਰੋ ਜਾਂ ਕੋਈ ਦਵੇਸ਼ ਰੱਖੋ। ਸਿੰਪਲ ਜੀ ਗੱਲ ਇਹ ਆ ਕਿ ਤੁਹਾਡੇ ਲਈ ਇੰਪੋਰਟੈਂਟ ਕੀ ਆ, ਇਹਦੇ ਤੋਂ ਹੀ ਤੁਸੀਂ ਬੰਸ ਦੀ ਅੱਗੇ ਗੱਲ ਚਲਾਓਗੇ। ਹੁਣ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਇੰਪੋਰਟੈਂਟ ਮੰਨਦੇ ਆ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਕੋਲੋਂ ਪੁੱਛਾਂਗੇ ਕਿ ਉਹ ਸ਼ਾਸਤਰਾਂ ਬਾਰੇ ਕੀ ਕਹਿੰਦੇ ਆ। ਤੇ ਬੜਾ ਕਲੀਅਰ ਹੈ, ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇਆ ਅੰਧਲੋ ਧੁੰਦ ਕਮਾਈ। Shastras and Vedas keep the mortal bound to the three modes of Maya and so he performs deeds blindly। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਤੁਹਾਡੇ ਜਿਹੜੇ ਇਹ ਜਿੰਨੇ ਵੀ ਸ਼ਾਸਤਰ ਵੇਦ ਆਏ ਤੁਹਾਨੂੰ ਮਾਇਆ ਦੇ ਵਿੱਚ ਜਕੜ ਕੇ ਰੱਖਦੇ ਆ। ਉਸ ਤੋਂ ਅੱਗੇ ਜੇ ਆਪਾਂ ਦਸਮ ਗ੍ਰੰਥ ਦੀ ਹੀ ਗੱਲ ਕਰੀਏ ਤੇ ਦਸਮ ਗ੍ਰੰਥ ਦੇ ਵਿੱਚ ਹੀ ਗੁਰੂ ਪਾਤਸ਼ਾਹ ਸਾਹਿਬ, ਮੈਂ ਅੱਜ ਆਪਣਾ ਮੁੱਦਾ ਆਥਰਸ਼ਿਪ ਦੇ ਉੱਤੇ ਨਹੀਂ ਹੈਗਾ ਤੇ ਆਪਾਂ ਇਸ ਕਰਕੇ ਆਥਰ ਉਹਨਾਂ ਨੂੰ ਉਹੀ ਲੈ ਕੇ ਚੱਲਾਂਗੇ। ਬੜਾ ਕਲੀਅਰ ਦੱਸਿਆ ਹੈ, ਸਿਮਰਤ ਸ਼ਾਸਤਰ ਵੇਦ ਸਭੇ ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਕਿ ਸਿਮਰਤ ਸ਼ਾਸਤਰ ਸਭ ਆਪਣੇ ਆਪਣੇ ਭੇਦ ਕਹਿੰਦੇ, ਮੈਂ ਕਿਸੇ ਨੂੰ ਨਹੀਂ ਮੰਨਦਾ। ਹੁਣ ਇਹ ਸਾਡੀ ਲਾਈਨ ਆ। ਹੁਣ ਤੁਸੀਂ ਡਿਸਾਈਡ ਕਰਨਾ ਆ ਤੁਹਾਡੇ ਲਈ ਗੁਰੂ ਨਾਨਕ ਇੰਪੋਰਟੈਂਟ ਹੈ ਕਿ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜਾਂ ਤੁਹਾਡੇ ਲਈ ਲਵ ਕੁਸ਼ ਇੰਪੋਰਟੈਂਟ ਹੈ। ਕਿਉਂਕਿ ਫਿਰ ਤੁਸੀਂ ਦੇਖੋਗੇ ਕਿ ਤੁਸੀਂ ਗੱਲ ਮੰਨਣੀ ਕਿਹਦੀ ਆ। ਉਸ ਤੋਂ ਅੱਗੇ ਆ ਜਾਓ
ਕਿ ਜੇ ਹੁਣ ਆਪਾਂ ਇਹ ਮੰਨ ਜਾਂਦੇ ਆ ਕਿ ਜੋ ਸਾਡੇ ਗੁਰੂ ਕਹਿ ਰਹੇ ਆ ਉਹ ਠੀਕ ਆ, ਫਿਰ ਉਹਨਾਂ ਨੂੰ ਪੁੱਛਣਾ ਪਊਗਾ ਕਿ ਜਾਤ ਪਾਤ ਬਾਰੇ ਜਾਂ ਬੰਸਾਂ ਬਾਰੇ ਕੀ ਗੱਲ ਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਮਾਤਰ ਪਿਤਰ ਤਿਆਗ ਕੇ ਮਨ ਸੰਤਨ ਪਾਹੇ ਬਿਚਾਇਓ, ਜਾਤ ਜਨਮ ਕੁਲ ਖੋਇਆ, ਹਾਉ ਗਵਾਓ ਹਰ ਹਰੀ। ਕਿ ਮੈਂ ਆਪਣਾ ਤੇਰਾ ਇੱਕ ਮਾਤਰ ਪਿਤਰ ਮੇਰਾ ਸਾਰਾ ਕੁਝ ਤਿਆਗਿਆ ਗਿਆ ਜਦੋਂ ਦਾ ਮੈਂ ਤੇਰੇ ਨਾਲ ਲੱਗਾ, ਅਕਾਲ ਪੁਰਖ ਦੇ ਨਾਲ ਲੱਗਾ, ਮੇਰਾ ਜਾਤ ਜਨਮ ਕੁਲ ਸਭ ਗਵਾਚ ਗਿਆ, ਸਭ ਖੋਇਆ ਗਿਆ। ਉਸ ਤੋਂ ਅਗਲੀ ਗੱਲ ਲੈ ਲਓ, ਹੁਣ ਜਿਹੜੀ ਬੇਦੀ ਤੇ ਸੋਢੀਆਂ ਦੀ ਇਹਨਾਂ ਨੇ ਇੱਕ ਨਵੀਂ ਪਾ ਦਿੱਤੀ ਆ, ਤੇ ਗੁਰੂ ਪਾਤਸ਼ਾਹ ਕਹਿੰਦੇ ਨੇ, ਨਾਮਾ ਸ਼ੀਂਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣਿਆ ਹਉਮੈ ਜਾਤ ਗਵਾਈ। ਬੜਾ ਕਲੀਅਰ ਆ ਕਿ ਉਹਨਾਂ ਦੀ ਜਾਤ ਦੱਸੀ ਆ ਕਿ ਉਹ ਇਸ ਜਾਤ ਵਿੱਚ ਪੈਦਾ ਜ਼ਰੂਰ ਹੋਏ ਆ, ਪਰ ਜਦੋਂ ਦਾ ਉਹਨਾਂ ਨੇ ਸ਼ਬਦ ਪਛਾਣ ਲਿਆ ਉਹਨਾਂ ਦੀ ਜਾਤ ਖਤਮ ਹੋ ਗਈ ਆ। ਉਸ ਤੋਂ ਅਗਲੀ ਜਿਹੜੀ ਗੱਲ ਆ, ਤੂੰ ਦਾਨਾ ਤੂੰ ਅਬ ਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ। ਉਹਨਾਂ ਨੂੰ ਕਹਿੰਦੇ ਆ ਕਿ ਤੂੰ ਦਾਨਾ ਆ, ਤੂੰ ਸਭ ਕੁਝ ਮੇਰਾ ਤੂੰ ਹੀ ਆ, ਤੇ ਤੂੰ ਹੀ ਮੇਰੀ ਜਾਤ ਆ, ਤੂੰ ਹੀ ਮੇਰੀ ਪਤ ਹੈ ਜੀ। ਠੀਕ ਹੈ ਜੀ। ਅਗਲੀ ਜਿਹੜੀ ਮੈਂ ਲਾਈਨ ਕੋਟ ਕਰੂੰਗੀ, ਉਸ ਤੋਂ ਬਾਅਦ ਮੈਂ ਹੋਰ ਆਪਾਂ ਅੱਗੇ ਚਲਾਵਾਂਗੇ। ਜਾਵੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨਾ ਹੈ ਨਾ। ਹੁਣ ਜੇ ਤੁਸੀਂ ਗੁਰੂ ਨਾਨਕ ਨੂੰ ਮੰਨਦੇ ਹੋ ਜਾਂ ਤੁਸੀਂ ਗੁਰੂ ਨਾਨਕ ਨੂੰ ਇੰਪੋਰਟੈਂਟ ਮੰਨਦੇ ਹੋ, ਗੁਰੂ ਨਾਨਕ ਨੂੰ ਜੇ ਆਪਣੇ ਪੂਰਵਜ ਮੰਨਦੇ ਹੋ, ਤੇ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਜ਼ਿਕਰ ਕਰੋਗੇ ਔਰ ਤੁਸੀਂ ਇਹ ਕਹੋਗੇ ਹੀ ਨਹੀਂ ਕਿ ਮੈਂ ਬੇਦੀ ਆ, ਮੈਂ ਸੋਢੀ ਆ, ਜਾਂ ਮੈਂ ਜਾਟਾਂ, ਜਾਂ ਮੈਂ ਸ਼ੀਂਬਾ ਆ, ਜਾਂ ਮੈਂ ਨਾਈ ਆ, ਜਾਂ ਮੈਂ ਕੀ ਆ। ਜਦੋਂ ਤੁਸੀਂ ਇਹ ਗੱਲਾਂ ਕਹਿ ਦਿੰਦੇ ਹੋ, ਮੈਂ ਅਕਸਰ ਇਹ ਗੱਲ ਕਹਿੰਦੀ ਹੁੰਦੀ ਆ ਕਿ ਜੇ ਤੁਸੀਂ ਜੱਟ ਹੋ, ਜੇ ਤੁਸੀਂ ਤਰਖਾਣ ਹੋ, ਜਾਂ ਤੁਸੀਂ ਕੁਛ ਵੀ ਹੋ, ਤੇ ਫਿਰ ਤੁਸੀਂ ਸਿੱਖ ਨਹੀਂ ਹੋ, ਤੇ ਜੇ ਤੁਸੀਂ ਸਿੱਖ ਹੋ ਫਿਰ ਤੁਸੀਂ ਇਹ ਸਾਰਾ ਕੁਝ ਨਹੀਂ ਹੋ। ਬਿਲਕੁਲ, ਹੈ ਨਾ ਜੀ। ਇੱਥੋਂ ਤੱਕ ਤੇ ਇਹ ਗੁਰੂ ਸਾਹਿਬ ਸਾਨੂੰ ਦੱਸਦੇ ਨੇ। ਫਾਈਨਲੀ ਇੱਕ ਜਿਹੜੀ ਗੱਲ ਆ ਉਹ ਬੜੀ ਕਲੀਅਰ ਕੱਟ ਜਿਹੜੀ ਉਹ ਆ ਜਾਂਦੀ ਹੈ ਬਾਣੀ ਦੇ ਵਿੱਚ ਹੀ, ਆਦ ਪੁਰਖ ਆਦੇਸ਼ ਹੈ ਸਤਗੁਰ ਸੱਚ ਨਾਉ ਸਦਵਾਇਆ, ਚਾਰ ਵਰਣ। ਹੁਣ ਚਾਰ ਵਰਣ ਹੈ, ਗੁਰ ਸਿੱਖ ਕਰ ਗੁਰਮੁਖ ਸੱਚਾ ਪੰਥ ਚਲਾਇਆ, ਸਾਧ ਸੰਗਤ ਮਿਲ ਗਾਵਦੇ ਸਤਗੁਰ ਸ਼ਬਦ ਅਨਾਹ ਦਵਾਇਆ, ਗੁਰ ਸਾਖੀ ਉਪਦੇਸ਼ ਕਰੇ ਆਪ ਤਰੇ ਸੰਸਾਰ ਤਰਾਇਆ। ਉਹਨਾਂ ਨੇ ਬਕਾਇਦਾ ਚਾਰੇ ਵਰਨਾਂ ਨੂੰ ਇਕੱਠਾ ਕਰਕੇ ਜਿਹੜੀਆਂ ਇਹ ਭੇਦ ਭਾਵ ਸੀਗੇ, ਆ ਬੇਦੀ ਆ ਜੀ, ਆ ਸੋਢੀ ਆ ਜੀ, ਇਹ ਬ੍ਰਾਹਮਣ ਆ, ਇਹ ਰਾਜੇ ਆ, ਇਹ ਜੋ ਵੀ ਹਰ ਤਰੀਕੇ ਦਾ ਉਹਨਾਂ ਨੇ ਭੇਦ ਭਾਵ ਖਤਮ ਕਰਕੇ ਇਕੱਠਾ ਕਰਕੇ ਸਿੱਖ ਪੰਥ ਚਲਾਤਾ। ਤੇ ਜੇ ਤੁਸੀਂ ਅੱਜ ਵੀ ਉਹਨਾਂ ਵਰਨ ਵੰਡਾਂ ਦੇ ਵਿੱਚ ਪੈਨੇ ਹੋ, ਤੇ ਸੌਰੀ ਟੂ ਸੇ ਤੁਸੀਂ ਸਿੱਖੀ ਦੇ ਵਿੱਚ ਨਹੀਂ ਹੋ, ਫਿਰ ਤੁਸੀਂ ਸਿੱਖ ਨਹੀਂ ਹੋ। ਫਿਰ ਜਿਹੜੇ ਸਾਡੇ ਗਿਆਨੀ ਜੀ ਆ ਉਹ ਬਿਲਕੁਲ ਜਾਂ ਤਾਂ ਉਹ ਡਿਸਾਈਡ ਕਰ ਲੈਣ ਕਿ ਉਹਨਾਂ ਦੇ ਪੂਰਵਜ ਫਿਰ ਕੌਣ ਆ, ਕਿਉਂਕਿ ਤੁਹਾਡੇ ਪੂਰਵਜ ਤੁਹਾਨੂੰ ਇਹ ਕਹਿ ਰਹੇ ਆ। ਬਿਲਕੁਲ, ਕਿ ਉਹਨਾਂ ਦੇ ਪੂਰਵਜ ਜੇ ਆਪਾਂ ਕਿ ਗੁਰੂ ਨਾਨਕ ਸਾਹਿਬ ਹੈਗੇ ਨੇ, ਜਾਂ ਕਿ ਉਹਨਾਂ ਦੇ ਪੂਰਵਜ ਲਵ ਅਤੇ ਕੁਛ ਨੇ। ਇਹ ਚੀਜ਼ ਜਿਹੜੀ ਹੈ ਸਾਨੂੰ ਦੇਖਣੀ ਪਵੇਗੀ, ਸੋਚਣੀ ਪਵੇਗੀ, ਕਿਉਂਕਿ ਜਦੋਂ ਅਸੀਂ ਅਜੋਕੇ ਸਮੇਂ ਦੀ ਗੱਲ ਕਰਦੇ ਹਾਂ ਤੇ ਅਸੀਂ ਆਪਣੇ ਕੰਮਾਂ ਕਾਰਾਂ ਦੇ ਵਿੱਚ ਇਸ ਮਟੀਰੀਅਲਿਸਟਿਕ ਜਿਹੜਾ ਯੁੱਗ ਹੈਗਾ, ਇਸ ਦੇ ਵਿੱਚ ਅਸੀਂ ਇੰਨੇ ਜ਼ਿਆਦਾ ਬਿਜ਼ੀ ਹੋ ਗਏ ਆ ਕਿ ਸਾਨੂੰ ਇੰਨਾ ਟਾਈਮ ਹੀ ਨਹੀਂ ਹੈਗਾ ਕਿ ਅਸੀਂ ਗੁਰੂ ਦੇ ਸਿਧਾਂਤ ਵੱਲ ਜਾਈਏ। ਅਸੀਂ ਤੇ ਆਪਣਾ ਜੇ ਆਪਾਂ ਕਿ ਨਿਤਨੇਮ ਵੀ ਜਿਹੜਾ ਹੈ ਉਹ ਵੀ ਪੂਰੇ ਤਰੀਕੇ ਦੇ ਨਾਲ ਨਹੀਂ ਕਰ ਸਕਦੇ। ਬਹੁਤ ਸਾਰੇ ਜਿਹੜੇ ਜਦੋਂ ਅਸੀਂ ਬਹੁਤਾਤ ਦੀ ਗੱਲ ਕਰਦੇ ਹਾਂ ਤੇ ਉਹ ਵੀ ਜਿਹੜਾ ਨਿਤਨੇਮ ਦੇ ਨਾਲ ਨਹੀਂ ਜੁੜੇ ਹੋਏ, ਤੇ ਇੰਨੀ ਜ਼ਿਆਦਾ ਰਿਸਰਚ ਵਾਲੇ ਬੰਨੇ ਕਿੱਧਰਲੇ ਪਾਸੇ ਅਸੀਂ ਜਾਣਾ। ਤੇ ਫਿਰ ਜਦੋਂ ਇਸ ਤਰ੍ਹਾਂ ਦੇ ਜਦੋਂ ਇਨਸੀਡੈਂਟ ਸਾਹਮਣੇ ਆਉਂਦੇ ਨੇ ਤੇ ਉਹ ਲੋਕਾਂ ਦੇ ਅੰਦਰ ਸ਼ੰਕੇ ਖੜੇ ਕਰ ਦਿੰਦੇ ਨੇ, ਤੇ ਇਹਨਾਂ ਸ਼ੰਕਿਆਂ ਦਾ ਜਵਾਬ ਜਿਹੜਾ ਹੈ ਅਸੀਂ ਗੁਰੂ ਕੋਲੋਂ ਪੁੱਛਣਾ। ਅਸੀਂ ਕਿਸੇ ਆਪਾਂ ਕਿ ਕਿਸੇ ਬੰਦੇ ਕੋਲੋਂ ਨਹੀਂ ਪੁੱਛਣਾ, ਕਿਸੇ ਸਾਬਕਾ ਜਥੇਦਾਰ ਕੋਲੋਂ ਨਹੀਂ ਸਿੱਖ ਲੈਣੀ ਕਿ ਉਹ ਕੀ ਕਹਿੰਦੇ ਨੇ ਜਾਂ ਉਹ ਕੀ ਸੋਚਦੇ ਨੇ। ਅਸੀਂ ਗੁਰੂ ਕੋਲੋਂ ਪੁੱਛਣਾ। ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕੀ ਕਹਿੰਦੇ ਨੇ ਉਹ ਸਾਡੇ ਸਾਹਮਣੇ ਹੈਗਾ, ਸਿੱਖੀ ਸਿਧਾਂਤ ਕੀ ਕਹਿੰਦਾ ਉਹ ਸਾਡੇ ਸਾਹਮਣੇ ਹੈਗਾ। ਤੇ ਜਦੋਂ ਆਪਾਂ ਕਹਿ ਦਿੰਦੇ ਹਾਂ ਕਿ ਜਦੋਂ ਅਸੀਂ ਖੰਡੇ ਬਾਟੇ ਦੀ ਪਹੁ ਲੈ ਲਈ ਤੇ ਸਾਡਾ ਜਿਹੜਾ ਪੁਰਾਣਾ ਸਭ ਕੁਝ ਹੈ ਉਹ ਨਾਸ਼ ਹੋ ਜਾਂਦਾ ਹੈ, ਸਾਡੀ ਪੁਰਾਣੀ ਕੁੱਲ ਨਾਸ਼ ਹੋ ਜਾਂਦੀ ਹੈ, ਸਾਡਾ ਪਿਛਲਾ ਧਰਮ ਨਾਸ਼ ਹੋ ਜਾਂਦਾ ਹੈ, ਇਹ ਸਾਡਾ ਸਿਧਾਂਤ ਹੈ। ਤੇ ਫਿਰ ਆਪਾਂ ਇੱਥੇ ਇੰਨੇ ਜਨਮ ਪਿੱਛੇ ਕਿੱਥੇ ਚਲੇ ਗਏ ਜੇ ਸਾਡਾ ਸਾਰਾ ਕੁਝ ਖੰਡੇ ਬਾਟੇ ਦੀ ਪਹੁ ਲੈਣ 'ਚ ਹੀ ਨਾਸ਼ ਹੋ ਗਿਆ। ਤੇ ਫਿਰ ਇਹ ਗਿਆਨੀ ਜੀ ਨੂੰ ਵੀ ਦੱਸਣਾ ਪਏਗਾ ਕਿ ਕਿੱਥੇ ਉਹ ਸਾਰਾ ਕੁਝ ਕਿੱਥੇ ਚਲੇ ਗਿਆ, ਜਾਂ ਤੁਸੀਂ ਉਹ ਖੰਡੇ ਬਾਟੇ ਦੀ ਪਹੁ ਕਿੱਥੋਂ ਲਈ ਹੈਗੀ ਆ, ਜਾਂ ਤੁਹਾਨੂੰ ਇਹ ਚੀਜ਼ਾਂ ਦਾ ਗਿਆਨ ਨਹੀਂ ਹੈ। ਤੇ ਹੁਣ ਆਪਾਂ ਚੱਲਦੇ ਹਾਂ ਜਥੇਦਾਰ ਮਹਿੰਦਰ ਸਿੰਘ ਜੀ ਵੱਲ। ਜਥੇਦਾਰ ਜੀ, ਤੁਸੀਂ ਕੀ ਕਹੋਗੇ ਗੁਰੂਆਂ ਦੀ ਬੰਸਾਵਲੀ ਬਾਰੇ? ਕੀ ਉਹ ਲਵ ਕੁਸ਼ ਤੱਕ ਜਾਂਦੀ ਹੈ? ਕੀ ਤੁਸੀਂ ਇਸ ਦੇ ਬਾਰੇ ਕੀ ਰਿਸਰਚ ਕੀਤੀ ਹੈ? ਸਭ ਤੋਂ ਪਹਿਲਾਂ ਜੀ ਕਾਲ ਚੈਨਲ ਦੇ ਸਮੂਹ ਦਰਸ਼ਕਾਂ ਨੂੰ ਅਦਬ ਸਹਿਤ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਰਦਾਰ ਜਗਜੀਤ ਸਿੰਘ ਜੀ, ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਬੇਦੀ ਕੁਲ ਦਾ ਪੂਰਨ ਤੌਰ ਤੇ ਤਿਆਗ ਹੀ ਕਰ ਦਿੱਤਾ ਕਿ ਭਾਈ ਜਿਹੜੀ ਬ੍ਰਾਹਮਣੀ ਕੁਲ ਅਨੁਸਾਰ ਜਦੋਂ ਜਨੇਊ ਪਾਉਣ ਲੱਗੇ, ਜਿਹੜੀ ਬੇਦੀ ਕੁਲ ਦੀ ਰੀਤ ਚਲੀ ਆਉਂਦੀ ਸੀ, ਤੇ ਗੁਰੂ ਨਾਨਕ ਸਾਹਿਬ ਨੇ ਬੇਦੀ ਕੁਲ ਦੀ ਰੋਹ ਰੀਤ ਦਾ ਪੂਰਨ ਤੌਰ ਤੇ ਜੇ ਤਿਆਗ ਹੀ ਕਰ ਦਿੱਤਾ ਤੇ ਗੁਰੂ ਨਾਨਕ ਸਾਹਿਬ ਦਾ ਬੇਦੀ ਕੁਲ ਨਾਲੋਂ ਉੱਥੋਂ ਨਾਤਾ ਟੁੱਟ ਗਿਆ ਜੀ।
ਮਤਲਬ ਪਿਤਾ ਪੁਰਖੀ ਧਰਮ ਤੋਂ ਜਦੋਂ ਉਹਨਾਂ ਨੇ ਇਨਕਾਰ ਕਰ ਦਿੱਤਾ, ਬੇਦੀ ਕੁਲ ਨਾਲੋਂ ਨਾਤਾ ਟੁੱਟ ਗਿਆ ਜੀ। ਇੱਥੇ ਆਪਾਂ ਗੱਲ ਬੇਦੀ ਕੁਲ ਦੀ ਕਰਾਂਗੇ ਜੀ ਜੀ ਜੀ, ਕਿਉਂਕਿ ਉਹਨਾਂ ਨੂੰ ਬੇਦੀ ਕੁਲ ਦੇ ਨਾਲ ਜੋੜਿਆ ਜਾ ਰਿਹਾ। ਜੀ ਜੀ। ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਬੇਦੀ ਕੁਲ ਦੀ ਰੀਤ ਮੰਨਣ ਤੋਂ ਇਨਕਾਰ ਕਰ ਦਿੱਤਾ, ਉਹਨਾਂ ਨੇ ਜਦੋਂ ਕਿਹਾ ਜਨੇਊ ਤੋਂ ਪਹਿਲਾਂ ਭੱਜਣ, ਉਹ ਕਹਿੰਦੇ ਨਹੀਂ ਕਰਾਉਣੇ। ਗੁਰੂ ਨਾਨਕ ਨੇ ਫਿਰ ਸਗੋਂ ਭਾਈ ਮਰਦਾਨੇ ਨੂੰ ਜੀ, ਜਦੋਂ ਉਹਨਾਂ ਸਿੱਖੇ ਦੀਖਿਆ ਲਈ ਤਾਂ ਉਹਨਾਂ ਨੂੰ ਪਹਿਲੀ ਇਹ ਗੱਲ ਕਹੀ ਸੀ ਵੀ ਕੇਸ ਕਤਲ ਨਹੀਂ ਕਰਾਉਣੇ, ਨਾਮ ਜਪਣਾ ਜੀ, ਔਰ ਲੋੜਵੰਦਾਂ ਦੀ ਮਦਦ ਕਰਨੀ ਹੈ। ਗੁਰੂ ਨਾਨਕ ਸਾਹਿਬ ਦਾ ਹੈ ਕੇਸਾ ਧਾਰੀਆਂ ਦਾ ਪੰਥ, ਜੀ, ਸੌਖੀ ਗੱਲ ਕਹਿ ਲਓ ਜੀ। ਉਹਨਾਂ ਨੇ ਬੇਦੀ ਕੁਲ ਨਾਲੋਂ ਨਾਤਾ ਤੋੜ ਕੇ ਕੇਸਾ ਧਾਰੀਆਂ ਦਾ ਪੰਥ ਚਲਾਇਆ, ਜਿਹੜਾ ਕਿਰਨ ਉਹਨਾਂ ਨੇ ਕਲੀਅਰ ਕਰਤਾ ਕਿ ਚਾਰੇ ਵਰਨ ਇੱਕ ਥਾਂ ਇਕੱਠੇ ਕਰਕੇ। ਇਸ ਕਰਕੇ ਇਸ ਬੰਸਾਵਲੀ ਦਾ ਦੂਜਾ ਲੈ ਲਓ, ਭਾਈ ਗੁਰਦਾਸ ਨੇ ਇਹਦੇ 'ਚ ਜਿਹੜੀ ਇਹਨਾਂ ਦੀ ਦੇਖੋ ਗੁਰੂ ਨਾਨਕ ਦੀ ਜਿਹੜੀ ਬੰਸਾਵਲੀ ਆ ਉਹ ਨਾਦੀ ਸੰਤਾਨ ਚੱਲਦੀ ਹੈ ਜੀ। ਜਦੋਂ ਕਹਿੰਦੇ ਆ ਸ਼ਬਦ ਗੁਰੂ ਸੁਰਤਨ ਚੇਲਾ, ਤੇ ਇੱਥੇ ਸ਼ਬਦ ਗੁਰੂ ਦੀ ਜਿਹੜੀ ਹੈ ਸਾਡੇ ਸੰਤਾਨ ਚੱਲਦੀ ਹੈ, ਨਾ ਕਿ ਬਿੰਦੀ ਸੰਤਾਨ। ਹੁਣ ਬਿੰਦੀ ਸੰਤਾਨ ਬਾਰੇ ਭਾਈ ਗੁਰਦਾਸ ਨੇ ਬੜਾ ਕਲੀਅਰ ਕਰਕੇ ਕਿਹਾ, ਬਾਲ ਜਤੀ ਹੈ ਸ੍ਰੀ ਚੰਦ ਬਾਬਾਣਾ ਦਿਵਹਰਾ ਬਣਾਇਆ, ਲక్ష్ਮੀ ਦਾਸੋ ਧਰਮ ਚੰਦ ਪੋਤਾ ਹੋਏ ਕੈ ਆਪ ਗਣਾਇਆ। ਇਹਦੇ 'ਚ ਹਉਮੈ ਵੀ ਕੋਈ ਨਹੀਂ, ਪਰ ਜੇ ਆਪਾਂ ਛੋਟੀ ਕਰੀਏ ਜਗਜੀਤ ਸਿੰਘ ਜੀ ਹੁਣ ਇੱਥੇ ਗੱਲ ਜੀ ਕਿ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਿੰਦੀ ਸੰਤਾਨ ਆ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਸਿੱਖ ਮਤ ਨੂੰ ਨਹੀਂ ਮੰਨਿਆ। ਸ਼੍ਰੀ ਚੰਦ ਨੇ ਬਕਾਇਦਾ ਆਪਣਾ ਅਦਾਸੀ ਮਤ ਚਲਾਇਆ ਜੀ। ਅਦਾਸੀ ਮਤ 'ਚ ਅੱਜ ਵੀ ਸ਼੍ਰੀ ਚੰਦ ਦੀਆਂ ਤੁਸੀਂ ਫੋਟੋ ਦੇਖ ਲਓ, ਉਹਨਾਂ ਦੇ ਪਿੰਡਾ ਜਿਹੜਾ ਨੀਲਾ ਦਿਖਾਇਆ ਹੋਇਆ, ਸਿਰ ਤੇ ਜੂੜਾ ਜੀ। ਉਹਦਾ ਕੀ ਆ ਕਿ ਜਿਹੜਾ ਆਪਣਾ ਸ਼੍ਰੀ ਚੰਦ ਆ ਉਹ ਸ਼ਿਵ ਜੀ ਨੂੰ ਆਪਣਾ ਆਦਿ ਗੁਰੂ ਮੰਨਦਾ। ਹੁਣ ਬਿੰਦੀ ਸੰਤਾਨ ਨੇ ਵੀ ਸਿੱਖ ਧਰਮ ਨਾਲੋਂ ਨਾਤਾ ਤੋੜ ਲਿਆ, ਤੇ ਗੁਰੂ ਨਾਨਕ ਨੇ ਬੇਦੀ ਕੁਲ ਨਾਲੋਂ ਨਾਤਾ ਤੋੜ ਲਿਆ ਜੀ। ਐਨ ਸਪਸ਼ਟ ਕਰਕੇ ਤੋੜ ਲਿਆ ਨਾ ਜੀ। ਹੁਣ ਗਾਂ ਇਹ ਬੰਸਾਵਲੀ ਚੱਲਦੀ ਹੈ ਜਿਹੜੀ ਗੁਰੂ ਨਾਨਕ ਦੀ, ਉਹ ਇਹ ਆ ਕਿ ਦੋਨੋਂ ਹੀ ਗੁਰੂ ਜਿਹੜੇ ਆਪਣੇ ਬਣਦੇ ਆ ਆਪਣਾ ਦੂਸਰੇ ਤੇ ਤੀਸਰੇ, ਇਹ ਪੂਰਨ ਤੌਰ ਤੇ ਹਿੰਦੂ ਧਰਮ ਦਾ ਤਿਆਗ ਕਰਕੇ ਸਿੱਖ ਧਰਮ ਚਾਹੁੰਦੇ ਆ। ਦੂਸਰੇ ਗੁਰੂ ਜਿਹੜੇ ਉਹ ਆਪਾਂ ਸਾਰਿਆਂ ਨੂੰ ਪਤਾ ਉਹ ਦੇਵੀ ਦੇ ਪੁਜਾਰੀ ਆ, ਪਰ ਜਦੋਂ ਗੁਰੂ ਨਾਨਕ ਦੀ ਸ਼ਰਨ ਚਾਹੁੰਦੇ ਆ ਤੇ ਉਹ ਆਪਣਾ ਧਰਮ ਤਿਆਗ ਕੇ ਸਿੱਖ ਧਰਮ ਜਿਹੜਾ ਉਹ ਧਾਰਨ ਕਰ ਲੈਂਦੇ ਆ। ਤੀਸਰੇ ਪਾਤਸ਼ਾਹ ਜਿਹੜੇ ਉਹ ਕਈ ਸਾਲ ਆਪਾਂ ਦੇਖ ਲਿਆ ਵੀ ਉਹ ਯਾਤਰਾ ਤੇ ਜਾਂਦੇ ਰਹੇ, ਪਰ ਉਹ ਵੀ ਜਦੋਂ ਗੁਰੂ ਘਰ ਦੀ ਸ਼ਰਨ ਚਾਹੁੰਦੇ ਆ ਉਹ ਧਰਮ ਤਿਆਗ ਕੇ ਇੱਥੇ ਜਗਜੀਤ ਸਿੰਘ ਜੀ ਮੈਂ ਤਾਂ ਥੋੜਾ ਜਿਹਾ ਕਹਿ ਰਿਹਾ ਕਿ ਸਿੱਖ ਧਰਮ ਤੇ ਹਿੰਦੂ ਧਰਮ ਵੱਖਰੇ ਵੱਖਰੇ ਆ। ਬਿਲਕੁਲ, ਦੋਨਾਂ ਗੁਰੂਆਂ ਨੇ ਹਿੰਦੂ ਧਰਮ ਤਿਆਗਿਆ ਤੇ ਸਿੱਖ ਧਰਮ ਚਾਹੇ ਜੀ। ਤੁਸੀਂ ਨਵੀਂ ਗੱਲ ਵੀ ਨਾਲ ਦੱਸਣੀ ਪਊ, ਅੱਜ ਵੀ ਆਪਣੇ ਭਗਤ ਪੂਰਨ ਸਿੰਘ ਜੀ ਜੀ ਉਹਨਾਂ ਹਿੰਦੂ ਘਰਾਣੇ 'ਚ ਜੰਮਦੇ ਆ, ਉਹ ਵੀ ਅੰਮ੍ਰਿਤ ਛਕ ਕੇ ਸਿੱਖ ਬਣਦੇ ਆ, ਹਿੰਦੂ ਧਰਮ 'ਚੋਂ ਸਿੱਖ ਬਣਦੇ ਆ ਭਗਤ ਪੂਰਨ ਸਿੰਘ ਜੀ। ਧਰਮ ਤਾਂ ਦੋ ਹੋ ਗਏ ਨਾ ਜੀ, ਤੁਹਾਡੀ ਮਰਜ਼ੀ ਤੁਸੀਂ ਰੱਖੋ ਹਿੰਦੂ, ਮਰਜ਼ੀ ਰੱਖੋ ਸਿੱਖ। ਦੂਜੇ ਤੁਸੀਂ ਲਓ ਡਾਕਟਰ ਸਾਹਿਬ ਸਿੰਘ, ਉਹ ਹਿੰਦੂ ਘਰਾਣੇ 'ਚ ਪੈਦਾ ਹੁੰਦੇ ਆ, ਪਰ ਬਕਾਇਦਾ ਅੰਮ੍ਰਿਤ ਛਕ ਕੇ ਸਿੱਖ ਸਜਦੇ ਆ, ਔਰ ਉਹਨਾਂ ਨੇ ਵਿਆਕਰਨੀਆ ਟੀਕਾ ਕੀਤਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜੀ। ਸੋ ਇਸ ਕਰਕੇ ਗੱਲ ਬੜੀ ਆ ਕਿ ਸਿੱਖ ਧਰਮ 'ਚ ਜਿਹੜਾ ਉਦੋਂ ਚਰਨ ਪਹੁਲ ਸੀ, ਅੱਜ ਸਾਡੇ ਖੰਡੇ ਬਾਟੇ ਦੀ ਪਹੁਲ ਹੋ ਗਈ। ਤੇ ਬਾਹਲੀ ਮੈਂ ਗੱਲ ਵਸਾਵਲੀ ਦੀ ਆਪਾਂ ਇੱਥੇ ਨਿਬੇੜਦੇ ਆ ਕਿ ਗੁਰੂ ਨਾਨਕ ਦੀ ਜਿਹੜੀ ਵਸਾਵਲੀ ਉਹ ਸ਼ਬਦ ਗੁਰੂ ਵਾਲੀ ਚੱਲਦੀ ਹੈ, ਜਿਹਨੂੰ ਆਪਾਂ ਨਾਦੀ ਸੰਤਾਨ ਕਹਿੰਦੇ ਆ ਜੀ। ਔਰ ਇਹ ਗੁਰੂ ਗੋਬਿੰਦ ਸਿੰਘ ਦੇ 1699 ਦੀ ਵਿਸਾਖੀ 'ਚ ਇਹ ਫਾਰ ਐਵਰ ਇੱਕ ਮਰਿਆਦਾ ਬਣਾਤੀ ਕਿ ਜਿਹਨੇ ਸਿੱਖ ਧਰਮ 'ਚ ਆਉਣਾ, ਜਿਹਨੇ ਖਾਲਸਾ ਪੰਥ 'ਚ ਆਉਣਾ, ਉਹਨੂੰ ਆਪਣਾ ਪੁਰਾਣਾ ਧਰਮ ਜਾਤ ਪਾਤ ਕੁੱਲ ਛੱਡ ਕੇ ਆਉਣਾ ਪਊਗਾ ਜੀ। ਔਰ ਉਹ ਜਿਹੜਾ ਹੋਊਗਾ ਗੁਰੂ ਨਾਨਕ ਦਾ ਨਾਦੀ ਸੰਤਾਨ ਖਾਲਸਾ। ਗੁਰੂ ਨਾਨਕ ਦੀ ਨਾਦੀ ਸੰਤਾਨ ਉਹਨਾਂ ਚਿਰ ਰਹਿੰਦੀ ਦੁਨੀਆ ਤੱਕ ਚੱਲਣੀ ਹੈ ਜੀ ਜੀ। ਸਿੱਖ ਜਿਹੜਾ ਗੁਰੂ ਨਾਨਕ ਨੂੰ ਮੰਨਦਾ, ਗੁਰੂ ਗ੍ਰੰਥ ਸਾਹਿਬ ਨੂੰ ਦੇਖੋ, ਗੁਰੂ ਗ੍ਰੰਥ ਸਾਹਿਬ 'ਚ ਸਪਸ਼ਟ ਕਰਤੀ ਗੁਰੂ ਗੋਬਿੰਦ ਸਿੰਘ ਨੇ ਬਈ ਸਾਡੀ ਆਤਮਾ ਗ੍ਰੰਥ 'ਚ, ਸਰੀਰ ਪੰਥ 'ਚ। ਹੁਣ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਆ, ਤੇ ਗੁਰੂ ਨਾਨਕ ਦੀ ਜਿਹੜੀ ਆਪਣੇ ਵਸਾਵਲੀ ਆ ਉਹਨਾਂ ਦੀ ਨਾਦੀ ਵਸਾਵਲੀ ਆ ਜਿਹੜੀ ਰਹਿੰਦੀ ਦੁਨੀਆ ਤੱਕ ਰਹਿਣੀ ਹੈ। ਜਿਹਨੇ ਵੀ ਗੁਰੂ ਗ੍ਰੰਥ ਸਾਹਿਬ ਦੇ
ਲੜ ਕੇ ਪੰਜਾਂ ਪਿਆਰਿਆਂ ਪੁਲਿਸੋਂ ਖੰਡੇ ਬਾਟੇ ਦੀ ਫੌੜ ਲੈ ਲੈਣੀ ਆ। ਉਹੀ ਗੁਰੂ ਨਾਨਕ ਦੀ ਅੰਸ਼-ਵੰਸ਼ ਹੈ। ਗੁਰੂ ਨਾਨਕ ਦੀ ਅੰਸ਼-ਵੰਸ਼ ਦਾ ਬੇਦੀਆਂ ਨਾਲ ਤਾਂ ਪਹਿਲਾਂ ਹੀ ਟੁੱਟ ਗਈ ਗੱਲ ਜੀ। ਪਹਿਲੇ ਉਹਨਾਂ ਦੀ ਵੰਸ਼ ਜਿਹੜੀ ਗੁਰੂ ਨਾਨਕ ਦੀ ਚੱਲਦੀ ਆ ਉਹ ਆ ਖਾਲਸਾ ਪੰਥ। ਬਿਲਕੁਲ ਆਪਾਂ ਇੱਥੇ ਕਨਵੇੜ ਲਈ ਬਿਲਕੁਲ ਆਪਾਂ ਕਹਿ ਲਈਏ ਕਿ ਪਿੱਛੇ ਵਾਲਾ ਜਿਹੜਾ ਲਿੰਕ ਹੈ ਉਹ ਟੁੱਟ ਜਾਂਦਾ ਹੈ। ਇਤਿਹਾਸ 'ਚ ਤੋੜਦਾ ਜੀ ਜੀ, ਅਸੀਂ ਆਪਣੇ ਕੋਲੋਂ ਨਹੀਂ ਕਹਿੰਦੇ। ਬਿਲਕੁਲ ਉਹਨਾਂ ਨੇ ਜਨਮ ਭਵੇਂ ਬੇਦੀ ਕੁਲ ਚ ਲਿਆ, ਹਾਂ, ਪਰ ਉਹਨਾਂ ਬੇਦੀ ਕੁਲ ਦਾ ਤਿਆਗ ਕਰਕੇ ਆਪਣਾ ਧਰਮ ਚਲਾਇਆ। ਜੀ ਬਿਲਕੁਲ ਜੀ। ਔਰ ਜੇ ਆਪਾਂ ਜਦੋਂ ਦੁਨੀਆ ਦੇ ਵੱਡੇ ਪੈਗੰਬਰਾਂ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਮਹਾਤਮਾ ਬੁੱਧ ਜੇ ਆਪਾਂ ਜਦੋਂ ਕਹਿੰਦੇ ਹੈਗੇ ਆ ਤੇ ਉਹ ਹਿੰਦੂ ਘਰਾਣੇ ਦੇ ਵਿੱਚ ਪੈਦਾ ਹੁੰਦੇ ਨੇ, ਆਪਣਾ ਵੱਖਰਾ ਜਿਹੜਾ ਧਰਮ ਚਲਾਉਂਦੇ ਨੇ। ਜੀਸਸ ਕ੍ਰਾਈਸਟ ਜੇ ਆਪਾਂ ਲਈਏ ਕਿ ਈਸਾ ਮਸੀਹ ਜਿਹੜੇ ਹੈਗੇ ਨੇ ਉਹ ਯਹੂਦੀਆਂ ਦੇ ਘਰੇ ਪੈਦਾ ਹੋ ਕੇ ਆਪਣਾ ਵੱਖਰਾ ਜਿਹੜਾ ਹੈ ਧਰਮ ਚਲਾਉਂਦੇ ਨੇ। ਉਸ ਤੋਂ ਬਾਅਦ ਹਜ਼ਰਤ ਮੁਹੰਮਦ ਸਾਹਿਬ ਜਿਹੜੇ ਨੇ ਉਹ ਬੁੱਤ ਪ੍ਰਸਤਾਂ ਦੇ ਘਰ ਪੈਦਾ ਹੁੰਦੇ ਨੇ, ਉਹ ਆਪਣਾ ਜਿਹੜਾ ਵੱਖਰਾ ਇਸਲਾਮ ਧਰਮ ਚਲਾਉਂਦੇ ਨੇ। ਤੇ ਉਸੇ ਤਰੀਕੇ ਦੇ ਨਾਲ ਜੇ ਗੁਰੂ ਨਾਨਕ ਸਾਹਿਬ ਹਿੰਦੂਆਂ ਦੇ ਧਰਮ ਦੇ ਵਿੱਚ ਪੈਦਾ ਹੁੰਦੇ ਨੇ, ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦਾ ਪਿਤਾ ਪੁਰਖੀ ਜਿਹੜਾ ਹੈ ਧਰਮ ਉਹਨਾਂ ਵੱਲ ਆਉਂਦਾ ਹੈ। ਇਸ ਤਰ੍ਹਾਂ ਦਾ ਕੁਝ ਨਹੀਂ ਹੈ, ਕਿਉਂਕਿ ਜਿਹੜੇ ਧਰਮ ਇਲਹਾਮ ਦੇ ਵਿੱਚੋਂ ਪੈਦਾ ਹੁੰਦੇ ਨੇ ਉਹਨਾਂ ਦਾ ਜਿਹੜਾ ਪਿਛਲਾ ਹੈ, ਜਦੋਂ ਇਲਹਾਮ ਦਾ ਐਲਾਨ ਕਰ ਦਿੰਦੇ ਨੇ, ਜਦੋਂ ਵੇਈ ਨਦੀ ਤੋਂ ਬਾਅਦ ਗੁਰੂ ਸਾਹਿਬ ਬਾਹਰ ਆਉਂਦੇ ਨੇ, ਜਦੋਂ ਉਹਨਾਂ ਨੇ ਐਲਾਨ ਕਰ ਦਿੱਤਾ ਨਾ ਹਮ ਹਿੰਦੂ ਨਾ ਮੁਸਲਮਾਨ, ਤੇ ਉਸ ਤੋਂ ਬਾਅਦ ਪੁਰਾਣਾ ਸਾਰਾ ਕੁਝ ਜਿਹੜਾ ਹੈ ਉਹ ਉੱਥੇ ਖਤਮ ਹੋ ਜਾਂਦਾ ਹੈ। ਔਰ ਖੰਡੇ ਬਾਟੇ ਦੀ ਪੌਲ ਲੈਣ ਤੋਂ ਬਾਅਦ ਤੇ ਸਾਰਾ ਕੁਝ ਹੀ ਆਪਾਂ ਗਏ ਕਿ ਜਿਹੜਾ ਹੈ ਪੁਰਾਣਾ ਉਹ ਬਿਲਕੁਲ ਖਤਮ ਹੋ ਜਾਂਦਾ ਹੈ। ਜੀ ਜਹਦਾਰ ਜੀ, ਮੈਂ ਇੱਕ ਸਕਿੰਟ ਇੱਥੇ ਗੱਲ ਤੋੜਾਂ ਜੀ। ਇਹ ਗੱਲ ਕੱਲੀ ਇੰਨੀ ਨਹੀਂ ਹੈ ਕਿ ਨਾ ਹਮ ਹਿੰਦੂ ਨਾ ਮੁਸਲਮਾਨ। ਜੀ ਜੀ, ਗੁਰੂ ਨਾਨਕ ਸਾਹਿਬ ਨੇ ਇਹ ਦਾਅਵਾ ਕੀਤਾ ਕਿ ਸਾਡੀ ਆਤਮਾ ਪਰਮ ਆਤਮਾ ਨਾਲ ਅਭੇਦ ਹੈ। ਜੀ, ਆਪ ਨਾਰਾਇਣ ਕਲਾਧਾਰ ਜੀ, ਆਪ ਨਾਰਾਇਣ ਕਲਾਧਾਰ ਜਗ ਮੇ ਪ੍ਰਵਰਿਓ ਜੀ। ਔਰ ਉਹਨਾਂ ਦੀ ਨਾਦੀ ਸੰਤਾਨ ਕਿੱਦਾਂ ਚੱਲਦੀ ਹੈ? ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ। ਜੀ, ਐਨ ਸਪਸ਼ਟ ਕਰਕੇ। ਇਹ ਇਕੱਲੀ ਇੰਨਾ ਹੀ ਨਹੀਂ ਵੀ ਉਹਨਾਂ ਨੇ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ। ਜੀ, ਗੁਰੂ ਨਾਨਕ ਸਾਹਿਬ ਦੇਵੀ ਸ਼ਕਤੀ ਦਾ ਇਲਹਾਮ ਔਰ ਉਹ ਆਪਣੀ ਦੇਵੀ ਸ਼ਕਤੀ ਦਾ ਬਕਾਇਦਾ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਲੈ ਲਓ, ਉਹ ਬਕਾਇਦਾ ਇਸ ਗੱਲ ਦਾ ਦਾਅਵਾ ਕਰਦੇ ਆ। ਬਿਲਕੁਲ ਬਿਲਕੁਲ। ਇਹ ਦਾਅਵਾ ਗੁਰੂ ਨਾਨਕ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤਾ। ਬਿਲਕੁਲ। ਔਰ ਇਹ ਦਾਅਵਾ ਜਿਹੜੀ ਉਹਨਾਂ ਦੀ ਜੋਤ ਆ ਉਹ 10ਵੀਂ ਜੋਤ ਤੱਕ ਕਰਦੀ ਹੈ। ਔਰ ਇਹੀ ਚੀਜ਼ ਦਾ ਜਿਹੜਾ ਚੈਲੰਜ ਹੈ ਉਹ ਲੱਗਦਾ ਹੈ ਕਿ ਸਿੱਖ ਵਿਰੋਧੀਆਂ ਨੂੰ ਜਿਹੜਾ ਬਰਦਾਸ਼ਤ ਨਹੀਂ ਹੈ, ਤਾਂ ਕਿ ਬਾਰ-ਬਾਰ ਜਿਹੜੇ ਇਸ ਤਰੀਕੇ ਦੇ ਜਿਹੜੇ ਸਿਧਾਂਤਕ ਹਮਲੇ ਸਿੱਖਾਂ ਉੱਤੇ ਕੀਤੇ ਜਾਂਦੇ ਨੇ, ਤਾਂ ਕਿ ਇਹਨਾਂ ਨੂੰ ਜਿਹੜਾ ਹੈ ਆਪਣੇ ਵਿੱਚ ਜਜ਼ਬ ਕਰ ਲਿਆ ਜਾਵੇ। ਇਹਨਾਂ ਨੂੰ ਇੰਨੀ ਨੌਲੇਜ ਨਹੀਂ ਹੈਗੀ, ਪਰ ਜਦੋਂ ਤੱਕ ਸਿੱਖ ਵਿਦਵਾਨ ਸਾਡੇ ਕੋਲ ਹੈਗੇ ਨੇ, ਸਾਡੇ ਕੋਲ ਗੁਰੂ ਸਾਹਿਬ ਦਾ ਦਿੱਤਾ ਹੋਇਆ ਸਿਧਾਂਤ ਹੈ, ਇਸ ਤਰੀਕੇ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨੇ ਉਹਨਾਂ ਦਾ ਜਵਾਬ ਉਹਨਾਂ ਹੀ ਤਰੀਕਿਆਂ ਦੇ ਨਾਲ ਜਿਹੜਾ ਹੈ ਦਿੱਤਾ ਜਾਵੇਗਾ। ਤੇ ਹੁਣ ਦੁਬਾਰਾ ਉਹਨੇ ਆਪਾਂ ਬੀਬੀ ਕਿਰਨਪ੍ਰੀਤ ਹੋਰਾਂ ਵੱਲੇ ਤੇ ਜਦੋਂ ਆਪਾਂ ਇਹ ਸਾਰੀ ਸਿਚੁਏਸ਼ਨ ਨੂੰ ਦੇਖਦੇ ਹੈਗੇ ਆ, ਸਿੱਖਾਂ ਨੂੰ ਇਹ ਸਾਰੀ ਸਿਚੁਏਸ਼ਨ ਨੂੰ ਖਾਸ ਕਰਕੇ ਜੇ ਆਪਾਂ ਲਵ ਅਤੇ ਕੁਸ਼ ਦੀ ਗੱਲ ਕਰੀਏ, ਸਿੱਖਾਂ ਨੂੰ ਇਸ ਦੇ ਬਾਰੇ ਕਿਸ ਪ੍ਰਤੀਕਰਮ ਵੱਲ ਜਾਣਾ ਚਾਹੀਦਾ, ਜਾਂ ਕਿਸ ਤਰੀਕੇ ਦਾ ਇਹਦੇ ਬਾਰੇ ਸੋਚਣਾ ਚਾਹੀਦਾ, ਜਾਂ ਕੀ ਸਟੈਪ ਲੈਣੇ ਚਾਹੀਦੇ? ਬੜਾ ਵਧੀਆ ਕੁਐਸਚਨ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਿੱਖਾਂ ਨੂੰ ਪੜ੍ਹਨ ਦੀ ਆਦਤ ਪਾਉਣੀ ਪਊਗੀ। ਫਿਰ ਹੀ ਆਪਾਂ ਇਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਡੀਲ ਕਰ ਸਕਦੇ ਹਾਂ। ਉਹਨਾਂ ਨੂੰ ਆਪ ਪੜ੍ਹਨਾ ਪਊਗਾ, ਦੇਖਣਾ ਪਊਗਾ ਕਿ ਕਿੰਨੇ ਕੁ ਤਰੀਕੇ ਆ। ਸਿਰਫ ਕਿਸੇ ਦਾ ਜੋ ਤੁਹਾਨੂੰ ਪਰੋਸਤਾ ਉਹਦੇ ਉੱਤੇ ਨਾ ਰਹੋ, ਆਪ ਚੈੱਕ ਕਰੋ। ਖੈਰ, ਆਪਾਂ ਇਸ ਗੱਲ ਤੇ ਕਿ ਇਹਨੂੰ ਕਿਸ ਤਰੀਕੇ ਨਾਲ ਲਿਆ ਜਾਵੇ। ਹੁਣ ਮੈਂ ਇਹਦੇ 'ਚ 3 ਨੁਕਤੇ ਦੱਸਦੀ ਹਾਂ ਜੀ। 3 ਤਰੀਕਿਆਂ ਨਾਲ ਮੈਂ ਇਹਨੂੰ ਡੀਲ ਕਰਦੀ ਹਾਂ। ਇੱਕ ਹੈਗਾ ਲੌਜੀਕਲ, ਦੂਸਰਾ ਹੈਗਾ ਸਾਇੰਟੀਫਿਕ, ਤੇ ਤੀਸਰਾ ਆਪਾਂ ਦਸਮ ਗ੍ਰੰਥ ਦੇ ਆਧਾਰ ਦੇ ਉੱਤੇ ਹੀ ਕਰਾਂਗੇ, ਕਿਉਂਕਿ ਉਹਨਾਂ ਨੇ ਗੱਲ ਜਿਹੜੀ ਦਸਮ ਗ੍ਰੰਥ, ਕਿਉਂਕਿ ਉਹਨਾਂ ਨੇ ਦਸਮ ਗ੍ਰੰਥ ਨੂੰ ਹੀ ਬਣਾ ਕੇ ਆਧਾਰ ਤੇ ਲਵ ਕੁਸ਼ ਦੀ ਗੱਲ ਕੀਤੀ ਹੈ, ਤੇ ਆਪਾਂ ਦਸਮ ਗ੍ਰੰਥ ਨੂੰ ਹੀ ਪੁੱਛਾਂਗੇ। ਜੀ, ਕਿਉਂਕਿ ਮੇਰੇ ਗੁਰੂ ਦਾ ਜਿਹੜਾ ਸਿਧਾਂਤ ਹੈ ਨਾ ਉਹ ਇੰਨਾ ਉੱਚਾ ਆ ਕਿ ਮੈਨੂੰ ਇੰਨਾ ਪਤਾ ਆ ਕਿ ਜਿੱਥੇ ਜਿੰਨਾ ਮਰਜ਼ੀ ਰਲਗੱਡ ਵੀ ਹੋ ਜੇ, ਉਹ ਸਿਧਾਂਤ ਨਹੀਂ ਮਰ ਸਕਦਾ। ਜੀ, ਹੈ ਨਾ। ਤੇ ਚਾਹੇ ਜੋ ਮਰਜ਼ੀ ਕੋਈ ਕੰਟਰੋਵਰਸੀ ਹੋਵੇ ਆਥਰਸ਼ਿਪ ਦੇ ਉੱਤੇ, ਉਹ ਅਲੱਗ ਗੱਲ ਆ, ਪਰ ਮੈਨੂੰ ਇੰਨਾ ਪਤਾ ਆ ਕਿ ਜੇ ਦਸਮ ਗ੍ਰੰਥ ਜੇ ਦਸਮ ਪਾਤਸ਼ਾਹ ਦਾ ਨਾਮ ਨਾਲ ਜੁੜ ਗਿਆ ਨਾ, ਤੇ ਇਹਦੇ ਵਿੱਚ ਵੀ ਸਿਧਾਂਤ ਹੋਊਗਾ। ਬਿਲਕੁਲ। ਆਪਾਂ ਇਹਦੇ ਵਿੱਚੋਂ ਹੀ ਗੱਲ ਕਾਜ਼ੀ ਨੂਰ ਮੁਹੰਮਦ ਵਾਲੀ ਗੱਲ ਆ ਜਾਂਦੀ ਹੈ, ਉਹ ਲਿਖਦਾ ਸਿੱਖਾਂ ਦੇ ਵਿਰੋਧ ਆ, ਪਰ ਉਹ ਸਿੱਖਾਂ ਦੀ ਜਿਹੜੀ ਹੈਗੀ ਆ ਕਿਰਦਾਰ ਉਹ ਆਪਣੇ ਆਪ ਦੇ ਵਿੱਚ ਬਿਆਨ ਕਰ ਜਾਂਦਾ। ਇਸ ਕਰਕੇ ਆਪਾਂ ਆਥਰਸ਼ਿਪ ਵੱਲ ਨਹੀਂ ਜਾਣਾ, ਪਰ ਸਟਿਲ ਜਿਹੜੀ ਇਹਦੇ ਵਿੱਚੋਂ ਹੀ ਆਪਾਂ ਗੱਲ ਕਰਾਂਗੇ। ਹੁਣ ਮੈਂ ਫਰਸਟ ਪੁਆਇੰਟ ਤੇ ਆਉਣੀ ਹੈ ਸਾਇੰਟੀਫਿਕ ਪੁਆਇੰਟ ਦੇ ਉੱਤੇ। ਦੇਖੋ ਜੀ, ਲਵ ਔਰ ਕੁਸ਼ ਦੋਨੋਂ ਜਿਹੜੇ ਹੈਗੇ ਆ ਉਹ ਰਾਮਚੰਦਰ ਦੇ ਬੇਟੇ ਦੱਸੇ ਗਏ। ਉਸ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਅੱਗੇ ਕੋਲ ਚੱਲੀ ਆ, ਤੇ ਇਹਦੇ ਵਿੱਚ ਜਿਹੜਾ ਸਾਇੰਸ ਜਿਹੜੀ ਆ ਨਾ ਉਹ, ਔਰ ਮੈਂ ਦੱਸਦੀ ਆ ਕਿਦਾਂ, ਉਹ ਕੁਸ਼ ਨੂੰ ਨਹੀਂ ਮਨਜ਼ੂਰ ਕਰੂਗੀ। ਕੁਸ਼ ਦਾ ਲਿੰਕ ਜਿਹੜਾ ਹੈ ਉਹ ਰਾਮ ਦੇ ਨਾਲ ਨਹੀਂ ਹੈ। ਉਹ ਕਿਦਾਂ? ਬਕਾਇਦਾ ਦਸਮ ਗ੍ਰੰਥ ਵਿੱਚ ਵੀ ਔਰ ਹੋਰ ਵੀ ਕਈ ਥਾਵਾਂ ਤੇ ਆਉਂਦਾ ਹੈ ਕਿ ਜਿਹੜਾ ਕੁਸ਼ ਹੈ ਉਹਨੂੰ ਘਾਹ ਦੇ ਨਾਲ ਬਣਾਇਆ ਗਿਆ। ਹੁਣ ਜਦੋਂ ਕਿਸੇ ਦੀ ਅੱਗੇ ਐਨਸੈਸਟਰੀ ਜਾਣੀ ਹੁੰਦੀ ਆ ਨਾ, ਜਾਂ ਸਾਡੇ ਜਿਹੜੇ ਪੂਰਵਜ ਹੁੰਦੇ ਆ, ਉਹ ਕਿੱਥੋਂ ਪਤਾ ਲੱਗਦਾ? ਉਹ ਲੱਗਦਾ ਤੁਹਾਡੇ DNA ਤੋਂ ਪਤਾ। ਔਰ DNA ਜਿਹੜਾ ਆ ਉਹ ਬਕਾਇਦਾ
ਕੰਡੈਂਸਡ ਫਾਰਮ ਚ ਹੁੰਦਾ ਆ ਇਨ ਕ੍ਰੋਮੋਸੋਮਸ ਦੇ ਵਿੱਚ ਹੀ DNA ਹੁੰਦਾ ਆ। ਔਰ ਕ੍ਰੋਮੋਸੋਮ ਜਿਹੜੇ ਆ ਉਹ 46 ਨੰਬਰ 23 ਦੇ ਪੇਅਰ ਦੇ ਵਿੱਚ ਹੁੰਦੇ ਆ, ਮੇਲ ਐਂਡ ਫੀਮੇਲ ਦੇ। ਇਹ ਸਾਇੰਟਿਫਿਕ ਜੀ ਗੱਲ ਆ ਜੀ। ਔਰ ਬਕਾਇਦਾ ਮੇਰੀ ਸਿਸਟਰ ਉਹ PhD ਆ ਇਹਦੇ ਉੱਤੇ, ਉਹਦੇ ਕੋਲੋਂ ਮੈਂ ਅੱਜ ਬਕਾਇਦਾ ਪੁੱਛ ਕੇ ਆਈ ਹਾਂ ਕਿ ਕੋਈ ਗੜਬੜ ਤਾਂ ਨਹੀਂ ਜੀ। ਤੋ ਉਹ ਜਿਹੜੇ ਮੇਲ ਐਂਡ ਫੀਮੇਲ ਦੇ ਹੁਣ ਜਿਹੜਾ ਕੁਛ ਹੈ ਉਹਦੇ ਨਾ ਤਾਂ ਉਹ ਰਾਮ ਦੀ ਅੰਸ਼ ਹੈ ਤੇ ਨਾ ਉਹ ਸੀਤਾ ਦੀ ਗਰਭ ਚੋਂ ਜਨਮ ਲੈਂਦਾ ਆ। ਸੋ ਬੇਸਿਕਲੀ ਨਾ ਦੋਨਾਂ ਦੇ ਹੀ ਕ੍ਰੋਮੋਸੋਮ ਉਹਦੇ ਵਿੱਚ ਨਹੀਂ ਹੈ, ਉਹ ਤਾਂ ਘਾਹ ਤੋਂ ਪੈਦਾ ਹੁੰਦਾ ਆ। ਹੁਣ ਜਦੋਂ ਉਹਦੇ ਵਿੱਚ ਕ੍ਰੋਮੋਸੋਮ ਨਹੀਂ ਹੈ ਦਾ ਮਤਲਬ ਆ ਕਿ DNA ਫਿਰ ਰਾਮ ਵਾਲਾ ਉਹਦੇ ਚ ਨਹੀਂ ਹੈ। ਸੋ ਕੁਛ ਦਾ ਜਿਹੜਾ ਰਿਲੇਸ਼ਨ ਆ ਉਹ ਰਾਮ ਦੇ ਨਾਲ ਨਹੀਂ ਹੈ, ਇੱਕ ਗੱਲ। ਤੇ ਜੇ ਕੁਛ ਦਾ ਰਾਮ ਦੇ ਨਾਲ ਰਿਲੇਸ਼ਨ ਹੀ ਨਹੀਂ ਹੈ ਤੇ ਚਲੋ ਜੇ ਆਪਾਂ ਕੁਛ ਤੱਕ ਚੱਲ ਵੀ ਜਾਈਏ, ਵੈਸੇ ਆਪਾਂ ਪਹਿਲਾਂ ਸਿੱਧ ਕਰ ਦਿੱਤਾ ਕਿ ਗੁਰੂ ਨਾਨਕ ਦਾ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ, ਪਰ ਜੇ ਆਪਾਂ ਚਲੇ ਵੀ ਜਾਈਏ ਤਦ ਵੀ ਗਿਆਨੀ ਇਕਬਾਲ ਸਿੰਘ ਉਹਨਾਂ ਨੂੰ ਹੁਣ ਇਹ ਦੱਸਣਾ ਪਊਗਾ ਕਿ ਫਿਰ ਰਾਮ ਉਹਨਾਂ ਦੇ ਪੂਰਵਜ ਕਿੱਦਾਂ ਹੋ ਗਏ ਆ, ਕਿਉਂਕਿ ਰਾਮ ਦਾ ਬੇਟਾ ਜਿਹਨੂੰ ਉਹ ਕੁਛ ਦੱਸ ਰਿਹਾ ਉਹ ਉਹਨਾਂ ਦਾ ਬੇਟਾ ਹੈ ਨਹੀਂ। ਫਿਰ ਉਹ ਕਿਵੇਂ ਉਹਨਾਂ ਨੂੰ ਇਸ ਦਾ ਸਾਇੰਟਿਫਿਕ ਆਨਸਰ ਉਹ ਕੀ ਦੇਣਗੇ ਜੀ। ਅੱਗੇ ਆ ਜਾਈਏ ਆਪਾਂ ਲੌਜੀਕਲ ਦੇ ਉੱਤੇ। ਹੁਣ ਜਿਹੜਾ ਲੌਜਿਕ ਹੈ ਉਹ ਹੈ ਵਾਲਮੀਕੀ ਰਾਮਾਇਣ ਜਿਹੜੀ ਹੈ ਨਾ ਉਹ ਸਭ ਤੋਂ ਆਥੈਂਟਿਕ ਸੋਰਸ ਮੰਨਿਆ ਜਾ ਸਕਦਾ ਕਿਉਂਕਿ ਸਭ ਤੋਂ ਪੁਰਾਣੀ ਉਹੀ ਹੈ। ਉਹਦੇ ਚ 7 ਕਾਂਡ ਨੇ, 6 ਕਾਂਡ, ਜਿਹੜਾ 6ਵਾਂ ਕਾਂਡ ਹੈ ਉਹਦੇ ਚ ਕੁੱਲ 18 ਸ਼ਲੋਕ ਹੈ ਜਿਹੜੇ ਬਾਰ-ਬਾਰ ਇਹ ਦੱਸਦੇ ਆ ਕਿ ਇੱਥੇ ਰਾਮਾਇਣ ਇਸ ਕਰਕੇ ਲਿਖੀ ਗਈ, ਇਹ ਇਵੇਂ ਲਿਖੀ ਗਈ, ਮਤਲਬ ਉਹ ਆਪਣੇ ਆਪ ਦੇ ਵਿੱਚ ਉਹਨੂੰ ਅੰਤ ਕਰਦੇ ਆ ਉੱਥੇ ਜੀ 6ਵੇਂ ਕਾਂਡ ਦੇ ਵਿੱਚ ਹੀ। ਉਸ ਤੋਂ ਬਾਅਦ ਜਿਹੜਾ 7ਵਾਂ ਕਾਂਡ ਹੈ ਉੱਤਰ ਕਾਂਡ ਉਹ ਸ਼ੁਰੂ ਹੋ ਜਾਂਦਾ ਆ। ਉਹਦੇ ਵਿੱਚ ਹੀ ਲਵ ਕੁਸ਼ ਦੇ ਜਨਮ ਦੀ ਗੱਲ ਵੀ ਆਉਂਦੀ ਆ, ਉਹਦੇ ਵਿੱਚ ਹੀ ਸ਼ੰਭੁਕ ਦਾ ਕਤਲ ਵੀ ਹੁੰਦਾ ਆ, ਉਹਦੇ ਵਿੱਚ ਹੀ ਜਿਹੜੀ ਸੀਤਾ ਦਾ ਪਰਿਤਿਆਗ ਵੀ ਹੁੰਦਾ ਆ, ਉਹ ਸਾਰੇ ਉਹਦੇ ਵਿੱਚ ਆਉਂਦੇ 7ਵੇਂ ਕਾਂਡ ਦੇ ਵਿੱਚ, ਜੋ ਕਿ ਹਿੰਦੂ ਸਕਾਲਰ ਹੀ ਮੰਨਦੇ ਨੇ ਕਿ ਉਹ ਰਲਾ ਆ। ਅੱਛਾ, ਉਹ ਇਹ ਕਹਿੰਦੇ ਕਿ ਇਹ ਚੀਜ਼ ਰਲਾਈ। ਹਾਂਜੀ, ਉਹ ਕਹਿੰਦੇ ਨੇ ਕਿ ਵਾਲਮੀਕੀ ਦੀ ਰਾਮਾਇਣ ਦੇ ਵਿੱਚ ਰਲਾ ਪਿਆ ਹੋਇਆ ਹੈ। ਸੋ ਅਗਰ ਉਹ ਇਹ ਮੰਨਦੇ ਆ ਤੇ ਇਹਦਾ ਮਤਲਬ ਹੈ ਕਿ ਲਵ ਕੁਸ਼ ਕਦੀ ਹੋਇਆ ਹੀ ਨਹੀਂ। ਅੱਛਾ ਜੀ ਜੀ। ਜੇ ਉਹ ਮਤਲਬ ਦੋ ਪੱਖ ਆ ਗਏ ਉਹਨਾਂ ਦੇ ਵੀ ਕਿ ਕੁਝ ਮੰਨਦੇ ਆ, ਕਿਉਂਕਿ ਆਪਾਂ ਦੇਖਿਆ ਕਿ ਜਿਹੜੀ ਆ ਸ਼ੰਭੂਕ ਵਾਲੀ ਹੈਗੀ ਆ ਨਾ, ਕਾਫੀ ਸਾਰੇ ਜਿਹੜੇ ਹੈਗੇ ਸਾਡੇ ਸਕਾਲਰਸ ਉਹ ਕਹਿੰਦੇ ਜੀ ਨਹੀਂ ਇਹ ਰਲਗੱਡ ਹੋਈ ਆ। ਇਹ ਉਹੀ ਆਪ ਵੀ ਮੰਨਦੇ ਆ ਉਹ ਕਿ, ਔਰ ਵੈਸੇ ਗੱਲ ਮੰਨਣ ਚ ਵੀ ਆਉਂਦੀ ਆ ਕਿਉਂਕਿ ਜਦੋਂ ਤੁਸੀਂ ਰਾਮਚੰਦਰ ਨੂੰ ਮਰਿਆਦਾ ਪੁਰਸ਼ੋਤਮ ਕਹੋਗੇ ਤਾਂ ਫਿਰ ਮਰਿਆਦਾ ਪੁਰਸ਼ੋਤਮ ਕਿਸੇ ਨੂੰ ਸਿਰਫ ਇਸ ਕਰਕੇ ਨਹੀਂ ਮਾਰਨਗੇ ਕਿ ਉਹ ਦਲਿਤ ਸੀ ਔਰ ਉਹ ਆਪਣੇ ਪਾਠ ਪੂਜਾ ਕਰ ਰਿਹਾ ਸੀ। ਠੀਕ ਹੈ ਜੀ। ਤੋ ਇਸ ਕਰਕੇ ਇਹਦੇ ਵਿੱਚ ਤਾਂ ਇਹ ਗੱਲ ਆ ਗਈ ਕਿ, ਔਰ ਇਹ ਬਕਾਇਦਾ ਜਿਹੜੇ ਮੈਂ ਹਵਾਲੇ ਦੇ ਰਹੀ ਹਾਂ ਨਾ, ਇਹ ਗੀਤਾ ਪ੍ਰੈਸ ਗੋਰਖਪੁਰ ਤੋਂ ਤੁਸੀਂ ਵਾਲਮੀਕੀ ਰਾਮਾਇਣ ਲੈ ਲਓ, ਉਹਦੇ ਵਿੱਚ ਹੀ ਆ ਜੀ। ਹੁਣ ਇਹਦੇ ਚ 94 ਸਰਗ ਦੇ ਵਿੱਚ ਬਕਾਇਦਾ ਜਦੋਂ ਲਵ ਕੁਸ਼ ਨੂੰ ਪੁੱਛਿਆ ਜਾਂਦਾ ਆ ਕਿ ਕਿੰਨੀ ਆ ਇਹ ਰਾਮਾਇਣ, ਕੀ ਆ, ਕਿੰਨੇ ਲਿਖੀ ਆ, ਤੇ ਜਵਾਬ ਦਿੰਦੇ ਆ ਤੇ ਉਹ ਦੱਸਦੇ ਆ ਕਿ ਇਹਦੇ 500 ਸਰਗ ਲਿਖੇ ਗਏ ਆ। ਸਰਗ ਮੀਨਸ ਕਾਪੀਜ਼ ਆਪਾਂ ਨਹੀਂ, ਜਿਹੜੇ ਉਹਨਾਂ ਦੇ ਸ਼ਲੋਕਸ ਜਿਹੜੇ ਹੁੰਦੇ ਜਿੱਦਾਂ ਹੈ ਨਾ ਉਹ। ਤੇ ਜਦੋਂ ਤੁਸੀਂ ਆਪਣੇ ਕਾਊਂਟ ਕਰੋਗੇ ਸਾਰੇ ਤੇ ਉਹ 645 ਤੇ ਵਾਲਮੀਕੀ ਰਾਮਾਇਣ ਦੇ ਵਿੱਚ ਹੀ ਆ। ਸੋ 500 ਤੋਂ 145 ਦੇ ਵਿੱਚ ਤਾਂ ਐਡੀਸ਼ਨ ਉੱਥੇ ਹੀ ਆ ਜਾਂਦੀ ਹੈ ਜੀ। ਠੀਕ ਹੈ ਜੀ। ਔਰ ਹੁਣ ਇੱਥੋਂ ਹੀ ਇਹ ਆਪਣੇ ਆਪ 'ਚ ਹੀ ਬੜੀ ਦੁਵਿਧਾ ਵਾਲੀ ਗੱਲ ਹੈ। ਸੋ ਪਹਿਲਾਂ ਤੇ ਹਿੰਦੂ ਜਿਹੜੇ ਮੇਰੇ ਭੈਣ ਭਰਾ ਸਕਾਲਰਸ ਨੇ ਉਹ ਇਸ ਗੱਲ ਦਾ ਨਿਪਟਾਰਾ ਕਰਨ ਕਿ ਲਵ ਕੁਸ਼ ਵਾਕਈ ਰਾਮ ਦੀ ਸੰਤਾਨ ਸੀ। ਲਵ ਕੁਸ਼ ਜਿਹੜੇ ਵਾਲਮੀਕੀ ਚ ਆਉਂਦੇ ਰਾਮਾਇਣ ਦੇ ਵਿੱਚ ਆਉਂਦੇ ਨੇ ਉਹ ਵਾਕਈ ਹੀ 7ਵਾਂ ਕਾਂਡ ਜਿਹੜਾ ਹੈ ਉਹ ਵਾਲਮੀਕੀ ਨੇ ਲਿਖਿਆ ਹੈ ਕਿ ਨਹੀਂ ਲਿਖਿਆ, ਉਸ ਤੋਂ ਅਗਲੀ ਗੱਲ ਬਾਅਦ ਚ ਚੱਲੂਗੀ। ਬਿਲਕੁਲ, ਮਤਲਬ ਇਹ ਆਪਾਂ ਉਹਨਾਂ ਤੇ ਗੱਲ ਛੱਡ ਦਿੰਦੇ ਆ ਕਿ ਜਰੂਰ ਉਹ ਵੀ ਪ੍ਰੋਗਰਾਮ ਦੇਖ ਰਹੇ ਹੋਣਗੇ ਤੇ ਜਰੂਰ ਤੁਸੀਂ ਵੀ ਇਹਦੇ ਬਾਰੇ ਜਿਹੜਾ ਦੱਸੋ ਤੇ ਬਿਲਕੁਲ ਇਹ ਉਹਨਾਂ ਦਾ ਆਪਣਾ ਇੱਕ ਖੋਜ ਦਾ ਵਿਸ਼ਾ ਹੈ ਨਾ। ਇਹ ਤਾਂ ਗੱਲਾਂ ਹੋ ਗਈਆਂ ਜਿਹੜੀਆਂ ਆਪਾਂ ਗੱਲ ਕੀਤੀ ਹੈ, ਸਾਇੰਟਿਫਿਕ ਵੀ ਹੋ ਗਈ ਔਰ ਲੌਜੀਕਲ ਦਾ ਇੱਕ ਸੋਰਸ ਹੋ ਗਿਆ ਕਿ ਜਿਹੜੀ ਵਾਲਮੀਕੀ ਰਾਮਾਇਣ ਆ ਉਹਦੇ ਵਿੱਚ ਆਪ ਰਲੇ ਨੇ। ਉਸ ਤੋਂ ਅੱਗੇ ਆਪਾਂ ਆ ਜਾਈਏ ਹੁਣ ਕਿ ਹੋਰ ਲੌਜਿਕ ਕੀ ਕਹਿੰਦਾ ਆ। ਹੁਣ ਜਦੋਂ ਆਪਾਂ ਗੱਲ ਕਰਾਂਗੇ ਨਾ ਬ੍ਰਹਮਾ ਤੋਂ ਗੱਲ ਸ਼ੁਰੂ ਹੁੰਦੀ ਆ ਤੇ ਵਾਕਈ ਜੇ ਆਪਾਂ ਇਹਨੂੰ ਇਸ ਤਰੀਕੇ ਨਾਲ ਹੀ ਲੈਣਾ ਹੈ ਤੇ ਜੇ ਆਪਾਂ ਮਾਈਥੋਲੋਜੀਕਲ ਜਿਹੜੇ ਰੈਫਰੈਂਸਸ ਉਹਨਾਂ ਨੂੰ ਮੰਨਣਾ ਹੈ ਤੇ ਬ੍ਰਹਮਾ ਤੋਂ ਚੰਦਰਵੰਸ਼ੀ ਵੀ ਹੈ ਔਰ ਸੂਰਯਵੰਸ਼ੀ ਵੀ ਹੈ। ਸੂਰਯਵੰਸ਼ੀ ਕੁਲ ਦੇ ਵਿੱਚ ਜਿਹੜੇ ਦਸ਼ਰਥ ਨੇ ਉਹ ਸੂਰਯਵੰਸ਼ੀ ਆ ਔਰ ਜਿਹੜੀ ਕੌਸ਼ਲਿਆ ਹੈ ਉਹ ਚੰਦਰਵੰਸ਼ੀ ਆ ਔਰ ਉਹਨਾਂ ਦਾ ਵਿਆਹ ਹੁੰਦਾ, ਉਹਦੇ ਵਿੱਚੋਂ ਫਿਰ ਜਿਹੜਾ ਆ ਉਹ ਰਾਮਚੰਦਰ ਦਾ ਅਵਤਾਰ ਹੁੰਦਾ ਆ। ਤੇ ਪਹਿਲਾਂ ਰਘੂ ਦਾ ਹੁੰਦਾ ਜਿੱਥੋਂ ਰਘੂਵੰਸ਼ ਚੱਲਦਾ, ਰਘੂਵੰਸ਼ ਦੇ ਵਿੱਚ ਅੱਗੇ ਜਿਹੜੇ ਹੈ ਉਹ ਰਾਮ ਆਉਂਦੇ ਆ ਔਰ ਉਸ ਤੋਂ ਬਾਅਦ ਯਾਦੂਵੰਸ਼ੀ ਵੀ ਹੈਗੇ ਆ ਜਿਨ੍ਹਾਂ ਦੇ ਵਿੱਚ ਕ੍ਰਿਸ਼ਨ ਬਣਦੇ ਆ ਜੀ। ਹੁਣ ਗੱਲ ਇੱਥੇ ਸਮਝਣ ਵਾਲੀ ਮੈਂ ਜਿਹੜੇ ਗੱਲ ਕਰ ਰਹੀ ਹਾਂ, ਜੋ ਨੁਕਤਾ ਉਹ ਇਹ ਹੈ ਕਿ ਆਏ ਬ੍ਰਹਮਾ ਤੋਂ ਹੀ ਹੈ ਪਰ ਇੱਕ ਸੂਰਯਵੰਸ਼ੀ ਹੋ ਗਏ, ਇੱਕ ਚੰਦਰਵੰਸ਼ੀ ਹੋ ਗਏ। ਸੂਰਯਵੰਸ਼ੀ ਚੰਦਰਵੰਸ਼ੀ ਆਪਣੇ ਆਪ ਨੂੰ ਨਹੀਂ ਕਹਿ ਰਹੇ, ਚੰਦਰਵੰਸ਼ੀ ਆਪਣੇ ਆਪ ਨੂੰ ਸੂਰਯਵੰਸ਼ੀ ਨਹੀਂ ਕਹਿ ਰਹੇ, ਮਤਲਬ ਉਹਨਾਂ ਦੀ ਅੱਗੇ ਲਾਈਨ ਨਹੀਂ ਚੱਲੀ। ਹਾਂਜੀ, ਉਹ ਅੱਗੋਂ ਅੱਛਾ ਫਿਰ ਸੂਰਯਵੰਸ਼ ਦੇ ਵਿੱਚੋਂ ਹੀ ਰਘੂਕੁਲ
ਬਣਦਾ ਆ ਔਰ ਉਹ ਰਘੁਵੰਸ਼ੀ ਹੋ ਜਾਂਦੇ। ਇਹਨੂੰ ਇੱਕ ਲਾਈਨ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਿਓ ਕਿ ਸੂਰਯਵੰਸ਼ ਦੇ ਵਿੱਚ ਰਘੁਕੁਲ ਦਾ ਉਤਪਨ ਹੁੰਦਾ, ਉੱਥੋਂ ਰਘੁਵੰਸ਼ ਚੱਲਦਾ ਆ। ਤੇ ਗੱਲ ਇਹ ਬਣਦੀ ਆ ਰਘੁਕੁਲ ਰੀਤ ਸਦਾ ਚਲੀ ਆਈ। ਜੀ ਸੂਰਯਵੰਸ਼ ਰੀਤ ਸਦਾ ਚਲੀ ਆਈ ਨਹੀਂ ਗੱਲ ਬਣਦੀ। ਕਿਉਂ ਨਹੀਂ ਬਣਦੀ? ਕਿਉਂਕਿ ਲਾਈਨੇਜ ਉਹਨਾਂ ਦੀ ਐਂਸੈਸਟਰੀ ਤਾਂ ਉਹਨਾਂ ਦੀ ਸੂਰਯਵੰਸ਼ੀ ਸੀਗੀ। ਜੀ ਜੀ ਹੁਣ ਇਹਦਾ ਕਾਰਨ ਕੀ ਆ? ਕਾਰਨ ਇਹ ਆ ਕਿ ਜਿਹੜੀ ਆ ਸਾਰੀ ਆਈਡੀਓਲੋਜੀ ਦਾ ਡਿਫਰੈਂਸ ਆ। ਉਸ ਤੋਂ ਬਾਅਦ ਯਾਦੂਵੰਸ਼ੀ ਵੀ ਹੈਗੇ ਆ। ਹੁਣ ਯਾਦੂਵੰਸ਼ੀ ਵਿੱਚ ਜਿਹੜਾ ਜਦੋਂ ਕ੍ਰਿਸ਼ਨ ਅਵਤਾਰ ਹੁੰਦਾ ਆ ਤਾਂ ਉਦੋਂ ਚੰਦਰ ਦੇ ਨਾਲ ਨਹੀਂ ਜੋੜ ਕੇ ਵੇਖਿਆ ਜਾਂਦਾ, ਚੰਦਰਵੰਸ਼ੀ ਦੀ ਗੱਲ ਨਹੀਂ ਆਉਂਦੀ। ਪ੍ਰੋਬਲਮ ਕੀ ਆ, ਜਾਂ ਆਪਾਂ ਇਹ ਕਹਿ ਲਈਏ ਕਿ ਇਹਦਾ ਕਾਰਨ ਕੀ ਆ ਕਿ ਰਘੁਵੰਸ਼ ਸੂਰਯਵੰਸ਼ ਚੋਂ ਹੀ ਨਿਕਲਦਾ ਆ ਪਰ ਉਹ ਅਲੱਗ ਹੋ ਜਾਂਦਾ ਆ। ਉਹਦਾ ਕਾਰਨ ਕੀ ਆ? ਕਾਰਨ ਹੈ ਆਈਡੀਓਲੋਜੀਜ਼। ਜਦੋਂ ਜਿਸ ਚੀਜ਼ ਦੀ ਲੋੜ ਪਈ ਉਹ ਉਸ ਤਰੀਕੇ ਨਾਲ ਆਏ ਔਰ ਆਪਣਾ ਕੰਮ ਕੀਤਾ, ਆਪਣੀ ਇੱਕ ਆਈਡੀਓਲੋਜੀ ਦੇ ਦਿੱਤੀ। ਇਹ ਗੱਲ ਖੈਰ ਅੰਕਲ ਨੇ ਬੜੇ ਤਰੀਕੇ ਨਾਲ ਸਮਝਾ ਦਿੱਤੀ ਕਿ ਜਦੋਂ ਸਿੱਖਾਂ ਦੀ ਅੱਗੇ ਰੀਤ ਚੱਲਦੀ ਆ ਤਾਂ ਉਹਨਾਂ ਨੇ ਬਕਾਇਦਾ ਜਿਹੜੇ ਕੇਸਾਧਾਰੀ ਇੱਕ ਪੰਥ ਚਲਾ ਦਿੱਤਾ ਤੇ ਇੱਕ ਨਵੀਂ ਆਈਡੀਓਲੋਜੀ ਆ। ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਦੇਖਣੀਆਂ ਜ਼ਰੂਰ ਆ, ਸਮਝਣੀਆਂ ਜ਼ਰੂਰ ਆ, ਪਰ ਸਾਨੂੰ ਮੰਨਣੀ ਆਪਣੇ ਗੁਰੂ ਦੀ ਆ। ਬਿਲਕੁਲ। ਹੁਣ ਜਦੋਂ ਅਸੀਂ ਗੁਰੂ ਨੂੰ ਪੁੱਛਾਂਗੇ ਕਿ ਗੁਰੂ ਮਹਾਰਾਜ ਨੇ ਜਿਹੜੀ ਆਈਡੀਓਲੋਜੀ ਸਥਾਪਿਤ ਕੀਤੀ ਆ, ਉਹ ਆਈਡੀਓਲੋਜੀ ਹੈ ਕੀ ਆ? ਹੁਣ ਜਾਂ ਤਾਂ ਜਦੋਂ ਆਪਾਂ ਇਸੇ ਲਾਈਨ ਦੇ ਵਿੱਚ ਆਉਨੇ ਆ ਤੇ ਜਾਂ ਤਾਂ ਫਿਰ ਜੇ ਤਾਂ ਉਹਨਾਂ ਨੇ ਵਾਕਈ ਐਂਸੈਸਟਰੀ ਵੱਲ ਹੀ ਜਾਣਾ ਆ ਤੇ ਜਿਹੜੇ ਆਪਣੇ ਗਿਆਨੀ ਇਕਬਾਲ ਸਿੰਘ ਹੋਣੀ ਹੈਗੇ ਆ ਜੀ, ਫਿਰ ਉਹਨਾਂ ਨੂੰ ਬਕਾਇਦਾ ਮੈਂ ਇੱਥੇ ਤੁਹਾਨੂੰ ਇਹਦੇ ਚੋਂ ਹੀ ਦੱਸੂਗੀ। ਇਹ ਕੀ ਹੈ ਜੀ? ਇਹ ਦਸਮ ਗ੍ਰੰਥ ਦੀ ਸਟੀਕ ਹੈ? ਇਹ ਦਸਮ ਗ੍ਰੰਥ ਦੀ ਸਟੀਕ ਹੈ ਜੀ, ਬਿਲਕੁਲ। ਇਹ ਦਸਮ ਗ੍ਰੰਥ ਹੈ ਔਰ ਰਤਨ ਸਿੰਘ ਜੱਗੀ ਹੋਣਾ ਦਾ, ਡਾਕਟਰ ਗੁਰਸ਼ਰਨ ਕੌਰ ਜੱਗੀ, ਇਹਨਾਂ ਨੇ ਬਕਾਇਦਾ ਲਿਖੀ ਹੈ ਜੀ ਇਹਦਾ। ਉਹਦੇ ਵਿੱਚੋਂ ਹੀ ਕਿਉਂਕਿ ਉਹਨਾਂ ਨੇ ਦਸਮ ਗ੍ਰੰਥ ਦੀ ਗੱਲ ਕੀਤੀ ਸੀ ਤੇ ਇਸ ਕਰਕੇ ਹੁਣ ਜੇ ਉਹ ਇਸ ਤਰ੍ਹਾਂ ਐਂਸੈਸਟਰੀ ਤੱਕ ਜਾਣਗੇ ਨਾ ਤਾਂ ਫਿਰ ਇਹ ਦੇਖਣਾ ਪਊਗਾ ਜਾਂ ਤਾਂ ਆਪਾਂ ਜਾਈਏ ਬ੍ਰਹਮ ਤੱਕ ਜੀ ਜੀ, ਜਿੱਥੋਂ ਸ਼ੁਰੂ ਹੁੰਦਾ ਸਾਰਾ ਕੁਝ। ਮਤਲਬ ਐ ਵਿੱਚ ਵਿਚਾਲੇ ਜੇ ਜਾ ਕੇ ਨਹੀਂ ਛੱਡ ਸਕਦੇ। ਹਾਂ, ਜਾਂ ਤਾਂ ਆਪਾਂ ਵਿੱਚ ਵਿਚਾਲੇ ਨਾ ਜਾਈਏ ਤੇ ਜੇ ਆਪਾਂ ਵਿੱਚ ਵਿਚਾਲੇ ਹੀ ਜਾਣਾ ਆ ਫਿਰ ਆਪਾਂ ਇੱਥੇ ਮੈਂ ਇਹਦੇ ਵਿੱਚੋਂ ਟ੍ਰਾਂਸਲੇਸ਼ਨ ਹੀ ਪੜੂੰਗੀ ਕਿਉਂਕਿ ਅੱਖਰ ਬੜੇ ਜ਼ਰੂਰ ਮੁਸ਼ਕਲ ਨੇ। ਜੀ ਜੀ ਜੀ। ਉਸਨੇ ਮਤਲਬ ਪਰਮਾਤਮਾ ਨੇ ਪਰਮਾਤਮਾ ਦੇ ਵਿੱਚੋਂ ਜਦੋਂ ਫਿਰ ਅੱਗੇ ਬ੍ਰਹਮ ਪੈਦਾ ਹੋਇਆ, ਬ੍ਰਹਮਾ ਤੋਂ ਅੱਗੇ ਫਿਰ ਸਾਰਾ ਕੁਝ ਕਰਦੇ ਜੋ ਮਾਈਥੋਲੋਜੀਕਲੀ ਜੋ ਇਹਦੇ ਵਿੱਚ ਰੈਫਰੈਂਸ ਹੈ। ਕਾਲਸੇਨ ਨਾਮ ਦਾ ਰਾਜਾ ਹੋਇਆ, ਕਾਲ ਕੇਤੂ ਨਾਮ ਦਾ ਰਾਜਾ ਹੋਇਆ, ਉਹਨਾਂ ਦੀ ਆਪਣੀਆਂ ਬੰਸ ਚੱਲੀ। ਉਸ ਤੋਂ ਬਾਅਦ ਜਿਹੜੇ ਕਾਲ ਧੁਜ ਚੌਥਾ ਰਾਜਾ ਸੁਜੋਭਿਤ ਹੋਇਆ ਜਿਸ ਤੋਂ ਜਗਤ ਦਾ ਸਭ ਕੁਝ ਹੋਂਦ ਵਿੱਚ ਆਇਆ। ਠੀਕ ਹੈ ਜੀ। ਹੁਣ ਇੱਥੇ ਗੱਲ ਧਿਆਨ ਨਾਲ ਮੇਰੀ ਸੁਣਿਓ। ਜਿਸ ਦੇ ਸਰੀਰ ਉੱਪਰ ਹਜ਼ਾਰਾਂ ਅੱਖਾਂ ਸ਼ੋਭਾ ਦਿੰਦੀਆਂ ਨੇ, ਜਿਸ ਦੇ ਸਰੀਰ ਉੱਤੇ ਹਜ਼ਾਰਾਂ ਪੈਰ ਮੌਜੂਦ ਹਨ, ਜੋ ਸ਼ੇਸ਼ ਨਾਗ ਦੀ ਸੇਜ ਉੱਤੇ ਸੁੱਤਾ ਹੈ, ਉਸ ਨੂੰ ਜਗਤ ਸੇਖ ਸਾਈ ਕਹਿੰਦਾ ਹੈ। ਹੁਣ ਇਹਦੇ ਵਿੱਚ ਜੋ ਮੈਂ ਗੱਲ ਕਹਿਣ ਲੱਗੀ ਆ, ਉਸਨੇ ਇੱਕ ਕੰਨ ਤੋਂ ਮੈਲ ਕੱਢੀ, ਉਸ ਤੋਂ ਮਧੂ ਅਤੇ ਕੈਟਬ ਨੇ ਸਰੀਰ ਧਾਰਨ ਕੀਤਾ, ਜਿਨ੍ਹਾਂ ਦੀ ਬਾਅਦ ਚ ਯੁੱਧ ਹੁੰਦਾ ਤੇ ਮੇਦ ਨਹੀਂ ਬਣਦੀ ਆ। ਠੀਕ ਹੈ ਜੀ। ਉਸਨੇ ਦੂਜੇ ਕੰਨ ਵਿੱਚੋਂ ਮੈਲ ਕੱਢੀ, ਉਸ ਤੋਂ ਇਹ ਸਾਰੀ ਸ੍ਰਿਸ਼ਟ ਬਣੀ। ਇਹ ਗੱਲ ਆਉਂਦੀ ਆ। ਹੁਣ ਜੇ ਤਾਂ ਤੁਸੀਂ ਇਹ ਦਸਮ ਗ੍ਰੰਥ ਦੇ ਅਕੋਰਡਿੰਗ ਆਪਣੀ ਐਂਸੈਸਟਰੀ ਦੇਖਣੀ ਆ ਤੇ ਫਿਰ ਐਂਸੈਸਟਰੀ ਤੁਹਾਡੀ ਬਣਦੀ ਆ ਕੰਨ ਦੀ ਮੈਲ, ਕਿਉਂਕਿ ਉੱਥੋਂ ਸ਼ੁਰੂ ਹੁੰਦਾ ਸਾਰਾ ਕੁਝ ਜੀ ਇਹਨਾਂ ਦੇ ਅਕੋਰਡਿੰਗ ਹੀ। ਤੇ ਫਿਰ ਜਾਂ ਤਾਂ ਹੁਣ ਤੁਸੀਂ ਗਿਆਨੀ ਜੀ ਇਹ ਕਹਿਣ ਕਿ ਜਿਹੜੇ ਮੇਰੇ ਵੰਸ਼ਜ ਆ ਉਹ ਕੰਨ ਦੀ ਮੈਲ ਹੈ ਨਾ, ਮੈਂ ਕੰਨ ਦੀ ਮੈਲ ਨੂੰ ਆਪਣੇ ਐਂਸੈਸਟਰ ਮੰਨਦਾ ਹਾਂ, ਕਿਉਂਕਿ ਇਹ ਸਾਡੀ ਮਰਜ਼ੀ ਨਹੀਂ ਹੈਗੀ ਕਿ ਆਪਾਂ ਸਿਲੈਕਟ ਕਰ ਲਈਏ ਕਿ ਜਿਹੜਾ ਨਾਮ ਸਾਨੂੰ ਵਧੀਆ ਜਿਹਾ ਲੱਗਦਾ ਹੈ ਜਾਂ ਜਿੱਥੋਂ ਸਾਨੂੰ ਕੁਝ ਅੱਗੇ ਮਿਲਣ ਦਾ ਚਾਹ ਹੋਵੇ ਤੇ ਆਪਾਂ ਉਹਦਾ ਨਾਂ ਲੈ ਲਈਏ। ਇੰਜ ਨਹੀਂ ਹੁੰਦਾ। ਜਾਂ ਤੁਹਾਨੂੰ ਧੁਰ ਤੱਕ ਜਾਣਾ ਪਊਗਾ ਜਿੱਥੇ ਸਾਨੂੰ ਬਾਬੇ ਨਾਨਕ ਨੇ ਲੜ ਲਾਇਆ, ਉਹ ਹੈ ਪਾਰ ਬ੍ਰਹਮ ਜੀ। ਜਾਂ ਜੇ ਤੁਸੀਂ ਵਿੱਚੋਂ ਹੀ ਲੈਣਾ ਤੇ ਫਿਰ ਕੰਨ ਦੀ ਮੇਦਨੀ, ਕੰਨ ਦੀ ਜਿਹੜੀ ਮੈਲ ਆ, ਅਸੀਂ ਉਹਨੂੰ ਤੁਹਾਡਾ ਵੰਸ਼ ਜਿਹੜਾ ਜਿਹੜੇ ਤੁਹਾਡੀ ਐਂਸੈਸਟਰਸ ਮੰਨਾਂਗੇ। ਇਹ ਗੱਲ ਹੋ ਗਈ ਜੀ ਜੀ। ਹੁਣ ਆ ਜਾਈਏ ਆਪਾਂ ਦਸਮ ਗ੍ਰੰਥ ਤੱਕ। ਦਸਮ ਗ੍ਰੰਥ ਦੇ ਵਿੱਚ ਸਾਨੂੰ ਜਿਵੇਂ ਮੈਂ ਪਹਿਲਾਂ ਕਿਹਾ ਕਿ ਜਦੋਂ ਵੀ ਜਿਹੜਾ ਵੀ ਵੰਸ਼ ਚੱਲਿਆ ਉਹਦੀ ਆਪਣੀ ਇੱਕ ਆਈਡੀਓਲੋਜੀ ਰਹੀ। ਉਸਨੇ ਉਸ ਆਈਡੀਓਲੋਜੀ ਦੇ ਅੰਡਰ ਜਿਹੜਾ ਉਹ ਆਪਣਾ ਵੰਸ਼ ਚਲਾਇਆ ਔਰ ਬਕਾਇਦਾ ਦਸਮ ਗ੍ਰੰਥ ਦੇ ਵਿੱਚ ਹੀ ਇਹ ਲਿਖਿਆ ਆ ਜੀ ਕਿ ਕੌਣ ਆਇਆ ਔਰ ਕਿਵੇਂ ਚਲਾ ਗਿਆ ਔਰ ਆ ਕੇ ਉਹਨੇ ਕੀ ਕੀਤਾ। ਠੀਕ ਹੈ ਜੀ। ਹੁਣ ਜਦੋਂ ਤੁਸੀਂ ਆਈਡੀਓਲੋਜੀ ਸਮਝੋਗੇ ਤੇ ਤੁਹਾਨੂੰ ਆਈਡੀਓਲੋਜੀ ਸਮਝਣੀ ਪਊਗੀ ਕਿ ਜਿਹੜਾ ਕੇਸਾਧਾਰੀ ਜਿਹੜਾ ਉਹ ਪੰਥ ਚਲਾਇਆ ਸੀ ਉਹਦੀ ਆਈਡੀਓਲੋਜੀ ਕੀ ਆ। ਤਾਂ ਮੇਰਾ ਗੁਰੂ ਨਾਨਕ ਕਹਿੰਦਾ ਆ, ਉਸ ਤੋਂ ਪਹਿਲਾਂ ਇੱਕ ਛੋਟੀ ਜੀ ਗੱਲ
ਮੈਂ ਹੋਰ ਕਰੂੰਗੀ ਤੁਹਾਡੇ ਨਾਲ। ਜੀ ਜ਼ਰੂਰ। ਦਰਸ਼ਕਾਂ ਨੂੰ ਦੱਸ ਦੇ ਲਈ ਕਿ ਅਸੀਂ ਜਿਹੜੀ ਹੈਗੇ ਆ ਸਾਰੇ ਰੈਫਰੈਂਸਿਸ ਅਸੀਂ ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਖਾਸ ਕਰਕੇ ਨਾਲ ਆਪਣੇ ਲੈ ਕੇ ਆਇਓ, ਕਿਉਂਕਿ ਆਪਾਂ ਇਹ ਨਹੀਂ ਚਾਹੁੰਦੇ ਕਿ ਗੱਲਾਂ ਬਾਤਾਂ ਉੱਦਾਂ ਹੀ ਹੋ ਜਾਣ ਤੇ ਗੱਲ ਕਲੀਅਰ ਜਿਹੜੀ ਆ ਉਹ ਨਾ ਹੋ ਸਕੇ। ਤੇ ਇਹਦੇ ਕਰਕੇ ਜਿਹੜੇ ਰੈਫਰੈਂਸਿਸ ਨੇ ਉਹ ਵੀ ਅਸੀਂ ਇੱਥੇ ਲਿਆ ਕੇ ਟੇਬਲ ਦੇ ਉੱਤੇ ਰੱਖੇ ਹੋਏ ਨੇ, ਜਿੱਥੋਂ ਬੀਬੀ ਜੀ ਸਾਨੂੰ ਚਾਨਣਾ ਪਾ ਰਹੇ ਨੇ ਜੀ। ਹਾਂਜੀ, ਹੁਣ ਜਦੋਂ ਸੋਢੀ ਵੰਸ਼ ਚੱਲ ਪਿਆ, ਬੇਦੀ ਵੰਸ਼ ਚੱਲ ਪਿਆ, ਉਸ ਤੋਂ ਬਾਅਦ ਇਸੇ ਗ੍ਰੰਥ ਵਿੱਚ ਲਿਖਿਆ ਗਿਆ ਹੈ ਕਿ ਉਹਨਾਂ ਦੇ ਵਿੱਚ ਬਹੁਤ ਉਹ ਆਪਣੇ ਆਪ 'ਚ ਹੰਕਾਰ 'ਚ ਆ ਗਏ ਔਰ ਇੱਕ ਦੂਜੇ ਨੂੰ ਮਾਰਨਾ ਕੱਟਣਾ ਸ਼ੁਰੂ ਕਰਤਾ। ਜਿਨ੍ਹਾਂ ਦੀ ਅਨੇਕਾਂ ਸੰਤਾਨ ਸੀਗੀਆਂ ਉਹ ਕੁਝ ਕੁ ਪਿੰਡਾਂ ਤੱਕ ਸੀਮਤ ਹੋ ਕੇ ਰਹਿ ਗਏ। ਉਸ ਤੋਂ ਬਾਅਦ ਹੁਣ ਇਹ ਗੱਲ ਧਿਆਨ ਨਾਲ ਸੁਣਿਓ ਜੀ, ਪਹਿਲਾਂ ਮੈਂ ਹੂਬਹੂ ਲਾਈਨਸ ਪੜੂੰਗੀ, ਫਿਰ ਆਪਾਂ ਉਹਦੀ ਟ੍ਰਾਂਸਲੇਸ਼ਨ ਪੜ੍ਹ ਲਾਂਗੇ ਜੀ। ਤਿੰਨ ਇਹ ਕਲਮੇ ਧਰਮ ਚਲਾਇਓ, ਇਹ ਤੋਂ ਪਹਿਲਾਂ ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਉਹਨਾਂ ਬੇਦੀਆਂ ਵਿੱਚ ਜਿਹੜੇ ਆਪਣੇ ਆਪ ਨੂੰ ਮਾਰ ਕੱਟ ਕੇ ਗਵਾ ਚੁੱਕੇ ਸੀ, ਉਹਨਾਂ ਬੇਦੀਆਂ ਦੇ ਵਿੱਚੋਂ ਗੁਰੂ ਨਾਨਕ ਜਿਹੜੇ ਆ ਉਹ ਪ੍ਰਗਟਦੇ ਆ। ਉਸ ਤੋਂ ਬਾਅਦ ਸਭ ਸਿੱਖਣ ਕੋ ਸੁਖ ਦਏ ਜਹ ਤੈ ਭਏ ਸਹਾਏ, ਉਹਨਾਂ ਨੇ ਫਿਰ ਸਭ ਸਿੱਖਾਂ ਨੂੰ ਜਿਹੜਾ ਸੁੱਖ ਦਿੱਤਾ। ਹੁਣ ਨਾਲ ਹੀ ਇੱਕ ਅਗਲੀ ਗੱਲ ਜਿਹੜੀ ਆ ਜਾਂਦੀ ਆ, ਤਿੰਨ ਇਹ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਜੋ ਤਾਂ ਕੇ ਮਾਰਗ ਮਹਿ ਆਏ ਤੇ ਕਬਹੂ ਨਹਿ ਪਾਪ ਸਤਾਏ ਜੈ ਜੈ ਪੰਥ ਤਵਨ ਕੇ ਪਰੇ। ਹੁਣ ਇੱਥੇ ਗੁਰੂ ਨਾਨਕ ਦੇ ਪੰਥ ਦੀ ਗੱਲ ਕੀਤੀ ਆ ਕਿ ਜੋ ਜੋ ਤੇਰੇ ਪੰਥ ਵਿੱਚ ਆਊਗਾ, ਗੁਰੂ ਨਾਨਕ ਦੇ ਪੰਥ ਵਿੱਚ ਜੀ। ਮੈਂ ਇਹਦੀ ਟ੍ਰਾਂਸਲੇਸ਼ਨ ਪੜ੍ਹਦੀ ਹਾਂ। ਗੁਰੂ ਨਾਨਕ ਦੇਵ ਨੇ ਕਲਯੁਗ ਵਿੱਚ ਧਰਮ ਚੱਕਰ ਚਲਾਇਆ ਅਤੇ ਸਾਰੇ ਸਾਧੂ ਸਭਾ ਵਾਲਿਆਂ ਨੂੰ ਸਹੀ ਮਾਰਗ ਦੱਸਿਆ। ਜੋ ਲੋਕ ਉਹਨਾਂ ਦੇ ਦੱਸੇ ਧਰਮ ਮਾਰਗ ਵਿੱਚ ਆ ਗਏ ਉਹਨਾਂ ਨੂੰ ਫਿਰ ਪਾਪ ਨੇ ਕਦੇ ਪਰੇਸ਼ਾਨ ਨਹੀਂ ਕੀਤਾ। ਜੋ ਜੋ ਲੋਕ ਉਹਨਾਂ ਦੇ ਦੱਸੇ ਧਰਮ ਮਾਰਗ ਉੱਤੇ ਪੈ ਗਏ ਤਾਂ ਉਹਨਾਂ ਦੇ ਪਾਪਾਂ ਤੇ ਦੁੱਖਾਂ ਨੂੰ ਪਰਮਾਤਮਾ ਨੇ ਹਰ ਲਿਆ। ਹੁਣ ਇੱਥੇ ਗੱਲ ਬੜੀ ਕਲੀਅਰ ਹੋ ਜਾਂਦੀ ਆ ਕਿ ਵੱਖਰੇ ਪੰਥ ਦੀ ਗੱਲ ਜਿਹੜੀ ਇਹਦੇ ਗੁਰੂ ਨਾਨਕ ਨੇ ਵੱਖਰਾ ਪੰਥ ਚਲਾਤਾ, ਕਿਉਂਕਿ ਬੇਦੀਆਂ ਜਿਹੜੇ ਉਹ ਸੀਗੇ ਸੋਢੀ ਬੇਦੀ, ਸਾਰੇ ਆਪਣੇ ਆਪ 'ਚ ਗੱਲ ਕੱਟ ਰਹੇ ਸੀਗੇ ਇੱਕ ਦੂਜੇ ਨੂੰ, ਤੇ ਉਦੋਂ ਫਿਰ ਗੁਰੂ ਨਾਨਕ ਔਰ ਇਹ ਦਸਮ ਗ੍ਰੰਥ ਦੇ ਵਿੱਚੋਂ ਹੀ ਹਵਾਲਾ ਹੈ। ਉਸ ਤੋਂ ਬਾਅਦ ਹੁਣ ਆਪਾਂ ਗੁਰੂ ਨਾਨਕ ਨੂੰ ਪੁੱਛੀਏ ਕਿ ਜਿਹੜਾ ਤੁਸੀਂ ਪੰਥ ਚਲਾਇਆ ਉਸ ਪੰਥ ਦੀ ਆਈਡੀਓਲੋਜੀ ਕੀ ਆ, ਕਿਉਂਕਿ ਰਘੁਵੰਸ਼ ਦੀ ਆਪਣੀ ਆਈਡੀਓਲੋਜੀ ਆ, ਸੂਰਿਆਵੰਸ਼ ਦੀ ਆਪਣੀ ਆਈਡੀਓਲੋਜੀ ਆ, ਯਾਦੂਵੰਸ਼ ਦੀ ਆਪਣੀ ਆਈਡੀਓਲੋਜੀ ਆ, ਬਕਾਇਦਾ ਉਹਨਾਂ ਦੇ ਆਪਣੇ ਹੀਰੋ ਹੋਏ ਆ। ਤੇ ਗੁਰੂ ਨਾਨਕ ਜੀ ਤੁਹਾਡਾ ਜਿਹੜਾ ਤੁਸੀਂ ਪੰਥ ਚਲਾਇਆ, ਜਿਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੀ ਕਹਿ ਰਹੇ ਆ ਕਿ ਮੈਂ ਚਲਾਇਆ ਉਹਨਾਂ ਨੇ, ਉਹ ਕੀ ਆ, ਉਹਦੇ ਵਿੱਚ ਕੀ ਆ? ਹੁਣ ਗੁਰੂ ਨਾਨਕ ਕਹਿੰਦੇ ਨੇ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੇ ਸੰਗ ਸਾਥ ਵੱਡਿਆ ਸਿਆਖਿਆ ਰੀਸ। ਉਹ ਸਾਫ਼ ਦੱਸ ਦਿੰਦੇ ਨੇ ਕਿ ਮੇਰਾ ਜਿਹੜਾ ਇਹ ਨਵਾਂ ਧਰਮ ਹੈ ਉਹਦੇ ਵਿੱਚ ਮੈਂ ਆਪ ਨੀਚਾਂ ਦੇ ਜਿਹੜੀ ਨੀਚ ਜਾਤ ਆ ਉਹਨਾਂ ਦੇ ਨਾਲ ਮੇਰਾ ਰਿਲੇਸ਼ਨ ਆ, ਮੇਰਾ ਵੱਡਿਆਂ ਨਾਲ ਕੋਈ ਲੈਣ ਦੇਣ। ਇੱਕ ਸੈਕਿੰਡ ਮੈਨੂੰ ਦਿੰਦੇ ਨਾ ਜੀ ਜੀ ਜ਼ਰੂਰ। ਗੁਰੂ ਨਾਨਕ ਨੇ ਆਪ ਜਿਹੜਾ ਪੰਥ ਚਲਾਇਆ ਤਾਂ ਆਪਾਂ ਗੱਲ ਕਰ ਲਈ। ਇਹ ਜਦੋਂ ਭਾਈ ਲਹਿਣੇ ਨੂੰ ਗੁਰਗੱਦੀ ਦੇਣ ਲੱਗੇ ਆ, ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਪੁਰਖਾ ਪੰਥ ਪਾਰ ਬ੍ਰਹਮ ਕਾ ਕਰਨਾ, ਮਤਲਬ ਉਸ ਅਕਾਲ ਪੁਰਖਾ ਜੀ ਪੰਥ ਪਾਰ ਬ੍ਰਹਮ ਕਾ ਕਰਨਾ। ਔਰ ਗੁਰੂ ਗ੍ਰੰਥ ਸਾਹਿਬ 'ਚ ਪੰਥ ਦਾ ਪ੍ਰਕਾਸ਼ ਆ ਗਿਆ। ਲੈਣੇ ਪੰਥ ਧਰਮ ਕਾ ਕੀਆ ਅਮਰਦਾਸ ਭੱਲੇ ਕੋ ਦੀਆ। ਹੁਣ ਤੁਸੀਂ ਬਿਲਕੁਲ ਜੀ ਹੁਣ ਇਹ ਸਾਡੀ ਆਈਡੀਓਲੋਜੀ ਆ। ਹੁਣ ਜਦੋਂ ਤੇ ਆਪਾਂ ਕਰਾਂਗੇ ਗੱਲ ਰਘੁਵੰਸ਼ ਦੀ, ਜਿਹਦੇ ਵਿੱਚ ਲਵ ਕੁਸ਼ ਵੀ ਆਉਂਦੇ ਆ, ਜੇ ਆਪਾਂ ਮੰਨ ਲਈਏ ਕਿ ਆਉਂਦੇ ਆ ਤੇ ਲਵ ਕੁਸ਼ ਉਥੋਂ ਤੱਕ ਤਾਂ ਜਿਹੜਾ ਸ਼ੰਭੁਕ ਦਾ ਕਤਲ ਵੀ ਫਿਰ ਹੋ ਰਿਹਾ ਉਸੇ ਵਾਲਮੀਕੀ ਰਾਮਾਇਣ ਦੇ ਵਿੱਚ, ਠੀਕ ਹੈ ਨਾ। ਹੁਣ ਜੇ ਤੁਸੀਂ ਸ਼ੰਭੁਕ ਦੇ ਕਤਲ ਨੂੰ ਨਹੀਂ ਮੰਨੋਗੇ ਤੇ ਫਿਰ ਤੁਹਾਨੂੰ ਲਵ ਕੁਸ਼ ਦੇ ਉੱਤੇ ਵੀ ਕੁਐਸਚਨ ਲਾਉਣਾ ਪਊਗਾ। ਤੇ ਜੇ ਤੁਸੀਂ ਲਵ ਕੁਸ਼ ਦੇ ਜਨਮ ਨੂੰ ਮੰਨਦੇ ਆ ਆਥੈਂਟਿਕ, ਤੇ ਫਿਰ ਤੁਹਾਨੂੰ ਸ਼ੰਭੁਕ ਦਾ ਜਿਹੜਾ ਵਾਧਾ ਉਹ ਵੀ ਮੰਨਣਾ ਪਊਗਾ। ਹੁਣ ਰਘੁਵੰਸ਼ ਦੇ ਵਿੱਚ ਤਾਂ ਇੱਕ ਦਲਿਤ ਇਸ ਕਰਕੇ ਮਾਰਿਆ ਜਾ ਰਿਹਾ, ਕਿ ਜਿਹਨੂੰ ਨੀਚੀ ਜਾਤ ਕਹਿੰਦੇ ਆ, ਉਹ ਇਸ ਕਰਕੇ ਮਾਰਿਆ ਜਾ ਰਿਹਾ ਕਿਉਂਕਿ ਉਹ ਭਗਤੀ ਕਰ ਰਿਹਾ ਸੀ। ਤੇ ਗੁਰੂ ਨਾਨਕ ਨੇ ਜਿਹੜਾ ਪੰਥ ਚਲਾਇਆ ਉਹ ਕਹਿੰਦੇ ਕਿ ਮੇਰਾ ਸਿਰਫ ਜਿਹੜੇ ਨੀਚੀ ਜਾਤ ਆ ਨਾ ਉਹਨਾਂ ਦੇ ਨਾਲ ਹੀ ਲੈਣ ਦੇਣਾ, ਬਾਕੀ ਮੇਰਾ ਕਿਸੇ ਨਾਲ ਲੈਣ ਦੇਣ ਨਹੀਂ। ਅੱਗੇ ਗੁਰੂ ਨਾਨਕ ਕਹਿੰਦੇ ਨੇ ਜਨ ਨਾਨਕ ਤਿਸਕੇ ਚਰਨ ਪਖਾਲੇ ਜੋ ਹਰ ਜਨ ਨੀਚ ਜਾਤ ਸੇਵਕਾਨ। ਜਿਨ੍ਹਾਂ ਨੂੰ ਲੋਕ ਨੀਚੀ ਜਾਤ ਮੰਨਦੇ ਆ, ਮੈਂ ਉਹਨਾਂ ਦੇ ਹੀ ਚਰਨ ਪੈਣਾ ਆ, ਨਾਲ ਖੜਦਾ ਆ। ਅੱਗੇ ਹਾਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਈ ਦੇ। ਸਾਫ਼ ਕਹਿੰਦੇ ਨੇ ਆਈ ਐਮ ਲਾਰਡਸ ਮਿਨਿਸਟਰ ਆਫ ਲੋ ਸੋਸ਼ਲ ਸਟੇਟਸ ਅਦਰਸ ਕਾਲ ਦੈਮਸੈਲਵਸ ਆਫ ਹਾਈ ਕਾਸਟ। ਬਾਕੀ ਲੋਕ ਜਿਹੜੇ ਉਹ ਆਪਣੇ ਆਪ ਨੂੰ ਹਾਈ ਕਾਸਟ ਮੰਨਦੇ ਨੇ। ਇੱਥੇ ਮੇਰੀ ਗੱਲ ਜਿਹੜਾ ਧਿਆਨ ਨਾਲ ਸਮਝਿਓ, ਗੁਰੂ ਨਾਨਕ ਬੜਾ ਕਲੀਅਰ ਕਰਦੇ ਨੇ ਕਿ ਬਾਕੀ ਜਿਹੜੇ ਉਹ ਆਪਣੇ ਆਪ ਨੂੰ ਹਾਈ ਕਾਸਟ ਕਹਿੰਦੇ ਨੇ, ਮੈਂ ਆਪਣੇ ਜਿਹੜਾ ਮੇਰਾ ਜਿਹੜਾ ਪਾਰ ਬ੍ਰਹਮ ਆ, ਮੈਂ ਉਹਦੇ ਦਰ ਦਾ ਜਿਹੜਾ ਆ ਉਹ ਢਾਡੀ ਆ, ਹੈ ਨਾ, ਤੇ ਮੇਰੀ ਜਿਹੜੀ ਜਾਤ ਆ ਉਹ ਨੀਵੀਂ ਆ। ਹੁਣ ਜਾਂ ਤਾਂ ਤੁਸੀਂ ਜੇ ਰਘੁਵੰਸ਼ ਦੇ ਵਿੱਚੋਂ ਹੀ ਗੁਰੂ ਨਾਨਕ ਨੂੰ ਮੰਨਣਾ ਆ, ਫਿਰ ਤੁਸੀਂ ਇਹ ਮੰਨੋ ਕਿ ਰਾਮ ਜਿਹੜੇ ਆ ਉਹ ਨੀਚੀ ਜਾਤ ਦੇ ਸੀ,
ਤੇ ਜੇ ਤੁਸੀਂ ਇਹ ਨਹੀਂ ਮੰਨ ਸਕਦੇ ਤਾਂ ਫਿਰ ਤੁਸੀਂ ਇਹ ਮੰਨੋ ਕਿ ਗੁਰੂ ਨਾਨਕ ਵੱਖਰੇ ਸੀ, ਕਿਉਂਕਿ ਗੁਰੂ ਨਾਨਕ ਦਾ ਉੱਚੀ ਜਾਤ ਵਾਲਿਆਂ ਨਾਲ ਕੋਈ ਲੈਣ ਦੇਣ ਨਹੀਂ ਆ। ਗੁਰੂ ਨਾਨਕ ਆਪ ਕਹਿੰਦੇ ਆ, ਆਪਣੇ ਮੁਖੋਂ ਇਹ ਬਿਆਨ ਕਰਦੇ ਆ ਕਿ ਮੇਰਾ ਨੀਚੀ ਜਾਤ ਵਾਲਿਆਂ ਨਾਲ ਸੰਬੰਧ ਆ, ਉੱਚੀ ਜਾਤ ਵਾਲਿਆਂ ਨਾਲ ਮੇਰਾ ਕੋਈ ਲੈਣ ਦੇਣ ਨਹੀਂ। ਤਾਂ ਫਿਰ ਬ੍ਰਾਹਮਣ ਦੇ ਜਾਂ ਜੋ ਵੀ, ਜਦੋਂ ਵੀ ਆਪਾਂ ਰਘੁਵੰਸ਼, ਰਾਮਚੰਦਰ ਬੜੇ ਸਤਿਕਾਰਯੋਗ ਹੈ, ਬਹੁਤ ਸਾਰੇ ਸਾਡੇ ਹਿੰਦੂ ਭੈਣ ਭਰਾ ਮੰਨਦੇ ਆ, ਪਰ ਜਦੋਂ ਆਪਾਂ ਸਿਧਾਂਤ ਦੇ ਉੱਤੇ ਗੱਲ ਕਰਾਂਗੇ ਫਿਰ ਸਾਨੂੰ ਕੱਲੀ ਕੱਲੀ ਚੀਜ਼ ਨੂੰ ਤੋੜ ਕੇ ਡੀਕਨਸਟਰਕਟ ਕਰਕੇ ਪੜ੍ਹਨਾ ਪਊਗਾ। ਸੋ ਇਸੇ ਹੁਣ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਹੈ ਤਾਂ ਹੁਣ ਤੁਸੀਂ ਇਹ ਦੇਖੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ, ਮੈਂ ਉਹਨਾਂ ਕੋਲੋਂ ਪੁੱਛ ਲੈਨੇ ਆਪਾਂ ਕਿ ਉਹ ਐਨਸੈਸਟਰੀ ਦੀ ਗੱਲ ਕਿਉਂ ਕਰਦੇ ਆ। ਜਦੋਂ ਗੁਰੂ ਨਾਨਕ ਤਾਂ ਕਹਿ ਦਿੰਦੇ ਆ ਕਿ ਮੇਰਾ ਕਿਸੇ ਨਾਲ ਕੋਈ ਲੈਣ ਦੇਣ ਨਹੀਂ, ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਆ ਉਹ ਐਨਸੈਸਟਰੀ ਦੀ ਗੱਲ ਕਿਉਂ ਕਰਦੇ ਆ, ਇਹ ਵੀ ਆਪਾਂ ਦਸਮ ਗ੍ਰੰਥ ਚੋਂ ਹੀ ਪੁੱਛਾਂਗੇ ਜੀ। ਠੀਕ ਹੈ ਜੀ। ਪ੍ਰੋਗਰਾਮ ਅਸੀਂ ਅੱਜ ਖਾਸ ਕਰਕੇ ਇਸ ਕਰਕੇ ਰੱਖਿਆ ਕਿ ਸਾਰੇ ਰੈਫਰੈਂਸਿਸ ਦੇ ਆਧਾਰ ਤੇ ਜਿਹੜਾ ਪ੍ਰੋਗਰਾਮ ਹੈ ਉਹ ਕੀਤਾ ਜਾਵੇ ਤਾਂ ਕਿ ਦਰਸ਼ਕਾਂ ਦੇ ਤੱਕ ਗੱਲ ਕਲੀਅਰ ਹੋ ਜਾਵੇ ਕਿ ਅਸਲ ਗੱਲ ਹੈ ਕੀ ਆ। ਕੱਲਾ ਉਦਾਂ ਹੀ ਲਵ ਕੁਸ਼ ਦੀ ਗੱਲ ਕਰ ਦੇਣਾ ਜਾਂ ਕੱਲਾ ਇਹੀ ਕਹਿ ਦੇਣਾ ਕਿ ਅਸੀਂ ਉੱਥੇ ਜੀ ਆਪਣੇ ਪੂਰਵਜਾਂ ਨੂੰ ਮੱਥਾ ਟੇਕਣ ਗਏ ਸੀ, ਕੀ ਸਾਨੂੰ ਗੁਰੂ ਸਾਹਿਬ ਨੇ ਇਹ ਸਿਖਾਇਆ ਹੈ ਕਿ ਅਸੀਂ ਉੱਥੇ ਆਪਣੇ ਪੂਰਵਜਾਂ ਨੂੰ ਯੋਧਿਆ ਦੇ ਵਿੱਚ ਜਾ ਕੇ ਮੱਥਾ ਟੇਕਣਾ ਹੈ? ਕੀ ਸਿੱਧ ਹੁੰਦੇ? ਬਿਲਕੁਲ, ਔਰ ਇਹ ਚੀਜ਼ ਸਿੱਧ ਵੀ ਨਹੀਂ ਹੁੰਦੀ, ਕਿਸੇ ਗ੍ਰੰਥ ਦੇ ਰਾਹੀਂ ਵੀ ਸਿੱਧ ਨਹੀਂ ਹੁੰਦੀ, ਦਸਮ ਗ੍ਰੰਥ ਦੇ ਰਾਹੀਂ ਵੀ ਇਹ ਚੀਜ਼ ਸਿੱਧ ਨਹੀਂ ਹੁੰਦੀ, ਕਿਉਂਕਿ ਗੁਰੂ ਸਾਹਿਬ ਗਏ ਨੇ, ਗੁਰੂ ਸਾਹਿਬ ਨੇ ਪ੍ਰਚਾਰਕ ਦੌਰੇ ਕੀਤੇ ਨੇ, ਗੁਰੂ ਸਾਹਿਬ ਨੇ ਉਦਾਸੀਆਂ ਕੀਤੀਆਂ ਨੇ, ਗੁਰੂ ਸਾਹਿਬ ਜਿੱਥੇ ਜਿੱਥੇ ਵੀ ਗਏ ਨੇ ਗੁਰੂ ਸਾਹਿਬ ਨੇ ਉੱਥੇ ਜਾ ਕੇ ਬਹਿਸ ਕੀਤੀ ਹੈ, ਸਪੈਸ਼ਲ ਜੇ ਕਹੀਏ ਕਿ ਵਿਚਾਰ ਚਰਚਾ ਕੀਤੀ ਹੈ, ਔਰ ਉਸ ਦੇ ਵਿੱਚ ਗੁਰੂ ਸਾਹਿਬ ਨੇ ਉਹਨਾਂ ਨੂੰ ਮਨਾਇਆ ਕਿ ਆ ਜਿਹੜੇ ਤੁਸੀਂ ਕਰਮਕਾਂਡ ਕਰ ਰਹੇ ਹੋ ਇਹ ਸਾਰੇ ਗਲਤ ਕਰ ਰਹੇ ਹੋ, ਔਰ ਬਹੁਤ ਵੱਡੀ ਜਿਹੜੀਆਂ ਉਦਾਸੀਆਂ ਨੇ ਗੁਰੂ ਸਾਹਿਬ ਵੱਲੋਂ ਕੀਤੀਆਂ ਗਈਆਂ ਨੇ ਜੀ। ਹਾਂਜੀ, ਹੁਣ ਇਹਦੇ ਵਿੱਚ ਬਚਿੱਤਰ ਨਾਟਕ ਦੀ ਗੱਲ ਮੈਂ ਕਰੂੰਗੀ। ਬਕਾਇਦਾ ਗੁਰੂ ਪਾਤਸ਼ਾਹ ਲਿਖਦੇ ਨੇ ਕਵੀ ਬੰਸ ਦਾ ਵਰਣਨ, ਗੁਰੂ ਵੰਸ਼ ਦਾ ਵਰਣਨ ਨਹੀਂ। ਇਹ ਗੱਲ ਧਿਆਨ ਨਾਲ ਸਮਝ ਲਓ ਜੀ। ਜਦੋਂ ਇਹ ਗ੍ਰੰਥ ਲਿਖਿਆ ਜਾ ਰਿਹਾ ਹੋਊਗਾ ਤਾਂ ਬਕਾਇਦਾ ਉਹ ਬਾਕੀ ਸਾਰੇ ਜਿੰਨੇ ਵੀ ਧਰਮ ਆਸ-ਪਾਸ ਚੱਲ ਰਹੇ ਸੀ ਉਹਨਾਂ ਦਾ ਇੱਕ ਬੜਾ ਹੀ ਕ੍ਰਿਟੀਕਲ ਐਨਾਲਿਸਿਸ ਹੋ ਰਿਹਾ ਹੋਊਗਾ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਪਣੇ ਆਪ 'ਚ ਬੜੀ ਇੰਟੈਲੈਕਚੁਅਲ ਸੋਲ ਆ। 52 ਕਵੀ ਉਹਨਾਂ ਨੇ ਆਪਣੇ ਕੋਲ ਰੱਖੇ, ਕੁਝ ਵੀ ਕਰ ਸਕਦੇ ਸੀ, ਸਰਬ ਕਲਾ ਸਮਰੱਥਾ ਉਹ। ਬਿਲਕੁਲ। ਤੇ ਉਹ ਬੜਾ ਇੱਕ ਕ੍ਰਿਟੀਕਲ ਐਨਾਲਿਸਿਸ ਆ। ਜਦੋਂ ਮੈਂ ਇਹ ਪੜ੍ਹਿਆ ਨਾ ਤਾਂ ਉਦੋਂ ਮੈਨੂੰ ਸਮਝ ਆਉਂਦੀ ਆ ਕਿ ਕਿੰਨਾ ਕ੍ਰਿਟੀਕਲ ਐਨਾਲਿਸਿਸ ਆ, ਕਿਹੜੀ ਚੀਜ਼ ਕਿਵੇਂ ਹੋਈ ਹੋਊਗੀ। ਤਾਂ ਬਕਾਇਦਾ ਲਿਖਿਆ ਤੁਸੀਂ ਆਪ ਦੇਖ ਸਕਦੇ ਆ ਬਚਿੱਤਰ ਨਾਟਕ ਦੇ ਵਿੱਚ। ਇਸੇ ਹੁਣ ਪੇਜ ਦਾ ਮੈਨੂੰ ਪਤਾ ਨਹੀਂ ਹੋਰ ਜੇ ਤੁਹਾਡੇ ਕੋਲ ਕੋਈ ਟ੍ਰਾਂਸਲੇਸ਼ਨ ਹੋਵੇ ਤਾਂ ਕਿਹੜਾ ਪੇਜ ਬਣਦਾ, ਪਰ ਇਹ 125 ਪੰਨਾ ਨੰਬਰ ਬੰਦਾ ਹੈ ਤੇ ਇਹਦੇ ਵਿੱਚ ਉਹ ਬਕਾਇਦਾ ਲਿਖਦੇ ਆ ਕਵੀ ਬੰਸ ਦਾ ਵਰਣਨ, ਗੁਰੂ ਵੰਸ਼ ਦਾ ਵਰਣਨ ਨਹੀਂ ਲਿਖਦੇ। ਤੇ ਜੇ ਉਹਨਾਂ ਨੇ ਗੁਰੂ ਕਹਿਣਾ ਹੁੰਦਾ ਨਾ ਤੇ ਜਾਂ ਗੁਰੂ ਨਾਨਕ ਦੀ ਵੰਸ਼ ਦਾ ਵਰਣਨ ਉਹਨਾਂ ਕਹਿਣਾ ਸੀ ਗੁਰੂ ਵੰਸ਼ ਦਾ ਵਰਣਨ। ਇੱਥੇ ਕਵੀ ਵੰਸ਼ ਦਾ ਵਰਣਨ ਜੀ, ਇਹ ਕਵੀ ਵੰਸ਼ ਦਾ ਵਰਣਨ ਹੈ ਕਿ ਜਿਹੜਾ ਕਵੀ ਆ। ਸਪਸ਼ਟ ਕਰੋ ਥੋੜਾ ਜਿਹਾ। ਹਾਂਜੀ, ਕਿ ਇੱਥੇ ਕਵੀ ਵੰਸ਼ ਦਾ ਵਰਣਨ ਹੈ, ਗੁਰੂ ਵੰਸ਼ ਦਾ ਨਹੀਂ। ਬਿਲਕੁਲ। ਹੁਣ ਗੁਰੂ ਜਦੋਂ ਤੱਕ ਗੁਰੂ ਨਾਨਕ ਜਿਹੜੇ ਆ ਉਹ ਜਨੇਊ ਜਦੋਂ ਮਨਾ ਕਰ ਦਿੰਦੇ ਆ ਉਸ ਤੋਂ ਬਾਅਦ ਉਹ ਗੁਰੂ ਬਣ ਜਾਂਦੇ ਆ। ਜਦੋਂ ਉਹ ਕਹਿ ਦਿੰਦੇ ਕਿ ਤੀਸਰ ਪੰਥ ਚਲਾ ਦਿੰਦੇ ਆ ਉਹ ਗੁਰੂ ਬਣ ਜਾਂਦੇ ਆ। ਉਸ ਤੋਂ ਬਾਅਦ ਹੁਣ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਹੈਗੇ ਆ, ਉਸ ਤੋਂ ਗੁਰਗੱਦੀ ਬੈਠਣ ਤੋਂ ਪਹਿਲਾਂ ਉਹ ਕੀ ਸੀ ਕੀ ਨਹੀਂ ਸੀ ਉਹ ਉਹਨਾਂ ਦੀ ਆਪਣੀ ਲਾਈਫ ਆ। ਪਰ ਜਦੋਂ ਉਹ ਗੁਰੂ ਬਣ ਜਾਂਦੇ ਆ ਗੁਰੂ ਅੰਗਦ ਦੇਵ ਮਹਾਰਾਜ, ਤੇ ਉਦੋਂ ਉਹ ਗੁਰੂ ਆ। ਉਸ ਤੋਂ ਪਹਿਲਾਂ ਉਹ ਲਿਖਾਰੀ ਵੀ ਹੋ ਸਕਦੇ ਆ, ਉਹ ਖਿਡਾਰੀ ਵੀ ਹੋ ਸਕਦੇ ਆ, ਉਹ ਦੇਵੀ ਦੇ ਉਪਾਸਕ ਵੀ ਹੋ ਸਕਦੇ ਆ, ਨਹੀਂ ਵੀ ਹੋ ਸਕਦੇ। ਪਰ ਸਾਡਾ ਜਿਹੜਾ ਲਿੰਕ ਹੈ ਉਹ ਗੁਰੂ ਨਾਲ ਆ। ਤੇ ਗੁਰੂ ਇਹਦੇ ਵਿੱਚ ਬਕਾਇਦਾ ਉਹ ਲਿਖਿਆ ਹੈ ਉਹਨਾਂ ਨੇ ਕਿ ਮੈਂ ਗੁਰੂ ਬੰਸ ਦਾ ਨਹੀਂ ਕਵੀ ਬੰਸ ਦਾ ਜ਼ਿਕਰ ਕਰ ਰਿਹਾ ਕਿ ਜਿਹੜੀ ਸਾਡੀ ਬੰਸ ਆ ਉਹ ਕਿੱਥੋਂ ਚੱਲੀ ਹੋਊਗੀ ਜੀ। ਦੈਟਸ ਇਟ। ਬਿਲਕੁਲ ਆਪਾਂ ਕਹੀਏ ਕਿ ਜੇ ਕਾਫੀ ਕੁਝ ਹੁਣ ਤੱਕ ਜਿਹੜਾ ਹੈ ਇਸ ਵਿਸ਼ੇ ਤੇ ਜਿਹੜਾ ਕਲੀਅਰ ਹੋ ਜਾਂਦਾ ਹੈ ਤੇ ਦਰਸ਼ਕਾਂ ਨੂੰ ਅਸੀਂ ਹੋਰ ਵੀ ਦੱਸਦੇ ਚੱਲੀਏ ਕਿ ਜੇ ਇੱਥੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ, ਜੇ ਗੁਰੂ ਸਾਹਿਬ ਨੇ ਉਦੋਂ ਟਰਾਂਸਲੇਸ਼ਨ ਵੀ ਜੇ ਆਪਾਂ ਕਹੀਏ ਕਰਵਾਏ ਨੇ ਤੇ ਵੱਡੇ ਮਹਾਰਾਜੇ ਵੀ ਇਹ ਚੀਜ਼ ਕੰਮ ਕਰਵਾਉਂਦੇ ਰਹਿੰਦੇ ਨੇ। ਇਸ ਦੇ ਵਿੱਚ ਜੇ ਇਸ ਤੋਂ ਪਹਿਲਾਂ ਆਪਾਂ ਅਕਬਰ ਦੀ ਵੀ ਗੱਲ ਕਰ ਲੈਂਦੇ ਹਾਂ ਤੇ ਉਹਨੇ ਵੀ ਜਿਹੜਾ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਰਾਮਾਇਣ ਤੇ ਮਹਾਭਾਰਤ ਦਾ ਜਿਹੜਾ ਟਰਾਂਸਲੇਸ਼ਨ ਅਕਬਰ ਵੱਲੋਂ ਵੀ ਕਰਵਾਇਆ ਗਿਆ। ਤੇ ਕੀ ਉਹਦੇ ਨਾਲ ਜੇ ਆਪਾਂ ਕਹੀਏ ਕਿ ਉਹਦਾ ਧਰਮ ਤਬਦੀਲ ਹੋ ਗਿਆ? ਨਹੀਂ, ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਤੇ ਉਸ ਤੋਂ ਬਾਅਦ ਜਦੋਂ ਆਪਾਂ ਦੇਖ ਲਈਏ ਕਿ ਈਵਨ ਕਿ ਜਿਹੜੇ ਆਪਾਂ ਕਹੀਏ ਕਿ ਇਸਲਾਮ ਦੇ ਜਿਹੜੇ ਗ੍ਰੰਥ ਹੈਗੇ ਨੇ ਉਹਨਾਂ ਦੇ ਵਿੱਚ ਵੀ ਜੀਸਸ ਕ੍ਰਾਈਸਟ ਬਾਰੇ ਇਨਫੋਰਮੇਸ਼ਨ ਮਿਲਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਉੱਥੇ ਜਾ ਕੇ ਜਿਹੜਾ ਹੈ ਬੁੱਤ ਪ੍ਰਸਤੀ ਕਰਦੇ ਨੇ, ਉਹਨਾਂ ਦਾ ਆਪਣਾ ਧਰਮ ਜਿਹੜਾ ਹੈ ਵੱਖਰਾ ਹੋ ਗਿਆ। ਤੇ ਇਦਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਐਗਜ਼ਾਮਪਲਸ ਨੇ ਸਾਡੇ ਕੋਲ ਜਿਹੜੀਆਂ ਪਈਆਂ ਨੇ ਜਿਨ੍ਹਾਂ ਦੇ ਆਧਾਰ ਤੇ ਅਸੀਂ ਆਪਣੇ ਆਪ ਨੂੰ ਜਿਹੜਾ ਹੈ ਐਜੂਕੇਟ ਕਰ ਸਕਦੇ ਹਾਂ। ਤੇ ਹੁਣ ਵੇਲਾ ਹੋ ਗਿਆ ਕਿ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਇਸੇ ਤਰੀਕੇ ਦੇ ਨਾਲ ਤੁਹਾਡੇ ਸਾਹਮਣੇ ਜਾਰੀ ਰਹੇਗਾ। ਤੁਸੀਂ ਦੇਖਦੇ ਰਹੋ ਅਕਾਲ ਚੈਨਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬ੍ਰੇਕ ਤੋਂ ਬਾਅਦ ਫਿਰ ਇੱਕ ਵਾਰੀ ਆਪ ਜੀ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਖਾਸ ਪ੍ਰੋਗਰਾਮ, ਜੋ ਕਿ ਆਪਾਂ ਕਹੀ ਕਿ ਇਸ ਟਾਈਮ ਜਿਹੜੀ ਕੌਮ ਦੇ ਵਿੱਚ ਜੋ ਗੱਲਬਾਤ ਚੱਲ ਰਹੀ ਹੈ ਜਾਂ ਜੋ ਡਿਸਕਸ਼ਨ ਦਾ ਇੱਕ ਮੁੱਦਾ ਜਿਹੜਾ ਸਾਹਮਣੇ ਆ ਗਿਆ ਹੈ, ਇਹ ਸਾਰੇ ਪ੍ਰਤੀਕਰਮ ਤੋਂ ਬਾਅਦ ਔਰ ਬ੍ਰੇਕ ਤੋਂ ਬਾਅਦ ਜਿਹੜਾ ਹੈ ਪੂਰੇ ਰੈਫਰੈਂਸਿਸ ਦੇ ਆਧਾਰ ਤੇ ਜਿਹੜਾ ਹੈ ਕਿਰਨਪ੍ਰੀਤ ਹੋਣਾ ਨੇ ਜਿਹੜਾ ਸਾਰਾ ਆਪਾਂ ਕਹੀ ਕਿ ਇਹਨਾਂ ਨੇ ਇੱਕ ਤਰ੍ਹਾਂ ਦਾ ਸਿੱਧ ਕਰ ਦਿੱਤਾ ਕਿ ਕਿਸ ਬੰਸਾਵਲੀ ਦੀ ਗੱਲ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਹੈ ਔਰ ਕਿਸ ਬੰਸਾਵਲੀ ਦੀ ਗੱਲ ਦਸਮ ਗ੍ਰੰਥ ਦੇ ਵਿੱਚ ਵੀ ਆਉਂਦੀ ਹੈ। ਇਹ ਸਾਰਾ ਕੁਝ ਵੀ ਜਿਹੜਾ ਕਲੀਅਰ ਕਰ ਦਿੱਤਾ। ਤੇ ਹੁਣ ਆਪਾਂ ਅੱਗੇ ਚੱਲਦੇ ਹਾਂ। ਜਥੇਦਾਰ ਜੀ, ਜਦੋਂ ਅਸੀਂ ਸਿੰਘ ਸਾਹਿਬ ਇਕਬਾਲ ਸਿੰਘ ਹੋਣਾ ਦਾ ਜੋ ਉਹਨਾਂ ਦਾ ਸਪਸ਼ਟੀਕਰਨ ਆਪਾਂ ਕਹਿ ਲਈਏ ਉਹਨਾਂ ਵੱਲੋਂ ਜਿਹੜਾ ਦਿੱਤਾ ਗਿਆ, ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਪੁਰਾਣੇ ਸਿੱਖ ਹਾਂ ਤੇ ਇਹ ਅੱਜ ਵਾਲੇ ਜਿਹੜੇ ਨਵੇਂ ਸਿੱਖ ਬਣੇ ਨੇ, ਇਹ ਗੱਲ ਉਹਨਾਂ ਵੱਲੋਂ ਕੀਤੀ ਗਈ। ਤੁਸੀਂ ਹੁਣ ਤੱਕ ਦੇ ਸਾਰੇ ਪ੍ਰਤੀਕਰਮ ਦੇ ਹਿਸਾਬ ਨਾਲ ਜਿਸ ਤਰੀਕੇ ਨਾਲ ਉਹਨਾਂ ਵੱਲੋਂ ਗੱਲਾਂ ਕੀਤੀਆਂ ਗਈਆਂ ਜਾਂ ਜੋ ਉਹਨਾਂ ਵੱਲੋਂ ਇਤਿਹਾਸ ਦੱਸਿਆ ਗਿਆ, ਨਵੇਂ ਤੇ ਪੁਰਾਣੇ ਸਿੱਖ ਨੂੰ ਕਿਸ ਤਰ੍ਹਾਂ ਤੁਸੀਂ ਦੇਖੋਗੇ? ਦੇਖੋ ਸਰਦਾਰ ਜਗਜੀਤ ਸਿੰਘ ਜੀ, ਆਪਣੀ ਜਿਹੜੀ ਜਿੰਨੀ ਕੁ ਗੱਲਬਾਤ ਹੋਈ ਹੈ ਜੀ, ਇਹਦੇ ਹਿਸਾਬ ਦੇ ਨਾਲ ਜੇ ਗਿਆਨੀ ਇਕਬਾਲ ਸਿੰਘ ਜੀ ਰਾਮਚੰਦਰ ਨੂੰ ਆਪਣਾ ਪੂਰਵਜ ਮੰਨਦੇ ਆ ਜਾਂ ਲਵ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਨੂੰ ਲਵ ਕੁਸ਼ ਦੀ ਅੰਸ਼-ਵੰਸ਼ ਮੰਨਦੇ ਆ, ਤਾਂ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੈ ਹੀ ਨਹੀਂ। ਗੱਲ ਗਾਣੀ ਲਿਜਾਣ ਦੀ ਲੋੜ ਹੀ ਨਹੀਂ ਜੀ, ਇਹ ਆਪਾਂ ਸਿੱਧ ਕਰ ਚੁੱਕੇ ਹਾਂ ਨਾ ਜੀ। ਫੇਰ ਉਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੈ ਹੀ ਨਹੀਂ। ਇੱਕ ਗੱਲ ਜੀ, ਇੱਥੇ ਨਵੇਂ ਪੁਰਾਣੇ ਦੀ ਗੱਲ ਨਹੀਂ ਹੈ। ਸਿੱਖ ਉਹ ਆ ਜਿਹੜਾ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਕਾਣ ਨਾ ਕੀਜੇ। ਸਿੱਖ ਨਵਾਂ ਪੁਰਾਣਾ ਨਹੀਂ ਕਦੇ ਹੁੰਦਾ। ਸਿੱਖ ਉਹੀ ਹੋ ਸਕਦਾ ਜਿਹੜਾ ਪੂਰਨ ਤੌਰ ਤੇ ਗੁਰੂ ਨੂੰ ਸਮਰਪਿਤ ਹੋ ਜੇ। ਜੀ ਜੀ, ਹੁਣ ਕਈ ਮਿਸਾਲਾਂ ਆਪਾਂ ਨੂੰ ਮਿਲਦੀਆਂ। ਭਾਈ ਮੰਝ ਜਾਂਦੇ ਆ, ਸਗੀ ਸਰਵਰ ਦਾ ਚੇਲਾ ਗੁਰੂ ਅਰਜਨ ਪਾਤਸ਼ਾਹ ਨੂੰ ਆ ਕਹਿੰਦੇ ਕਿ ਮੈਨੂੰ ਸਿੱਖੀ ਦੀ ਬਖਸ਼ਿਸ਼ ਕਰੋ। ਉਹ ਕਹਿੰਦੇ ਭਾਈ ਮੰਝ ਸਿੱਖੀ ਤੇ ਸਿੱਖੀ ਨਹੀਂ ਚੜ੍ਹਦੀ ਹੁੰਦੀ। ਤੂੰ ਸਰਵਰ ਨੂੰ ਮੰਨਦਾ, ਉਹਦੀਆਂ ਕਬਰਾਂ ਪਹਿਲਾਂ ਘਰ ਚ ਬਣੀਆਂ, ਢਾਹ ਫੇ ਆਈ ਆਇਆ ਔਰ ਉਹਦਾ ਬਹੁਤ ਵੱਡੀ ਪ੍ਰੀਖਿਆ ਹੋਈ। ਸਾਰਿਆਂ ਨੇ ਆਪਾਂ ਇਤਿਹਾਸ ਦੇਖਿਆ। ਫੇਰ ਉਹਨੂੰ ਸਿੱਖੀ ਦਾ ਗੁਰੂ ਘਰੋਂ ਜਿਹੜੀ ਉਹ ਪ੍ਰਾਪਤ ਹੋਈ। ਸਿੱਖੀ ਜਿਹੜੀ ਆ ਇਹ ਕੋਈ ਐਸੀ ਥੋੜੀ ਵੀ ਜਿਹੜਾ ਮਰਜ਼ੀ ਸਿੱਖੀ ਪ੍ਰਾਪਤ ਕਰ ਲੂ। ਗੁਰੂ ਨੇ ਸ਼ਰਤ ਰੱਖ ਦਿੱਤੀ ਵੀ ਜੇ ਸਿੱਖੀ ਮੰਡਲ ਚ ਆਉਣਾ, ਸਿੱਖੀ ਪ੍ਰਾਪਤ ਕਰਨੀ ਆ ਤੇ ਸਿਰ ਤਲ ਸੀਸ ਭੇਟ ਕੌਤਕ ਵੀ ਗੁਰੂ ਸਾਹਿਬ ਵੱਲੋਂ ਕੀਤਾ ਗਿਆ। ਫਿਰ ਜੇ ਬਾਬਾ ਬੰਦਾ ਸਿੰਘ ਬਹਾਦਰ ਦੀ ਵੀ ਗੱਲ ਕਰੀਏ ਤੇ ਉਹਨਾਂ ਦੀ ਵੀ ਸਪੈਸ਼ਲੀ ਪ੍ਰੀਖਿਆ ਹੁੰਦੀ, ਅੰਮ੍ਰਿਤਪਾਨ ਹੁੰਦਾ, ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੂੰ ਸਿੱਖੀ ਮੰਡਲ 'ਚ ਸ਼ਾਮਲ ਕੀਤਾ ਜਾਂਦਾ। ਦੇਖੋ ਸਰਦਾਰ ਜਗਜੀਤ ਸਿੰਘ ਜੀ, ਇਹ ਤਾਂ ਗੱਲ ਆਪਾਂ ਇੱਥੇ ਨਿਬੇੜ ਦਿੰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਸੀਸ ਦੀ ਮੰਗ ਕੀਤੀ। ਜਿਹੜੇ ਜਿਹੜੇ ਸਿੱਖੀ 'ਚ ਪਾਸ ਹੋਏ, ਸਿੱਖੀ 'ਚ ਆ ਗਏ, ਸਿੱਖ ਤੋਂ ਗੁਰੂ ਵੀ ਬਣ ਗਏ। ਜੀ ਜੀ, 10ਵੇਂ ਪਾਤਸ਼ਾਹ ਨੇ ਜਦੋਂ ਹੁਣ ਫਾਰ ਐਵਰ ਇਹ ਜਿਹੜਾ ਸਿੱਖ ਕੌਮ ਨੂੰ, ਸਿੱਖ ਪੰਥ ਨੂੰ ਜਿਹੜਾ ਇੱਕ ਵਿਧਾਨ ਦੇਣਾ ਸੀ, ਉਹ ਵਿਧਾਨ ਲਈ ਉਹਨਾਂ ਨੇ ਇਹ ਦੇਖਿਆ ਵੀ ਸਿਰ ਦੇਣ ਵਾਲੇ ਕੌਣ ਆ। ਉਹਨਾਂ ਇੱਕ ਪੰਚਾਇਤ ਬਣਾਉਣੀ ਸੀ। ਉਹਨਾਂ ਬਕਾਇਦਾ ਇਮਤਿਹਾਨ ਲਿਆ ਜੀ। 5 ਸਿਰ ਮੰਗੇ, 5 ਨੇ ਸਿਰ ਭੇਟ ਕੀਤੇ। ਜਿਨ੍ਹਾਂ ਨੇ ਸੀਸ ਭੇਟ ਕਰ ਦਿੱਤੇ ਜੀ, ਉਹਨਾਂ ਨੂੰ ਇੱਥੇ ਫੇਰ ਆ ਜਾਤ ਪਾਤ ਵਾਲੀ ਗੱਲ ਵੀ ਆਪਾਂ ਨੂੰ ਵੇੜ ਲਈਏ। ਜਦੋਂ 5 ਨੇ ਸੀਸ ਭੇਟ ਕੀਤੇ, 5 ਪਰਖ ਚੋਂ ਪਾਸ ਹੋ ਗਏ। ਉਹਦੇ 'ਚ ਖੱਤਰੀ ਆ, ਨਾਈ ਆ, ਸ਼ਿੰਬਾ ਆ, ਝੀਰ ਆ। ਗੁਰੂ ਸਾਹਿਬ ਨੇ 5 ਨੂੰ ਅੰਮ੍ਰਿਤ ਛਕਾ ਕੇ ਕਹਿਤਾ ਵੀ ਅੱਜ ਤੋਂ ਬਾਅਦ ਤੁਸੀਂ, ਆਪਾਂ ਕਈ ਵਾਰ ਗੱਲ ਕਰ ਆ, ਤੁਹਾਡੀ ਕੋਈ ਜਾਤ ਪਾਤ ਨਹੀਂ, ਤੁਹਾਡਾ ਨਾ ਇਸ ਤਰ੍ਹਾਂ 'ਚ ਗੱਲ ਹੋ ਗਈ। ਆਇਆ ਜਗਜੀਤ ਸਿੰਘ ਜੀ, ਨੋਟ ਕਰੋ ਕਿ ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਜਦੋਂ 5 ਪਿਆਰਿਆਂ ਕੋਲੋਂ ਅੰਮ੍ਰਿਤ ਛਕਦੇ ਆ ਜੀ, ਤੇ ਉਹਦਾ ਸਪਸ਼ਟ ਸੰਕੇਤ ਇਹ ਆ ਵੀ ਮੈਂ ਸੋਢੀ ਨਹੀਂ ਰਿਹਾ ਤੇ ਤੁਸੀਂ ਸ਼ੂਦਰ ਨਹੀਂ ਰਹੇ। ਜੀ ਜੀ, ਸਪਸ਼ਟ। ਪਹਿਲਾਂ ਉਹਨਾਂ ਦੇ ਨਾਂ ਨਾਲ ਸੋਢੀ ਜੁੜਦਾ ਜਾਂ ਜੋੜਿਆ ਜਾਂਦਾ, ਪਰ ਉਹਨਾਂ ਨੇ ਉਸ ਦਿਨ ਕਲੀਅਰ ਕਰ ਦਿੱਤਾ ਜਦੋਂ 5 ਨੂੰ ਅੰਮ੍ਰਿਤ ਛਕਾ ਕੇ ਫੇਰ ਉਹਨਾਂ ਕੋਲ, ਮਤਲਬ ਜੋ ਸਿਧਾਂਤ ਗੁਰੂ ਸਾਹਿਬ ਨੇ ਦਿੱਤਾ ਉਹਨਾਂ ਦੇ ਆਪਣੇ ਆਪ ਤੇ ਵੀ ਲਾਗੂ ਸੇਮ ਹੀ ਹੁੰਦਾ ਜੀ, ਵੀ ਅੱਜ ਤੋਂ ਬਾਅਦ ਮੈਂ ਸੋਢੀ ਨਹੀਂ ਤੇ ਤੁਸੀਂ ਸ਼ੂਦਰ ਨਹੀਂ। ਜੀ ਜੀ, ਗੱਲ ਤੁਹਾਡੀ ਪਕੜ ਜਾ ਗਈ। ਬਿਲਕੁਲ ਬਿਲਕੁਲ ਜੀ। ਦੂਜੀ ਗੱਲ ਇੱਥੇ ਆਈ ਵੀ ਗੁਰੂ ਨਾਨਕ ਤੋਂ ਲੈ ਕੇ ਜਿਹੜੀ ਆਪੇ ਗੁਰਚੇਲਾ ਦਾ ਸਿਧਾਂਤ ਆ, ਇੱਕ ਗੁਰੂ ਵਿਅਕਤੀ ਤੋਂ ਦੂਜੀ ਵਿਅਕਤੀ 'ਚ ਜੋਤ ਆਈ। ਇੱਥੇ ਗੁਰੂ ਸਾਹਿਬ ਨੇ ਜੋਤ 5 'ਚ ਪ੍ਰਵਿਰਤ ਕੀਤੀ ਹੈ, ਜਿਹੜਾ ਸਾਨੂੰ ਫਾਰਐਵਰ ਸਿਧਾਂਤ ਦੇਣਾ ਸੀ ਜੀ, ਵੀ ਗਾਂ ਤੋਂ ਆਤਮਾ ਸਾਡੀ ਗੁਰੂ ਗ੍ਰੰਥ ਸਾਹਿਬ 'ਚ ਹੀ ਹੋਊਗੀ। ਤੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਤੁਸੀਂ ਮੰਨ ਕੇ ਗੁਰੂ ਤੇ ਜਿਹੜਾ ਫੈਸਲਾ ਕਰਨਾ ਉਹ 5 ਕਰਨਗੇ, ਇੱਕ ਨਹੀਂ ਕਰੂਗਾ। ਜਿਹੜੀ ਦੇਹਧਾਰੀ ਪ੍ਰਥਾ ਖਤਮ ਗੁਰੂ ਸਾਹਿਬ ਨੇ ਕਰ ਦਿੱਤੀ,
ਜਦੋਂ ਨੰਦੇੜ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਸੁਭਾਇਮਾਨ ਕੀਤਾ। ਹੁਣ ਸ਼ਬਦ ਗੁਰੂ ਜਿਹੜਾ ਇਹਦਾ ਤਾਂ ਗੁਰੂ ਨਾਨਕ ਨੇ ਕਹਿਤਾ ਸੀ, ਲੇਕਿਨ ਸ਼ਬਦ ਗੁਰੂ ਨੂੰ ਪੂਰੀ ਤਰ੍ਹਾਂ ਗੁਰਗੱਦੀ ਤੇ ਸੁਭਾਇਮਾਨ 10ਵੇਂ ਪਾਤਸ਼ਾਹ ਨੇ ਕਰਕੇ ਕਹਿਤਾ ਕਿ ਸਾਡੀ ਆਤਮਾ ਗ੍ਰੰਥ ਆ, ਸਰੀਰ ਪੰਥ 'ਚ ਆ, ਗਾਂ ਤੋਂ ਜਿੰਨੇ ਰਾਜਨੀਤਿਕ ਸਾਰੇ ਕਾਰਜ ਕਰਨੇ ਆ ਉਹ ਪੰਥ ਨੇ ਕਰਨੇ ਆ। ਔਰ ਜਿੰਨਾ ਚਿਰ ਜਗਜੀਤ ਸਿੰਘ ਜੀ ਪੰਥ ਆਪਣੇ ਅਸਲੀ ਰੂਪ 'ਚ ਗੁਰੂ ਗੋਬਿੰਦ ਸਿੰਘ ਦੀ ਜੋਤ ਤੋਂ ਬਾਅਦ ਰਿਹਾ, ਕਿ ਉਹ ਆਪਾਂ ਸਾਰਾ ਇਤਿਹਾਸ ਦਰਾਏ ਵੀ ਉਹ ਕਿੱਥੋਂ ਜਾ ਕੇ ਉਹਨਾਂ ਨੇ ਆਪਣਾ ਰਾਜ ਕਰ ਲਿਆ, ਪਰ ਜਿੰਨਾ ਚਿਰ ਪੰਥ ਦਾ ਅਸਲੀ ਸਰੂਪ ਰਿਹਾ। ਕਨਿੰਗਮ ਨੇ ਇੱਕ ਮਿਸਾਲ ਦਿੱਤੀ, ਉਹ ਕਹਿੰਦਾ ਜਦੋਂ ਉਹ ਡੋਗਰਿਆਂ ਨੇ ਤੇ ਬਾਹਮਣਾਂ ਦੀ ਗਦਾਰੀ ਦੇ ਨਾਲ ਉਹ ਸਿੱਖ ਹਰ ਗਏ, ਕਹਿੰਦੇ ਇੱਕ ਸਿੱਖ ਫੱਟੜ ਪਿਆ ਚਾ ਇੰਨਾ ਫੱਟੜ, ਤੇ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਤੂੰ ਹਥਿਆਰ ਕਿਉਂ ਨਹੀਂ ਸਿੱਟਦਾ, ਵੀ ਹੁਣ ਤੂੰ ਉੱਠ ਨਹੀਂ ਸਕਦਾ, ਤੂੰ ਇੰਨਾ ਜ਼ਖਮੀ ਹੈ। ਉਹ ਕਹਿੰਦਾ ਮੈਨੂੰ ਹਾਲੇ ਪੰਥ ਦਾ ਹੁਕਮ ਨਹੀਂ ਹੋਇਆ। ਕਹਿੰਦਾ ਉਹਨੇ ਇੰਨੇ ਗੁੱਸੇ 'ਚ ਉੱਠ ਕੇ ਵੀ ਮੇਰੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਜ਼ਖਮੀ ਸੀ, ਦਮ ਤੋੜ ਗਿਆ। ਕਹਿੰਦਾ ਮੈਂ ਸੋਚਿਆ ਵੀ ਇਹ ਪੰਥ ਹੈ ਕੀ ਜੀ ਜਿਹਦਾ ਹੁਕਮ ਉਡੀਕਦਾ ਰਿਹਾ। ਉਹ ਕਹਿੰਦਾ ਮੈਂ ਅੰਮ੍ਰਿਤਸਰ ਗਿਆ ਤੇ ਇੱਕ ਬਜ਼ੁਰਗ ਨੂੰ ਪੁੱਛਿਆ ਵੀ ਬਜ਼ੁਰਗਾ ਪੰਥ ਕੀ ਹੁੰਦਾ। ਕਹਿੰਦਾ ਉਹਦੀਆਂ ਵੀ ਅੱਖਾਂ ਲਾਲ ਹੋ ਗਈਆਂ। ਜਦੋਂ ਅੱਖਾਂ ਲਾਲ ਹੋਈਆਂ ਤਾਂ ਉਹਨੇ 3 ਵਾਰੀ ਪੰਥ ਪੰਥ ਕਿਹਾ, ਤਾਂ ਕਨਿਮ ਕਹਿੰਦਾ ਵੀ ਹਾਂ ਮੈਨੂੰ ਹੁਣ ਪਤਾ ਲੱਗ ਗਿਆ ਜੀ ਵੀ ਜਦੋਂ ਕਿਸੇ ਸਿੱਖ 'ਚ 10 ਪਾਤਸ਼ਾਹੀਆਂ ਦੀ ਜੋਤ ਪ੍ਰਵੇਸ਼ ਕਰ ਜਾਂਦੀ ਹੈ ਉਹ ਪੰਥ ਹੁੰਦਾ। ਅੱਜ ਲੋੜ ਆ ਉਸ ਪੰਥ ਨੂੰ ਪੁਨਰ ਸਰਜੀਤ ਕਰਨ ਦੀ ਜੀ। ਸੋ ਇਸ ਕਰਕੇ ਗਿਆਨੀ ਇਕਬਾਲ ਸਿੰਘ ਜੀ ਹੁਣੇ ਜੇ ਇਹ ਦਾਅਵਾ ਕਰਦੇ ਆ ਵੀ ਸਾਡੇ ਉਹ ਪੂਰਵਜ ਆ, ਤੇ ਫਿਰ ਉਹ ਸਿੱਖ ਨਹੀਂ ਹੈ। ਬਿਲਕੁਲ ਜੀ। ਔਰ ਅਸੀਂ ਦਰਸ਼ਕਾਂ ਨੂੰ ਬਾਰ-ਬਾਰ ਇਹੀ ਕਹਿੰਦੇ ਹੁੰਦੇ ਆ ਕਿ ਪ੍ਰੋਗਰਾਮ ਦਾ ਜਿਹੜਾ ਮਕਸਦ ਹੈਗਾ ਉਹ ਕਿਸੇ ਦੇ ਧਰਮ ਨੂੰ ਠੇਸ ਪਹੁੰਚਾਉਣਾ ਨਹੀਂ ਹੈ, ਪਰ ਹਾਂ ਜੇ ਗੱਲਾਂ ਹੋਣਗੀਆਂ, ਜੇ ਆਪਾਂ ਕਹੀ ਕਿ ਰਮਾਇਣ ਦੀ ਗੱਲ ਕੀਤੀ ਜਾਊਗੀ, ਜੇ ਉਸ ਤੋਂ ਬਾਅਦ ਇਕਬਾਲ ਸਿੰਘ ਹੋਣਾ ਵੱਲੋਂ ਸਿੱਖਾਂ ਨੂੰ ਲਵ ਕੁਸ਼ ਦੇ ਨਾਲ ਜੋੜਿਆ ਜਾਊਗਾ, ਤੇ ਫਿਰ ਉਹਦੀ ਡਿਟੇਲ ਦੇ ਵਿੱਚ ਜਾਣਾ ਵੀ ਜ਼ਰੂਰੀ ਹੈ। ਤੇ ਇਸ ਤੋਂ ਬਾਅਦ ਇਕਬਾਲ ਸਿੰਘ ਹੋਣਾ ਵੱਲੋਂ ਜਿਹੜਾ ਹੈ ਰਮਾਇਣ ਦੀ ਗੱਲ ਕੀਤੀ ਗਈ, ਜੋ ਕਿ ਦਸਮ ਗ੍ਰੰਥ ਦੇ ਸਟੀਕ ਦੇ ਵਿੱਚ ਵੀ ਹੈ। ਥੋੜਾ ਜਿਹਾ ਉੱਤੇ ਤੁਸੀਂ ਵਿਸਤਾਰ ਨਾਲ ਦੱਸੋ ਕਿ ਕੀ ਉਹ ਰਮਾਇਣ ਤੇ ਰਾਮ ਅਵਤਾਰ ਦੋਨਾਂ ਦੇ ਵਿੱਚ ਫਰਕ ਕੀ ਹੈ ਜੀ। ਸਭ ਤੋਂ ਪਹਿਲਾਂ ਤੇ ਆਪਾਂ ਰਮਾਇਣ ਦੀ ਗੱਲ ਕਰ ਲਈਏ। ਦੇਖੋ ਜਿਹੜੀ ਰਮਾਇਣ ਹੈ ਨਾ, ਉਹ ਬੜਾ ਹੀ ਸੋਸ਼ੀਓ ਕਲਚਰਲ ਜਿਹੜਾ ਢਾਂਚਾ ਆ ਜੀ, ਔਰ ਬੜੇ ਏਸ਼ੀਅੰਟ ਇੰਡੀਆ ਤੋਂ ਚੱਲਦਾ ਆ ਰਿਹਾ ਆ। ਬਕਾਇਦਾ ਇਹਦੇ ਵਿੱਚ ਵੀ ਲਿਖਿਆ ਹੈ ਕਿ ਯੁਗੋ ਯੁਗ ਟਾਲਾ, ਕਿਉਂਕਿ ਬੜੇ ਚਿਰਾਂ ਦੀ ਇਹ ਚੱਲਦੀ ਆ ਰਹੀ ਆ ਕਥਾ। ਹੁਣ ਇਸ ਕਥਾ ਦੇ ਵਿੱਚ ਵੀ ਬੜੀਆਂ ਸਾਰੀਆਂ ਅੱਗੇ ਵੰਨਗੀਆਂ ਆ ਜਾਂਦੀਆਂ ਆ। ਉਹ ਵੰਨਗੀਆਂ ਨੂੰ ਜਦੋਂ ਆਪਾਂ ਸਮਝਾਂਗੇ ਨਾ, ਤੇ ਸਾਨੂੰ ਪਤਾ ਲੱਗੂਗਾ ਕਿ ਹਰ ਇੱਕ ਜਿਹੜਾ ਵੀ ਸੋਸਾਇਟੀ ਆ ਜਾਂ ਜਿਹੜਾ ਵੀ ਕਲਚਰ ਆ ਜੀ, ਬਕਾਇਦਾ ਉਹਨੂੰ ਫਾਰਮ ਕਰਨ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਕਥਾ ਕਹਾਣੀਆਂ ਹੁੰਦੀਆਂ ਉਹਨਾਂ ਦਾ ਬਹੁਤ ਜ਼ਿਕਰ ਹੁੰਦਾ ਆ। ਸ਼ੰਭੁਕ ਦਾ ਕਤਲ ਹੋ ਜਾਣਾ, ਔਰ ਉੱਚੀ ਜਾਤ ਨੀਵੀਂ ਜਾਤ, ਔਰ ਇਹਨਾਂ ਸਾਰਿਆਂ ਦੇ ਕਰਕੇ ਹੀ ਸ਼ੰਭੁਕ ਦਾ ਕਤਲ ਹੋਣਾ, ਉਹ ਬਕਾਇਦਾ ਇਹ ਦਰਸਾਉਂਦਾ ਆ ਕਿ ਦਲਿਤਾਂ ਨਾਲ ਉਸ ਸਮਾਜ ਦੇ ਵਿੱਚ ਕਿਵੇਂ ਦਾ ਵਰਤਾਰਾ ਹੋਊਗਾ। ਠੀਕ ਆ ਜੀ। ਹੁਣ ਇਹ ਤਾਂ ਹੋ ਗਈ ਬ੍ਰਾਹਮਣ, ਮੈਂ ਤੁਲਸੀਦਾਸ ਦੀ ਗੱਲ ਕਰ ਰਹੀ, ਤੁਲਸੀਦਾਸ ਦੀ ਰਮਾਇਣ ਦੀ ਗੱਲ। ਉਸ ਤੋਂ ਅੱਗੇ ਆਪਾਂ ਆ ਜਾਈਏ ਤੇ ਹੋਰ ਬਹੁਤ ਸਾਰੀਆਂ ਵੰਨਗੀਆਂ। ਮੇਰੇ ਕੋਲ ਇੱਕ ਪੇਪਰ ਹੈ ਜੀ, ਬੜਾ ਈਜ਼ੀਲੀ ਇਹ ਇੰਟਰਨੈਟ ਤੋਂ ਵੀ ਮਿਲ ਸਕਦਾ ਆ। 300 ਰਮਾਇਣਸ, ਮਤਲਬ 300 ਦੇ ਕਰੀਬ ਜਿਹੜੀਆਂ ਰਮਾਇਣਸ ਹੈਗੀਆਂ ਨੇ ਜੀ। ਇਹ ਏ.ਕੇ. ਰਾਮਾਨੁਜਨ ਦਾ ਪੇਪਰ ਆ, ਔਰ ਇਹ ਬੜਾ ਚਿਰ ਯੂਨੀਵਰਸਿਟੀਜ਼ ਦੇ ਸਿਲੇਬਸ ਦੇ ਵਿੱਚ ਪੜਾਇਆ ਜਾਂਦਾ ਰਿਹਾ ਹੈ। ਹੁਣ ਜੀ ਇਹਨਾਂ ਨੇ ਥੋੜਾ ਜਿਹਾ ਇਹਦੇ ਤੇ ਵਾਦ ਵਿਵਾਦ ਕੀਤਾ ਜੀ 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 ਜੀ। ਬਕਾਇਦਾ ਕੈਮਿਲੀ ਬਲਕ ਕਰਕੇ ਇੱਕ ਰਮਾਇਣ ਦੀ ਸਕਾਲਰ ਆ, ਜਿਨੇ 1950 ਵਿੱਚ ਗਿਣੀਆਂ ਸੀ ਰਮਾਇਣਾਂ, ਔਰ ਉਹਨੇ ਕਿਹਾ ਕਿ 300 ਤੋਂ ਜ਼ਿਆਦਾ ਰਮਾਇਣਾਂ ਐਗਜ਼ਿਸਟ ਕਰਦੀਆਂ ਆ। ਜੇ ਆਪਾਂ ਫੋਕਲੋਰ, ਡਾਂਸ ਔਰ ਇਹਨਾਂ ਦੇ ਹੋਰ ਵੰਨਗੀਆਂ ਵਿੱਚ ਐਡ ਕਰ ਲਈਏ ਤਾਂ ਕਿਤੇ ਜ਼ਿਆਦਾ ਹੋ ਜਾਣੀ ਜੀ। ਹੁਣ ਮੈਂ ਬਹੁਤੀਆਂ ਨਹੀਂ, ਮੈਂ 5-6 ਦਾ ਹੀ ਹਵਾਲਾ ਦਊਂਗੀ ਕਿ ਰਮਾਇਣਾਂ ਦੀ ਕਿੰਨੀ ਕੁ ਵੈਰਾਈਟੀ ਆ, ਹੈ ਨਾ। ਫਿਰ ਆਪਾਂ ਨੂੰ ਸਮਝ ਲੱਗੂਗੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਰਮਾਇਣ ਵੱਲ ਆਪਾਂ ਫਿਰ ਜਾ ਸਕਦੇ ਹਾਂ ਜੀ। ਦੇਖੋ ਜੀ, ਵਾਲਮੀਕੀ ਦੀ ਰਮਾਇਣ, ਤੁਲਸੀਦਾਸ ਦੀ ਰਮਾਇਣ ਆਪਾਂ ਸਾਰੇ ਜਾਣਦੇ ਆ ਕਿ ਰਾਮ ਸੀਤਾ ਜਿਹੜੇ ਆ ਉਹ ਮੈਰਿਡ ਕਪਲ ਆ, ਔਰ ਉਸ ਤੋਂ ਬਾਅਦ ਜੋ ਵੀ ਸਾਰੀ ਕਹਾਣੀ ਸਭ ਨੂੰ ਪਤਾ, ਮੈਂ ਟਾਈਮ ਨਹੀਂ ਵੇਸਟ ਕਰੂੰਗੀ। ਦਸ਼ਰਥ ਜਟਾਕਾ ਸਟੋਰੀਜ਼ ਕਰਕੇ ਜਿਹੜੀਆਂ ਹੈਗੀਆਂ ਉਹ ਬੁੱਧਿਸਟ ਲੋਕਾਂ ਦੀ ਮਾਨਤਾ ਦੇ ਵਿੱਚ ਆਉਂਦੀਆਂ। ਸਿੰਹਲੀਜ਼ ਲੈਂਗੁਏਜ ਦੇ ਵਿੱਚ ਇਹ ਰਮਾਇਣ ਹੈਗੀ ਆ, ਔਰ ਇਹਦੇ ਵਿੱਚ ਰਾਮ ਤੇ ਸੀਤਾ ਭੈਣ ਭਰਾ ਆ ਜੀ। ਮਤਲਬ ਇਹ ਵੀ ਇੱਕ ਰਮਾਇਣ ਉਹਨਾਂ ਚ ਹੈਗੀ। ਹਾਂਜੀ ਹਾਂਜੀ, ਇਹ ਰਮਾਇਣ ਆ, ਬਕਾਇਦਾ ਉਹ ਮੰਨਦੇ ਆ ਇਹਨੂੰ, ਉਹ ਰਮਾਇਣ ਵਾਂਗੂ ਹੀ ਮੰਨਦੇ ਆ। ਕਿਹੜੇ ਲੋਕ ਕਿਹੜੇ ਮੰਨਦੇ ਹੈਗੇ? ਮੈਂ ਸਿੰਹਲੀਜ਼ ਲੋਕਾਂ ਦੀ ਗੱਲ ਕੀਤੀ, ਬੁੱਧਿਸਟ ਲੋਕ ਮੰਨਦੇ ਆ, ਬੁੱਧਿਸਟ ਲੋਕਾਂ ਦੀ ਗੱਲ ਹੈ। ਜੇ ਸੀਤਾ ਤੇ ਰਾਮਚੰਦਰ ਭੈਣ ਭਰਾ ਆ ਜੀ। ਦਸ਼ਰਥ ਜਿਹੜਾ ਆ ਉਹਨਾਂ ਦੀ ਸਟੈਪ ਮਦਰ ਦੇ ਕਰਕੇ
ਉਹਨਾਂ ਉਸ ਤੋਂ ਡਰਦਾ ਹੋਇਆ ਉਹਨਾਂ ਨੂੰ ਬਨਵਾਸ ਭੇਜ ਦਿੰਦਾ ਆ ਔਰ ਜਦੋਂ ਉਹ ਵਾਪਸ ਆਉਂਦੇ ਆ ਤੇ ਫਿਰ ਉਹ ਆਪਸ 'ਚ ਵਿਆਹ ਕਰ ਲੈਂਦੇ ਆ। ਹੁਣ ਇਹਦੇ ਵਿੱਚ ਜਿਹੜੀ ਬੁੱਧਿਸਟ ਸੁਸਾਇਟੀ ਜਾਂ ਜਿਹੜੇ ਐਂਸ਼ੀਐਂਟ ਰਾਜੇ ਸੀਗੇ ਨਾ, ਉਹ ਕਾਸਟ ਦੀ ਪਿਓਰਿਟੀ, ਬਲੱਡ ਦੀ ਪਿਓਰਿਟੀ ਰੱਖਣ ਵਾਸਤੇ ਭੈਣ ਭਰਾ ਦਾ ਵਿਆਹ ਕਰਾਇਆ ਕਰਦੇ ਸੀ। ਸੋ ਉਸ ਚੀਜ਼ ਨੂੰ ਜਾਇਜ਼ ਦੱਸਣ ਵਾਸਤੇ ਇਹ ਜਿਹੜੀ ਆ ਰਾਮਾਇਣ ਨੇ ਇਹ ਮੂਡ ਲੈ ਲਿਆ, ਮਤਲਬ ਉਦੋਂ ਲਿਖੀ ਗਈ ਇਸ ਹਿਸਾਬ ਨਾਲ। ਉਸ ਤੋਂ ਬਾਅਦ ਆਜੋ ਜੀ ਜੈਨ ਵਰਜ਼ਨ। ਉਹ ਪੌਮਾਚਾਰਿਆ ਦੀ ਜਿਹੜੀ ਉਹਨੂੰ ਪੌਮਾਚਾਰਿਆ ਨਾਮ ਦੇ ਨਾਲ ਜਾਣਦੇ ਆ। ਉਹਦੇ ਵਿੱਚ ਜਿਹੜਾ ਲਕਸ਼ਮਣ ਹੈ ਉਹ ਰਾਵਣ ਦਾ ਵਧ ਕਰਦਾ ਹੈ, ਰਾਮ ਨਹੀਂ ਕਰਦਾ। ਕਿਉਂ? ਕਿਉਂਕਿ ਰਾਮਚੰਦਰ ਜਿਹੜੇ ਆ ਉਹ ਜੈਨ ਮੁਨੀ ਆ ਤੇ ਇਸ ਕਰਕੇ ਉਹ ਅਹਿੰਸਕ ਆ। ਲక్ష్మణ ਰਾਮ ਦਾ ਵੱਧ ਕਰਦਾ? ਨਹੀਂ, ਰਾਵਣ ਦਾ। ਕਿਉਂਕਿ ਰਾਮ ਨਹੀਂ ਕਰਦੇ, ਕਿਉਂਕਿ ਉਹ ਜੈਨ। ਰਾਵਣ ਦਾ ਵੱਧ ਲక్ష్మణ ਕਰਦਾ। ਜੀ। ਕਿਉਂਕਿ ਜਿਹੜੇ ਰਾਮ ਆ ਉਹ ਕਹਿੰਦੇ ਕਿ ਰਾਮਚੰਦਰ ਜੈਨ ਮੁਨੀ ਆ, ਇਸ ਕਰਕੇ ਉਹ ਵਾਇਲੈਂਸ ਦੇ ਵਿੱਚ ਨਹੀਂ ਹੈਗੇ, ਤਾਂ ਕਰਕੇ ਉਹਨਾਂ ਨੇ ਆਪਣੇ ਹਿਸਾਬ ਨਾਲ ਇਹਨੂੰ ਇੰਟਰਪ੍ਰੀਟ ਕਰ ਦਿੱਤਾ। ਮਤਲਬ ਜਿੱਦਾਂ ਜਿਹੜੇ ਹਿਸਾਬ ਨਾਲ ਹੋਇਆ ਉਹਨਾਂ ਨੇ ਉਸ ਹਿਸਾਬ ਨਾਲ ਜਿਹੜੇ ਸੋਸਾਇਟੀ, ਜਿਹੜੇ ਕਲਚਰ ਦੇ ਲੋਕਾਂ ਨੇ ਜਿਸ ਤਰੀਕੇ ਨਾਲ ਅਪਣਾਇਆ, ਉਹਨਾਂ ਨੇ ਆਪਣੀਆਂ ਵੈਲਿਊਜ਼ ਨੂੰ ਪ੍ਰੋਪੇਗੇਟ ਕਰਨ ਲਈ ਇਹਦੀ ਟ੍ਰਾਂਸਲੇਸ਼ਨ ਨੂੰ ਆਪਣੇ ਤਰੀਕੇ ਨਾਲ ਯੂਜ਼ ਕਰ ਲਿਆ। ਜੀ। ਇਸ ਤੋਂ ਬਾਅਦ ਗੁਨਾਭਦਰਾ, ਉਤਾਰਾ ਪੁਰਾਣ ਤੇ ਅਦਭੁਤ ਰਾਮਾਇਣ। ਹੁਣ ਅਦਭੁਤ ਰਾਮਾਇਣ ਦੀ ਜਿਹੜੀ ਅੱਛੀ ਗੱਲ ਉਹ ਇਹ ਆ ਕਿ ਇਹ ਵੀ ਵਾਲਮੀਕੀ ਦੇ ਨਾਮ ਹੀ ਲੱਗਦੀ ਆ, ਕਿ ਇਹ ਵੀ ਵਾਲਮੀਕੀ ਨੇ ਲਿਖੀ ਆ। ਉਹਦੇ ਵਿੱਚ ਜਿਹੜੀ ਸੀਤਾ ਹੈ ਉਹ ਰਾਵਣ ਦੀ ਬੇਟੀ ਹੈ। ਸੀਤਾ ਰਾਵਣ ਦੀ ਬੇਟੀ ਹੈ। ਹਾਂਜੀ ਜੀ। ਔਰ ਬਕਾਇਦਾ ਕਿਉਂਕਿ ਰਾਵਣ ਨੂੰ ਇਹ ਭਵਿਸ਼ਵਾਣੀ ਹੋਈ ਸੀ ਕਿ ਜੇ ਤੇਰਾ ਕੁਲ ਦਾ ਜਿਹੜਾ ਨਾਸ ਹੋਣਾ ਆ ਉਹ ਤੇਰੇ ਬੱਚੇ ਤੋਂ ਹੋਣਾ ਆ। ਹੁਣ ਇਹਦੇ ਵਿੱਚ ਵੀ ਅੱਗੇ ਬੜੀਆਂ ਸਾਰੀਆਂ ਗੱਲਾਂ ਹੈਗੀਆਂ ਕਿ ਕੋਈ ਕਹਿੰਦਾ ਕੋਈ ਅਵਤਾਰ ਸੀ, ਸੋ ਉਹਨਾਂ ਵਿੱਚ ਆਪਾਂ ਨਹੀਂ ਜਾਂਦੇ, ਬਹੁਤ ਲੰਬਾ ਪ੍ਰੋਗਰਾਮ ਹੋ ਜਾਊਗਾ। ਤੋ ਉਹ ਜਦੋਂ ਰਾਵਣ ਫਿਰ ਉਹਨਾਂ ਨੂੰ ਦੱਬ ਦਿੰਦਾ ਹੈ ਤੇ ਜਦੋਂ ਫਿਰ ਉਹ ਜਨਕ ਨੂੰ ਮਿਲਦੇ ਆ ਤੇ ਉਸ ਤੋਂ ਬਾਅਦ ਫਿਰ ਮਾਤਾ ਸੀਤਾ ਦਾ ਜਿਹੜਾ ਵਿਆਹ ਆ ਉਹ ਰਾਮਚੰਦਰ ਨਾਲ ਹੋ ਜਾਂਦਾ ਹੈ, ਫਿਰ ਉਹਨਾਂ ਨੂੰ ਬਨਵਾਸ ਹੋ ਜਾਂਦਾ। ਤੋ ਰਾਵਣ ਜਿਹੜਾ ਹੈ ਉਹ ਇਹ ਸੋਚਦਾ ਕਿ ਮੇਰੀ ਬੇਟੀ ਆਪਣੀ ਪੁੱਤਰੀ ਮੋਹ ਦੇ ਵਿੱਚ ਕਿ ਮੇਰੀ ਬੇਟੀ ਹੋਵੇ ਔਰ ਜੰਗਲਾਂ 'ਚ ਧੱਕੇ ਖਾਂਦੀ ਫਿਰਦੀ ਆ, ਉਹ ਤਾਂ ਉਹਨਾਂ ਨੂੰ ਉੱਥੋਂ ਲੈ ਕੇ ਆਉਂਦੇ ਆ। ਮਤਲਬ ਉਹ ਇਸ ਰਾਮਾਇਣ ਦੇ ਅਕੋਰਡਿੰਗ, ਠੀਕ ਹੈ ਜੀ। ਉਸ ਤੋਂ ਬਾਅਦ ਰਾਮਕ੍ਰਿਤੀ ਤੇ ਰਾਮਾਕੀਅਨ ਜਿਹੜੀ ਹੈਗੀ ਆ ਉਹ ਥਾਈ ਵਰਜ਼ਨ ਆ। ਥਾਈ ਵਰਜ਼ਨ ਦੇ ਵਿੱਚ ਜਿਹੜੇ ਹਨੂਮਾਨ ਹੈ ਉਹ ਮੰਕੀ ਗੋਡ ਨਹੀਂ ਆ, ਉਹ ਬਕਾਇਦਾ ਇੱਕ ਟ੍ਰਾਈਬਲ ਲੀਡਰ ਹੈ। ਜੀ। ਔਰ ਉਹ ਬ੍ਰਹਮਚਾਰੀ ਵੀ ਨਹੀਂ ਆ, ਉਹ ਔਰਤਾਂ ਦੇ ਪ੍ਰਤੀ ਬੜਾ ਮਤਲਬ ਹੀ ਇਜ਼ ਅ ਲੇਡੀਜ਼ ਮੈਨ, ਠੀਕ ਆ, ਔਰ ਉਹ ਵੀ ਨਹੀਂ ਹੈ। ਇਸ ਤੋਂ ਬਾਅਦ ਆ ਜਾਂਦੀ ਹੈ ਗੌਂਡ ਰਾਮਾਇਣ। ਗੌਂਡ ਰਾਮਾਇਣ ਦੇ ਵਿੱਚ ਬਕਾਇਦਾ ਲਕਸ਼ਮਣ ਦੀ ਅਗਨੀ ਪ੍ਰੀਖਿਆ ਹੁੰਦੀ ਆ। ਮਤਲਬ ਸੀਤਾ ਦੀ ਅਗਨੀ ਪ੍ਰੀਖਿਆ ਨਹੀਂ ਹੁੰਦੀ, ਲਕਸ਼ਮਣ ਦੀ ਹੁੰਦੀ ਆ। ਉਹਦੇ ਵਿੱਚ ਉਹ ਇੰਦਰ ਦੀ ਜਿਹੜੀ ਬੇਟੀ ਆ ਉਹਦੇ ਨਾਲ, ਇੰਦਰ ਦੀ ਬੇਟੀ ਨੂੰ ਉਹਦੇ ਨਾਲ ਪਿਆਰ ਹੋ ਜਾਂਦਾ ਔਰ ਉਹ ਸਾਰੀ ਅੱਗੇ ਬੜੀ ਲੰਬੀ ਚੌੜੀ ਕਹਾਣੀ ਆ। ਹੁਣ ਇਹਨਾਂ ਸਾਰੀਆਂ ਰਾਮਾਇਣਾਂ ਦੇ ਵਿੱਚ ਇੱਕ ਬੜੀ ਇੰਪੋਰਟੈਂਟ ਰਾਮਾਇਣ ਜਿਹਦਾ ਮੈਂ ਜ਼ਿਕਰ ਕਰਨਾ ਚਾਹੂੰਗੀ, ਉਹ ਹੈ ਪਰਿਆਰ ਸਾਹਿਬ ਦੀ ਰਾਮਾਇਣ, ਜਿਹਨੂੰ ਉਹ ਸਾਚੀ ਰਾਮਾਇਣ ਕਹਿੰਦੇ ਆ। ਉਹਦੇ ਵਿੱਚ ਉਹ ਸਾਰਾ ਕੁਝ ਹੀ ਚੇਂਜ ਕਰ ਦਿੰਦੇ ਆ। ਉਹ ਬਕਾਇਦਾ ਰਾਮਚੰਦਰ ਦਾ ਨਾਮ ਵੀ ਹੋਰ ਦੱਸਦੇ ਆ ਔਰ ਉਹ ਕਹਿੰਦੇ ਆ ਕਿ ਰਾਮਚੰਦਰ ਜਿਹੜੇ ਆ ਉਹ ਬਾਹਰੋਂ ਆਏ ਆ ਔਰ ਰਾਮਚੰਦਰ ਦਾ ਨਾਮ ਰਾਮਚੰਦਰ ਨਹੀਂ, ਉਹਦੇ ਪਿੱਛੇ ਕੁਝ ਸੁੰਗ ਲੱਗਦਾ ਆ, ਹੈਨਾ। ਉਹ ਰਾਜਾ ਆ ਔਰ ਉਹ ਜਦੋਂ ਆਏ ਤੇ ਉਹਨਾਂ ਨੇ ਬੁੱਧਿਸਟ ਲੋਕਾਂ ਉੱਤੇ ਬੜੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਬਕਾਇਦਾ ਬੁੱਧਿਸਟ ਲੋਕਾਂ ਦੇ ਸਿਰਾਂ ਦੇ ਮੁੱਲ ਪਏ ਔਰ ਸਿਰ ਜਿਹੜੇ ਹੈਗੇ ਆ ਉੱਥੇ ਰੱਖੇ ਗਏ। ਜਿਹੜੀ ਨਦੀ ਦੇ ਕੰਢੇ ਅਯੋਧਿਆ ਮੰਨੀ ਜਾਂਦੀ ਹੈ, ਸਰਾਯੂ ਨਦੀ। ਪਰਿਆਰ ਸਾਹਿਬ ਕਹਿੰਦੇ ਆ ਕਿ ਉਹ ਸਰਾਯੂ ਦਾ ਨਾਮ ਹੀ ਸਿਰਾਂ ਦੇ ਕਰਕੇ ਪਿਆ ਸੀ। ਬਿਲਕੁਲ। ਇਹਦੇ ਤੇ ਮੇਰਾ ਖਿਆਲ ਇੱਕ ਛੋਟੀ ਜੀ ਡਾਕੂਮੈਂਟਰੀ ਜੀ ਵੀ ਬਣੀ ਹੋਈ ਹੈਗੀ, ਉਹ ਵੀ ਸ਼ਾਇਦ ਕਿਸੇ ਨੇ ਦੇਖੀ ਹੋਵੇ। ਜੀ ਬਿਲਕੁਲ ਬਣੀ ਹੋ ਸਕਦੀ ਹੈ, ਹਨਾ। ਪਰਿਆਰ ਸਾਹਿਬ ਦੀ ਬੜੀ ਫੇਮਸ ਰਾਮਾਇਣ ਆ, ਪਤਾ ਨਹੀਂ ਕਿਉਂ ਸਾਡੇ ਲੋਕ ਪੜ੍ਹਦੇ ਨਹੀਂ, ਉਹਦਾ ਨਾਮ ਸਾਚੀ ਰਾਮਾਇਣ ਆ। ਹੁਣ ਪਰਿਆਰ ਸਾਹਿਬ ਕਿਉਂਕਿ ਆਪ ਦਲਿਤਾਂ ਦੇ ਹੱਕਾਂ ਦੇ ਵਾਸਤੇ ਲੜਦੇ ਰਹੇ ਆ ਤੇ ਬਕਾਇਦਾ ਜਿੱਥੇ ਸ਼ੰਭੁਕ ਦਾ ਕਤਲ ਹੋਊਗਾ ਤੇ ਉਹ ਦੱਸਣਗੇ ਕਿ ਕਿਉਂ ਹੁੰਦਾ ਆ ਫਿਰ। ਤਾਂ ਉਹਨਾਂ ਨੇ ਆਪਣੇ ਹਿਸਾਬ ਨਾਲ ਉਹਨੂੰ ਕਰ ਲਿਆ। ਮਤਲਬ ਉਹਦੇ 'ਚ ਹੈਗਾ ਸ਼ੰਭੁਕ ਦੇ ਕਤਲ ਵਾਲੀ? ਨਹੀਂ, ਸ਼ੰਭੁਕ ਤੇ ਕਤਲ ਦੀ ਗੱਲ ਨਹੀਂ, ਉਹ ਤਾਂ ਬੁੱਧਿਸਟ ਲੋਕਾਂ ਦੀ ਗੱਲ ਕਰਦੇ ਨੇ। ਬਹੁਤ ਸਾਰੇ ਸ਼ੰਭੁਕ ਉੱਥੇ ਇਕੱਠੇ ਹੋਏ ਕਿਉਂਕਿ ਉਹਦੇ ਬੜੇ ਸਾਰੇ ਸ਼ੰਭੁਕਾਂ ਦੇ ਜਿਹੜੇ ਆ ਸਿਰ ਆਉਂਦੇ ਆ। ਖੈਰ, ਇਸੇ ਸੰਦਰਭ ਦੇ ਵਿੱਚ ਹੁਣ ਜੇ ਆਪਾਂ ਸਿੰਪਲ ਟ੍ਰਾਂਸਲੇਸ਼ਨਸ ਦੀ ਗੱਲ ਕਰੀਏ ਤੇ ਵਿਲੀਅਮ ਕੈਰੀ ਬਕਾਇਦਾ ਇੰਗਲਿਸ਼ ਵਿੱਚ ਰਾਮਾਇਣ ਦੀ ਟ੍ਰਾਂਸਲੇਸ਼ਨ ਕਰਾਉਂਦੇ ਆ ਕਿਉਂਕਿ ਉਹ ਉੱਥੇ ਰੂਲ ਕਰ ਰਹੇ ਸੀ ਤੇ ਜਦੋਂ ਤੁਸੀਂ ਕਿਸੇ ਤੇ ਰੂਲ ਕਰਨਾ ਆ ਤੁਹਾਨੂੰ ਉਹਨਾਂ ਦੇ ਕਲਚਰ ਬਾਰੇ ਹੀ ਨਹੀਂ ਪਤਾ, ਉਹਨਾਂ ਦੇ ਬਿਲੀਫ ਬਾਰੇ ਨਹੀਂ ਪਤਾ, ਤੁਸੀਂ ਕਰੋਗੇ ਕੀ। ਇਸ ਕਰਕੇ ਵਿਲੀਅਮ ਕੈਰੀ ਨੇ ਟ੍ਰਾਂਸਲੇਸ਼ਨ ਕੀਤੀ, ਪਰ ਟ੍ਰਾਂਸਲੇਸ਼ਨ ਦੇ ਨਾਲ ਵਿਲੀਅਮ ਕੈਰੀ ਹਿੰਦੂ ਨਹੀਂ ਹੋ ਗਏ ਜਾਂ ਉਹ ਰਾਮ ਭਗਤ ਨਹੀਂ ਹੋ ਗਏ, ਠੀਕ ਹੈ ਜੀ। ਅਕਬਰ ਦੀ ਤੁਸੀਂ ਗੱਲ ਕਰ ਚੁੱਕੇ ਆ। ਬੜੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਇਹਦੀ ਗੱਲ ਆਈ ਜਾਂਦੀ ਆ ਕਿ ਅਕਬਰ ਨੇ ਕਰਾਇਆ ਟ੍ਰਾਂਸਲੇਸ਼ਨ, ਕਿਹਦੇ ਕੋਲੋਂ ਕਰਾਇਆ? ਮੁੱਲਾ ਅਬਦੁਲ ਕਾਦਰ ਬੇਦਿਆਨੀ, ਇਹਦੇ ਕੋਲ ਉਹਨਾਂ ਨੇ ਟ੍ਰਾਂਸਲੇਸ਼ਨ ਕਰਾਇਆ ਅਕਬਰ ਨੇ। ਪਰ ਅਕਬਰ ਰਾਮ ਭਗਤ ਨਹੀਂ ਹੋ ਗਿਆ।
ਜੀ ਜੀ ਇਸੇ ਤਰੀਕੇ ਨਾਲ ਜਹਾਂਗੀਰ ਦੇ ਟਾਈਮ ਵੀ 2 ਰਮਾਇਣਾਂ ਚੱਲਦੀਆਂ ਆ। ਫਿਰ ਅਗਰ ਤੁਸੀਂ ਕਿਸੇ ਨੇ ਵੀ ਅਗਰ ਇਹਦਾ ਪ੍ਰੋਪਰ ਸਾਰਾ ਵੇਖਣਾ ਹੋਵੇ ਕਿ ਕੀ ਰਮਾਇਣ ਹੈ, ਕਿੰਨੀਆਂ ਟਰਾਂਸਲੇਸ਼ਨਸ ਹੈ, ਕਿੰਨੀਆਂ ਫੋਰਨ ਲੈਂਗੁਏਜਸ ਵਿੱਚ ਹੈ, ਤਾਂ ਇੱਕ ਕ੍ਰਿਟੀਕਲ ਇਨਵੈਂਟਰੀ ਆਫ ਰਾਮਾਇਣਾ ਬਾਈ ਕੇ ਕ੍ਰਿਸ਼ਨਾ ਮੂਰਤੀ ਐਂਡ ਸਤਕਾਰੀ ਮਖੋਪਾਧਿਆਏ, ਇਹ ਕਿਤਾਬ ਤੁਸੀਂ ਲੈ ਕੇ ਪੜ੍ਹ ਲਓ, ਉਹਦੇ 'ਚ ਸਾਰਾ ਕੁਝ ਹੀ ਹੈ ਜੀ। ਹੁਣ ਆਪਾਂ ਆਈਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਉੱਤੇ। ਸਭ ਤੋਂ ਪਹਿਲਾਂ ਤੇ ਆ ਜਿਹੜੀ ਕਿਤਾਬ ਹੈ ਨਾ, ਇਹਦਾ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਫੇਸਬੁੱਕ ਉੱਪਰ ਇਹ ਬਹੁਤ ਘੁੰਮੀ ਹੈ। ਹੁਣ ਦਿਖਾਓ। ਬਿਲਕੁਲ, ਫੇਸਬੁੱਕ ਉੱਪਰ ਇਹ ਕਿਤਾਬ ਬਹੁਤ ਘੁੰਮੀ ਹੈ ਜੀ। ਔਰ ਇਹਦੇ ਉੱਤੇ ਬਕਾਇਦਾ ਲਿਖਿਆ ਆ ਦ ਰਾਮਾਇਣਾ ਬਾਈ ਸ਼੍ਰੀ ਗੁਰੂ ਗੋਬਿੰਦ ਸਿੰਘ, ਰਾਮ ਅਵਤਾਰ ਕ੍ਰਿਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਹੁਣ ਇੱਥੇ ਇੱਕ ਗੱਲ ਸਮਝਣੀ ਬੜੀ ਜ਼ਰੂਰੀ ਹੈ ਕਿ ਰਾਮਾਇਣ ਤੇ ਰਾਮ ਅਵਤਾਰ ਇੱਕੋ ਨਹੀਂ ਆ, ਦੋਨਾਂ ਦੇ ਵਿੱਚ ਫਰਕ ਹੈ। ਦੋਨਾਂ ਦੇ ਵਿੱਚ ਫਰਕ ਹੈ ਜੀ। ਫਰਕ ਕੀ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ। ਜੀ ਜਰੂਰ। ਹੁਣ ਰਾਮਾਇਣ ਨੂੰ ਰਾਮ ਅਵਤਾਰ ਕਹਿ ਦੇਣਾ, ਇਹ ਬਲਜੀਤ ਕੌਰ ਕਲਸੀ ਹੁਣਾਂ ਦੀ, ਤੁਲਸੀ ਹੁਣਾਂ ਦੀ ਭੁੱਲ ਤਾਂ ਹੋ ਸਕਦੀ ਆ, ਪਰ ਆਥੈਂਟਿਕ ਚੀਜ਼ ਨਹੀਂ ਹੈ। ਜੀ ਜੀ। ਅਗਲੇ ਪੇਜ ਦੇ ਉੱਪਰ ਸਾਫ਼ ਲਿਖਿਆ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਰਾਮ ਅਵਤਾਰ। ਜੀ ਜੀ। ਸੋ ਬੇਸਿਕਲੀ ਇਹ ਰਾਮ ਅਵਤਾਰ ਹੈ, ਰਾਮਾਇਣ ਨਹੀਂ ਹੈ। ਹੁਣ ਆਪਾਂ ਆਈਏ ਕਿ ਦਸਮ ਗ੍ਰੰਥ ਦੇ ਵਿੱਚ ਰਾਮ ਅਵਤਾਰ ਲਿਖਿਆ ਗਿਆ। ਇਹਨੂੰ ਸਮਝਣ ਲਈ ਕਿ ਦਸਮ ਗ੍ਰੰਥ ਦੇ ਵਿੱਚ ਰਾਮ ਅਵਤਾਰ ਕੀ ਹੈ, ਕਿਵੇਂ ਹੈ, ਉਹ ਆਪਾਂ ਨੂੰ, ਮੈਨੂੰ ਫਿਰ ਤੁਹਾਨੂੰ ਸ਼ੁਰੂ ਤੋਂ ਲੈ ਕੇ ਜਾਣਾ ਪਊਗਾ। ਮੈਨੂੰ ਪਤਾ ਟਾਈਮ ਆਪਣੇ ਕੋਲ ਘੱਟ ਹੈ, ਪਰ ਕੋਸ਼ਿਸ਼ ਕਰੂੰਗੀ ਮੈਂ ਜਲਦੀ ਕਰਾਂ, ਸਾਰਾ ਕਲੈਰੀਫਾਈ ਕਰਾਂਗਾ। ਦੇਖੋ ਜੀ, ਦਸਮ ਗ੍ਰੰਥ ਪਹਿਲੇ ਜਦੋਂ ਸ਼ੁਰੂ ਹੁੰਦੇ ਆ ਤਾਂ ਜਾਪ ਸਾਹਿਬ ਤੋਂ ਸ਼ੁਰੂ ਹੁੰਦੇ ਆ, ਤੇ ਪਹਿਲੀ ਲਾਈਨ ਜਿਹੜੀ ਹੈ ਆਪਣੇ ਕੋਲ ਉਹ ਆਉਂਦੀ ਆ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, रूप रंग अर रेख पेख कहो कह न सकत के, अचल मूरत अनुभव प्रकाश अमतोज कहीजे, कोट इंद्र इंद्रास इंद्रान साह साहण गणीजे। ਹੁਣ ਇਹ ਸਾਰੇ ਦੇ ਵਿੱਚ ਉਹ ਦੱਸ ਦਿੰਦੇ ਆ ਕਿ ਕੀ ਚੀਜ਼ ਆ, ਮੈਂ ਕਿਹੜੇ ਪਰਮਾਤਮਾ ਨੂੰ ਮੰਨਦਾ ਆ। ਪਹਿਲੀਆਂ ਲਾਈਨਾਂ ਦੇ ਵਿੱਚ ਹੀ ਉਹ ਬੜਾ ਕਲੀਅਰ ਦੱਸ ਦਿੰਦੇ ਆ ਕਿ ਪਰਮਾਤਮਾ ਹੈ ਕੀ ਜੀ। ਬਿਲਕੁਲ। ਨਾ ਉਹਦਾ ਚੱਕਰ, ਨਾ ਉਹਦੀ ਕੋਈ ਚਿੰਨ੍ਹ, ਨਾ ਉਹਦੀ ਕੋਈ ਵਰਣ, ਨਾ ਉਹਦੀ ਕੋਈ ਜਾਤ ਹੈ, ਬੜਾ ਕਲੀਅਰ ਦੱਸ ਦਿੰਦੇ ਆ। ਇਸ ਤੋਂ ਅੱਗੇ ਆਪਾਂ ਚੱਲੀਏ ਹੁਣ ਤੇ ਆਉਂਦੀ ਹੈ ਜੀ ਅਕਾਲ ਉਸਤਤ। ਅਕਾਲ ਉਸਤਤ ਦੇ ਵਿੱਚ ਉਹ ਇਹ ਵੀ ਦੱਸ ਦਿੰਦੇ ਆ ਕਿ ਕੋਈ ਵੀ ਤੁਹਾਨੂੰ ਸਮਝ ਨਹੀਂ ਸਕਦਾ ਉਸ ਪਰਮਾਤਮਾ ਦਾ ਜਿਹਦਾ ਜ਼ਿਕਰ ਉਹਨਾਂ ਨੇ ਪਹਿਲਾਂ ਕੀਤਾ, ਉਹਨੂੰ ਕੋਈ ਸਮਝ ਨਹੀਂ ਸਕਦਾ, ਇਹਨੂੰ ਕੰਟੀਨਿਊਟੀ ਚ ਪੜਨਾ ਪਊਗਾ। ਸਾਫ਼ ਲਿਖਿਆ ਹੈ, ਹੇ ਪ੍ਰਭੂ, ਬੁੱਧ ਅਤੇ ਜੈਨ ਮਤ ਨੂੰ ਮੰਨਣ ਵਾਲੇ ਸ਼ਰਾਵਕਾਂ, ਕਰਮਕਾਂਡੀਆਂ, ਸਿੱਧਾਂ, ਜੋਗੀਆਂ ਅਤੇ ਜਤੀਆਂ ਦੇ ਸਿਧਾਂਤਕ ਵਿਚਾਰਾਂ ਨੂੰ ਘੋਖ ਲਿਆ ਹੈ ਜੀ। ਸ਼ੂਰਵੀਰਾਂ, ਦੇਵਤਿਆਂ ਦੇ ਵੈਰੀ, ਦੈਂਤਾਂ ਅਤੇ ਸ਼ੁੱਧ ਅੰਮ੍ਰਿਤ ਪਾਨ ਕਰਨ ਵਾਲੇ, ਸੁਧਾ ਜਿਹੜੇ ਪਾਨ ਕਰਨ ਵਾਲੇ ਦੇਵਤਿਆਂ ਅਤੇ ਅਨੇਕ ਪ੍ਰਕਾਰ ਦੇ ਸੰਤਾਂ ਦੀਆਂ ਮੰਡਲੀਆਂ ਨੂੰ ਤੁਰ ਫਿਰ ਕੇ ਵੇਖ ਲਿਆ ਹੈ। ਸਾਰਿਆਂ ਦੇਸ਼ਾਂ ਦੇ ਮਤਾਂ ਮਤਾਂਤਰਾਂ ਨੂੰ ਵੇਖ ਲਿਆ ਹੈ, ਪਰ ਕੋਈ ਵੀ ਅਜਿਹਾ ਨਹੀਂ ਵੇਖਿਆ ਜੋ ਪਰਮਾਤਮਾ ਦਾ ਬਣਿਆ ਹੋਵੇ। ਪਰਮਾਤਮਾ ਦੀ ਕਿਰਪਾ ਦੀ ਭਾਵਨਾ ਅਤੇ ਇੱਕ ਮਾਤਰ ਪ੍ਰੀਤ ਵਿੱਚ ਰਤੀ ਦਾ ਵੀ ਨਹੀਂ ਹੈ। ਠੀਕ ਹੈ ਜੀ। ਹੁਣ ਉਹ ਸਾਰੇ ਮਤਾਂ ਦੀ ਗੱਲ ਕਰਦੇ ਅਕਾਲ ਉਸਤਤ ਦੇ ਵਿੱਚ, ਔਰ ਇਹਨੂੰ ਤੁਸੀਂ ਅਗਰ ओरिजिनल ਟੈਕਸਟ ਤਾਂ ਆਪਣੇ ਆਪ ਪੜ੍ਹ ਲਿਓ ਕਿਉਂਕਿ ਉਹ ਬੜੀਆਂ, ਬਿਲਕੁਲ ਠੀਕ ਹੈ ਜੀ ਜੀ। ਹੁਣ ਪਹਿਲਾਂ ਉਹਨਾਂ ਨੇ ਕਲੀਅਰ ਕਰਤਾ ਕਿ ਪਰਮਾਤਮਾ ਹੈ ਕਿਹੋ ਜਿਹਾ, ਫਿਰ ਉਹਨਾਂ ਨੇ ਕਲੀਅਰ ਕਰਤਾ ਕਿ ਕੋਈ ਮਤ, ਕੋਈ ਜਿਹੜੇ ਸਮਝ ਨਹੀਂ ਸਕਿਆ ਅਜੇ ਤੱਕ, ਬੁੱਧ ਜਾਂ ਜੈਨ ਕੋਈ ਵੀ ਨਹੀਂ ਸਮਝ ਸਕਿਆ। ਉਸ ਤੋਂ ਅੱਗੇ ਆਪਾਂ ਆ ਜਾਈਏ ਬਚਿੱਤਰ ਨਾਟਕ ਦੇ ਵਿੱਚ। ਹੁਣ ਬਹੁਤ ਲੋਕ ਅੱਗੇ ਜਦੋਂ ਮੈਂ ਅਖੀਰ ਤੇ ਗੱਲ ਕਰੂੰਗੀ ਤਾਂ ਉਹ ਗੱਲ ਇਸ ਦਾ ਸਵਾਲ ਵੀ ਚੁੱਕਦੇ ਆ। ਉਹ ਕਹਿੰਦੇ ਨੇ, ਸ਼੍ਰੀ ਖੜਗ ਨੂੰ ਹਿਤ ਚੇਤ ਨਾਲ ਨਮਸਕਾਰ ਕਰਦਾ ਹਾਂ। ਸ਼੍ਰੀ ਖੜਗ, ਜੇ ਤੁਸੀਂ ਮੇਰੀ ਸਹਾਇਤਾ ਕਰੋ ਤਾਂ ਮੈਂ ਇਸ ਗ੍ਰੰਥ ਨੂੰ ਪੂਰਾ ਕਰ ਲਵਾਂਗਾ। ਉਹ ਖੜਗ ਦੀ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਇਵੋਕ ਕਰਦੇ ਆ। हे ਪ੍ਰਭੂ, ਤੂੰ ਸਦਾ ਇੱਕ ਜੋਤ ਵਾਲਾ, ਅਣਜਨਮੇ ਸਰੂਪ ਵਾਲਾ ਹੈ। ਤੂੰ ਮਹਾਦੇਵਾਂ ਦਾ ਵੀ ਦੇਵ ਅਤੇ ਵੱਡਿਆਂ ਰਾਜਿਆਂ ਦਾ ਵੀ ਰਾਜਾ ਹੈ। ਤੂੰ ਨਿਰਾਕਾਰ, ਨਿਤ ਰੂਪ ਰਹਿਤ ਅਤੇ ਨਿਰਵਾਣ ਸਰੂਪ ਹੈ। ਤੂੰ ਸ਼ਕਤੀ ਦਾ ਕਾਰਨ ਰੂਪ ਹੈ, ਖੜਗਧਾਰੀ। ਹੁਣ ਜਿਹੜਾ ਖੜਗਧਾਰੀ ਹੈ ਨਾ, ਇਹਨੂੰ ਤੁਸੀਂ ਸਮਝ ਲਓ ਕਿ ਉਹ ਖੜਗਧਾਰੀ ਕਹਿੰਦੇ ਕਿਹਨੂੰ ਆ ਜੀ। ਕਿਉਂਕਿ ਜਦੋਂ ਅਖੀਰ ਤੇ ਮੈਂ ਗੱਲ ਕਰਨੀ ਹੈ ਤਾਂ ਲੋਕਾਂ ਨੇ ਕਹਿਣਾ ਆ ਕਿ ਅਸਪਾਨ ਕੌਣ ਹੋਇਆ, ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ, ਉਹ ਮੈਂ ਉਹਦੀ ਗੱਲ ਕਰ ਰਹੀ ਜੀ 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 ਜ਼ਰੂਰ। ਹੁਣ ਉਹਦੇ ਵਿੱਚ ਉਹ ਕਹਿੰਦੇ ਨੇ, ਅਗੇਨ ਖੜਗ ਦੀ ਗੱਲ ਕਰਦੇ ਆ, ਹੇ ਦੇਵਤਿਆਂ ਦੇ ਦੇਵਤੇ ਤੈਨੂੰ ਨਮਸਕਾਰ ਹੈ। ਹੇ ਖੜਗਧਾਰੀ ਤੈਨੂੰ ਨਮਸਕਾਰ ਹੈ। ਤੂੰ ਸਦਾ ਇੱਕ ਰੂਪ ਵਿੱਚ ਰਹਿਣ ਵਾਲਾ ਅਤੇ ਵਿਕਾਰਾਂ ਤੋਂ ਰਹਿਤ ਹੈ। ਹੁਣ ਖੜਗਧਾਰੀ ਉਹ ਕਹਿੰਦੇ ਕਿਹਨੂੰ ਹੈ? ਹੇ ਤਲਵਾਰ, ਖੰਡੇ, ਕਿਰਪਾਨ ਅਤੇ ਕਟਾਰ ਦੇ ਸਰੂਪ ਵਾਲੇ ਜੀ, ਤੈਨੂੰ ਨਮਸਕਾਰ ਹੈ। ਸਦਾ ਇੱਕ ਰੂਪ ਅਤੇ ਵਿਕਾਰਾਂ ਤੋਂ ਰਹਿਤ ਤੈਨੂੰ ਨਮਸਕਾਰ ਹੈ। ਹੁਣ ਇਹ ਗੱਲ ਧਿਆਨ ਨਾਲ ਸਮਝਿਓ ਜੇ,
ਕਿ ਉਹਨਾਂ ਨੇ ਪਰਮਾਤਮਾ ਨੂੰ ਕੋਈ ਐਸਾ ਨਹੀਂ ਮੰਨਿਆ ਕਿ ਜਿਹਨੂੰ ਤੁਹਾਡੀ ਲੋੜ ਹੋਵੇ। ਉਹ ਬਕਾਇਦਾ ਉਹਨੂੰ ਇੱਕ ਤਾਕਤ ਦਾ ਪੁੰਜ ਦੱਸਦੇ ਪਏ ਆ ਕਿ ਉਹ ਖੜਗਧਾਰੀ ਆ, ਕਿਉਂਕਿ ਉਹਨਾਂ ਵੇਲਿਆਂ ਵਿੱਚ ਜਿਹੜੇ ਲੋਕ ਆਪਣੇ ਆਪ ਨੂੰ ਦੱਬਿਆ ਲਫ਼ਜ਼ ਪਰਮਾਤਮਾ ਲਈ ਵਰਤ ਰਹੇ ਆ ਕਿ ਤੂੰ ਹੀ ਕਟਾਰ ਦਾ ਰੂਪ ਹੈ, ਤੂੰ ਹੀ ਖੰਜਰ ਦਾ ਰੂਪ ਹੈ, ਕਿਉਂਕਿ ਲੋਕ ਪਰਮਾਤਮਾ ਦੇ ਕੋਲੋਂ ਹੀ ਮੰਗਦੇ ਸੀ ਨਾ ਕਿ ਸਾਨੂੰ ਬਚਾ, ਤੇ ਉਹਨਾਂ ਕਿਹਾ ਕਿ ਤੁਹਾਨੂੰ ਬਚਾਉਣਾ ਪੈਣਾ ਕਿਉਂਕਿ ਉਹ ਆਪ ਖੜਗਧਾਰੀ ਆ, ਉਹਦਾ ਹੀ ਰੂਪ ਜਿਹੜਾ ਆ ਉਹ ਖੰਜਰ ਆ, ਉਹਦਾ ਹੀ ਰੂਪ ਤਲਵਾਰ ਆ, ਤੇ ਤਲਵਾਰ ਨੂੰ ਹੱਥ 'ਚ ਲੈਣਾ ਤੁਹਾਨੂੰ ਪੈਣਾ ਆ। ਬਿਲਕੁਲ ਬਿਲਕੁਲ। ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਜਦੋਂ ਆਪਾਂ ਕਵਾਂਗੇ ਕਿ ਉਹਨਾਂ ਨੂੰ ਫਿਰ ਲੋੜ ਕੀ ਪਈ, ਇੱਥੇ ਮੈਂ ਗੱਲ ਕਰੂੰਗੀ ਲਿਮਿਟੇਸ਼ਨਸ ਦੀ। ਜੀ ਜੀ। ਜਦੋਂ ਇਹ ਸਾਰਾ ਕੁਝ ਦੱਸ ਦਿੰਦੇ ਆ ਕਿ ਪ੍ਰਮਾਤਮਾ ਕਿਹੋ ਜਿਹਾ ਆ, ਉਹਨੂੰ ਕੋਈ ਪਾ ਨਹੀਂ ਸਕਦਾ, ਫਿਰ ਉਹ ਇਹ ਵੀ ਦੱਸ ਦਿੰਦੇ ਆ ਕਿ ਤਲਵਾਰ ਵਰਗਾ ਹੀ ਉਹਦਾ ਰੂਪ ਆ, ਕਿ ਜੇ ਤੁਸੀਂ ਉਹਨੂੰ ਮੰਨਦੇ ਆ, ਉਹਨੂੰ ਧਿਆਉਂਦੇ ਆ ਤੇ ਉਹਨੂੰ ਕਹਿੰਦੇ ਸਾਡੀ ਮਦਦ ਕਰ, ਤੇ ਆ ਖੜਗ ਹੈ, ਇਹ ਤੁਹਾਨੂੰ ਆਪ ਚੁੱਕਣੀ ਪੈਣੀ ਹੈ ਤੇ ਆਪਣੀ ਗਲੋਂ ਗੁਲਾਮੀ ਜਿਹੜੀ ਆਪ ਲਾਉਣੀ ਪੈਣੀ ਹੈ। ਜੀ ਹੈ ਨਾ, ਆ ਪਰਮਾਤਮਾ ਨੂੰ ਤੁਸੀਂ ਕਹਿੰਦੇ ਹੋ ਸਾਡੀ ਮਦਦ ਕਰ, ਆ ਪਰਮਾਤਮਾ ਹੈ ਤੇ ਇਹਦੀ ਮਦਦ ਮੰਗੋ, ਇਹਦੇ ਕੋਲੋਂ ਮਦਦ ਲਓ, ਪਰਮਾਤਮਾ ਕੋਲੋਂ ਮਦਦ ਮੰਗੋ। ਹਾਂਜੀ। ਹੁਣ ਅੱਗੇ ਆ ਜਾਂਦੇ ਆ, ਬੜਾ ਕਲੀਅਰ ਦੱਸ ਦਿੰਦੇ ਆ ਬਚਿੱਤਰ ਨਾਟਕ ਦੇ ਵਿੱਚ, ਜਿਤਨੇ ਵੀ ਰਾਮ ਆਦि ਅਵਤਾਰ ਹੋਏ ਹਨ ਸਾਰੇ ਅੰਤ ਨੂੰ ਸ਼ਰੀਰ ਤਿਆਗ ਗਏ ਹਨ, ਜਿਤਨੇ ਕ੍ਰਿਸ਼ਨ ਵਰਗੇ ਅਵਤਾਰ ਹੋਏ ਹਨ ਸਾਰੇ ਅੰਤ ਵਿੱਚ ਚਲੇ ਗਏ ਹਨ, ਭਵਿਸ਼ ਵਿੱਚ ਜਿਤਨੇ ਦੇਵਤੇ ਹੋਣਗੇ ਉਹ ਸਾਰੇ ਅੰਤ ਵਿੱਚ ਚਲੇ ਜਾਣਗੇ, ਜਿੰਨੇ ਵੀ ਬੁੱਧ ਵਰਗੇ ਮਹਾਪੁਰਸ਼ ਹੋਏ ਹਨ ਉਹ ਸਾਰੇ ਅੰਤ ਨੂੰ ਨਸ਼ਟ ਹੋ ਗਏ, ਜਿਤਨੇ ਦੇਵ ਰਾਜੇ ਉਹ ਸਾਰੇ ਅੰਤ ਨੂੰ ਚਲੇ ਗਏ। ਹੁਣ ਇਹਦੇ ਵਿੱਚ ਉਹ ਬੜਾ ਕਲੀਅਰ ਦੱਸ ਦਿੰਦੇ ਆ ਲਿਮਿਟੇਸ਼ਨਸ ਜੀ, ਜਦੋਂ ਕਿ ਪਹਿਲਾਂ ਉਹ ਕਹਿੰਦੇ ਆ ਨਾ ਤੂੰ ਕਦੀ ਆਇਆ ਨਾ ਤੂੰ ਕਦੀ ਜਾਣਾ, ਤੂੰ ਇੱਥੇ ਹੀ ਆ, ਹੈਨਾ। ਤੋ ਇਹਨਾਂ ਦੀਆਂ ਲਿਮਿਟੇਸ਼ਨਸ ਦੱਸ ਕੇ ਉਹ ਬੜਾ ਕਲੀਅਰ ਦੱਸ ਦਿੰਦੇ ਆ ਕਿ ਇਹ ਪਰਮਾਤਮਾ ਨਹੀਂ ਜਿਹਦੀ ਗੱਲ ਮੈਂ ਕਰਦਾ ਆ। ਮਤਲਬ ਇਹ ਆਏ ਤੇ ਚਲੇ ਗਏ, ਉਹੀ ਗੱਲ ਜੋ ਗੁਰੂ ਗ੍ਰੰਥ ਸਾਹਿਬ 'ਚ ਰਾਮ ਗਏ ਰਾਵਣ ਗਏ ਜਾਕੋ ਪਰਿਵਾਰ ਇਸ ਜਗ ਮੈਂ ਇੱਥੇ ਕਿਸ ਨਹੀਂ ਸੁਪਨੇ ਜੋ ਸੰਸਾਰ। ਬਿਲਕੁਲ ਬਿਲਕੁਲ ਠੀਕ ਹੈ ਜੀ। ਇਹ ਉਹਨਾਂ ਨੇ ਲਿਮਿਟੇਸ਼ਨਸ ਦੱਸ ਦਿੱਤੀਆਂ ਕਿ ਇਹ ਲਿਮਿਟੇਸ਼ਨਸ ਨੇ ਇਹਨਾਂ ਦੀਆਂ, ਇਸ ਕਰਕੇ ਪਰਮਾਤਮਾ ਨਹੀਂ ਜੀ। ਠੀਕ ਹੈ ਜੀ। ਹੁਣ ਅੱਗੇ ਦੁਬਾਰਾ ਫਿਰ ਲਿਮਿਟੇਸ਼ਨਸ ਦੀ ਗੱਲ ਆਉਂਦੀ ਆ ਕਿ ਰਾਮ ਅਤੇ ਕ੍ਰਿਸ਼ਨ, ਕੀ ਚੰਦਰਮਾ ਤੇ ਸੂਰਜ ਸਾਰੇ ਕਾਲ ਦੀ ਹਜ਼ੂਰੀ ਵਿੱਚ ਹੱਥ ਬੰਨੀ ਖੜੋਤੇ ਹਨ, ਹੈਨਾ। ਹੁਣ ਜਿਹੜੇ ਕਾਲ ਦੇ ਵਿੱਚ, ਕਾਲ ਦੀ ਹਜ਼ੂਰੀ 'ਚ ਆਪਣੇ ਹੱਥ ਬੰਨ ਕੇ ਖੜੇ ਆ, ਜਿਹੜਾ ਅਕਾਲ ਉਸਤਤ ਕਰੂਗਾ ਉਹ ਉਹਨਾਂ ਨੂੰ ਕਦੀ ਨਹੀਂ ਮੰਨੂਗਾ। ਅਰੇ ਮੈਂ ਨਹੀਂ ਕਹੂੰਗੀ, ਆਪਾਂ ਅੱਗੇ ਪ੍ਰੂਵ ਕਰਾਂਗੇ ਜੀ। ਹੁਣ ਗੱਲ ਆਉਂਦੀ ਹੈ ਕਿ ਜੇ ਉਹਨਾਂ ਨੂੰ ਉਹ ਮੰਨਦੇ ਹੀ ਨਹੀਂ ਤੇ ਫਿਰ ਉਹਨਾਂ ਨੇ ਲਿਖਿਆ ਕਿਉਂ, ਫਿਰ ਉਹਨਾਂ ਨੇ ਰਾਮ ਅਵਤਾਰ ਲਿਖਿਆ ਕਿਉਂ। ਹੁਣ ਆਪਾਂ ਇਹਦੀ ਗੱਲ ਇੱਥੇ ਕਰਾਂਗੇ ਬਕਾਇਦਾ ਬਚਿੱਤਰ ਨਾਟਕ ਦੇ ਵਿੱਚ ਹੀ ਜੀ। ਉਹ ਇਹਦੇ ਵਿੱਚ ਉਹ ਬਕਾਇਦਾ ਦੱਸਦੇ ਆ ਕਿ ਕਿੱਦਾਂ ਉਹਨਾਂ ਨੇ ਜਿਹੜੇ ਆ ਉਹ ਧਰਮ, ਜਿਹੜੇ ਅਕਾਲ ਨੇ ਕਿੱਦਾਂ ਲੋਕਾਂ ਨੂੰ ਪੈਦਾ ਕੀਤਾ, ਦੁਸ਼ਟ ਅਤੇ ਦੋਖੀ ਦੈਂਤਾਂ ਦੀ ਰਚਨਾ ਕੀਤੀ। ਔਰ ਇਹ ਬਕਾਇਦਾ ਉਹ ਦੱਸ ਰਹੇ ਆ, ਪਹਿਲਾਂ ਦੱਸ ਰਹੇ ਆ ਕਿ ਮੈਂ ਕਿਉਂ ਆਇਆ ਆ ਇਸ ਧਰਤੀ ਦੇ ਉੱਤੇ, ਤੇ ਉਹ ਦੱਸ ਰਹੇ ਆ ਕਿ ਮੈਂ ਪਰਮਾਤਮਾ ਉਹਨਾਂ ਨੂੰ ਦੱਸ ਰਿਹਾ ਆ ਕਿ ਜਿਹਦੀ ਵੀ ਕੀਤੀ ਉਹਨੇ ਆਪਣਾ ਹੀ ਇੱਕ ਰਾਗ ਲਾਪਣਾ ਸ਼ੁਰੂ ਕਰ ਦਿੱਤਾ। ਪਰਮਾਤਮਾ ਦੀ ਉਹ ਪੂਜਾ ਕਰਨੋਂ ਉਹ ਆਪਣੇ ਭੁੱਜ ਬਲ ਦੇ ਪਾਗਲ ਹੋ ਗਏ ਤੇ ਪਰਮਾਤਮਾ ਦੀ ਪੂਜਾ ਕਰਨੋਂ ਹਟ ਗਏ ਜੀ। ਸ਼ਿਵ ਨੇ ਆਪਣੇ ਆਪ ਨੂੰ ਅਡਿੱਗ ਅਖਵਾਇਆ ਅਤੇ ਵਿਸ਼ਨੂੰ ਨੇ ਆਪਣੇ ਆਪ ਨੂੰ ਪਰਮੇਸ਼ਰ ਸਥਾਪਿਤ ਕੀਤਾ। ਬ੍ਰਹਮਾ ਨੇ ਖੁਦ ਨੂੰ ਪਾਰ ਬ੍ਰਹਮ ਦੱਸਿਆ ਅਤੇ ਪ੍ਰਭੂ ਨੂੰ ਪ੍ਰਭੂ ਕਰਕੇ ਕਿਸੇ ਨੇ ਵੀ ਨਹੀਂ ਜਾਣਿਆ। ਜੋ ਪ੍ਰਭੂ ਨੂੰ ਸਾਖੀ ਦੇਣ ਲਈ ਸਥਾਪਿਤ ਕੀਤੇ ਗਏ ਸਨ, ਜਿਹੜੇ ਕਿ ਚੰਦਰਮਾ ਸੂਰਜ ਜਿਹੜੇ ਉਹਦੀ ਗਵਾਹੀ ਦੇਣੀ ਸੀ, ਉਹ ਇੱਥੇ ਆ ਕੇ ਪ੍ਰਭੂ ਅਖਵਾਉਣ ਲੱਗੇ। ਹੁਣ ਇਸੇ ਤਰੀਕੇ ਨਾਲ ਜਿਹੜੇ ਪਰਮਾਤਮਾ ਨੇ ਸਥਾਪਿਤ ਕੀਤੇ ਉਹ ਖੁਦ ਪ੍ਰਭੂ ਅਖਵਾਉਣ ਲੱਗ ਗਏ, ਕਿਉਂਕਿ ਉਹਨੇ ਤਾਂ ਕਿਹਾ ਸੀਗਾ ਕਿ ਤੁਸੀਂ ਮੇਰੀ ਗਵਾਹੀ ਦੇਣੀ ਹੈ ਕਿ ਮੈਂ ਹੈਗਾ, ਤੇ ਉਹ ਆਪਣੇ ਆਪ ਨੂੰ ਹੀ ਉਹਨਾਂ ਨੂੰ ਲੋਕ ਮੰਨਣ ਲੱਗ ਗਏ। ਬੜੇ ਲੰਬਾ ਚੌੜਾ ਮੈਂ ਸਾਰਾ ਨਹੀਂ ਪੜੂੰਗੀ ਜੀ ਜੀ। ਫਿਰ ਉਸ ਤੋਂ ਬਾਅਦ ਆਉਂਦੇ ਬ੍ਰਹਮਾ ਨੇ 4 ਵੇਦਾਂ ਦੀ ਰਚਨਾ ਕੀਤੀ ਅਤੇ ਸਾਰੇ ਲੋਕਾਂ ਨੂੰ ਵੇਦ ਅਨੁਸਾਰੀ ਕਰਮ ਮਾਰਗ ਉੱਤੇ ਤੋਰਿਆ। ਪਰ ਜਿਨ੍ਹਾਂ ਦੀ ਲਿਵ, ਧਿਆਨ ਨਾਲ ਸੁਣਨ ਦੀ ਗੱਲ ਆ, ਜਿਨ੍ਹਾਂ ਦੀ ਲਿਵ ਹਰ ਚਰਨਾਂ ਨਾਲ ਲੱਗ ਗਈ ਉਹਨਾਂ ਨੇ ਵੇਦਾਂ ਦਾ ਮਾਰਗ ਤਿਆਗ ਕਰ ਦਿੱਤਾ। ਇਸ ਕਰਕੇ ਰਾਮ ਅਵਤਾਰ ਲਿਖਿਆ। ਠੀਕ ਹੈ ਜੀ। ਜਿਹੜੇ ਸਾਧਕ ਕਸ਼ਟਾਂ ਤੋਂ ਡਰੇ ਹਨ, ਕਸ਼ਟਾਂ ਤੋਂ ਮਤਲਬ ਜਿਨ੍ਹਾਂ ਨੇ ਆਪਣੇ ਆਪ ਨੂੰ, ਹੁਣ ਉਹ ਜਿਹੜਾ ਖੜਗ ਚੁੱਕਣ ਨੂੰ ਤੁਹਾਨੂੰ ਕਹਿੰਦੇ ਆ, ਉਹ ਇੱਕ ਤਰ੍ਹਾਂ ਨਾਲ ਕਸ਼ਟਾਂ ਦੀ ਗੱਲ ਵੀ ਹੈ ਨਾ। ਜਿਹੜੇ ਸਾਧਕ ਕਸ਼ਟਾਂ ਤੋਂ ਡਰੇ ਹਨ ਅਤੇ ਪਰਮ ਪੁਰਖ ਨੂੰ ਛੱਡ ਕੇ ਵੇਦਾਂ ਦੇ ਮਾਰਗ ਉੱਤੇ ਪੈ ਗਏ ਹਨ, ਉਹ ਸਾਰੇ ਨਰਕ ਕੁੰਡ ਵਿੱਚ ਪੈਣਗੇ। ਇਹ ਬੜੀ ਕਲੀਅਰ ਗੱਲ ਹੈ ਜੀ। ਇਸ ਤੋਂ ਅੱਗੇ ਆ ਜਾਈਏ ਆਪਾਂ ਕਿ ਹਾਂਜੀ, ਫਿਰ ਉਹ ਕਹਿੰਦੇ ਕਿ ਮੈਨੂੰ ਕਿਉਂ ਭੇਜਿਆ, ਉਹ ਕਹਿੰਦੇ ਇਸੇ ਕਾਰਨ ਮੈਨੂੰ ਪ੍ਰਭੂ ਨੇ ਭੇਜਿਆ। ਹੁਣ ਉਹ ਆ ਕੇ ਇੱਥੇ ਕੰਮ ਕਿੱਦਾਂ ਕਰਨਗੇ ਜੀ, ਉਹ ਵੀ ਬੜਾ ਕਲੀਅਰ ਦੱਸਿਆ ਆ। ਜੋ ਲੋਕ ਸਾਨੂੰ ਪਰਮੇਸ਼ਰ ਕਹਿਣਗੇ, ਯਾਨੀ ਕਿ ਮੈਨੂੰ ਪਰਮੇਸ਼ਰ ਕਹਿਣਗੇ, ਉਹ ਸਾਰੇ ਨਰਕ ਕੁੰਡ ਵਿੱਚ ਪੈਣਗੇ।
ਮੈਨੂੰ ਪਰਮੇਸ਼ਰ ਦਾ ਦਾਸ ਸਮਝੋ, ਇਸ ਗੱਲ ਵਿੱਚ ਜਰਾ ਜਿੰਨਾ ਵੀ ਫਰਕ ਨਾ ਸਮਝੋ। ਇਸ ਤੋਂ ਬਾਅਦ ਉਹ ਕਹਿੰਦੇ ਨੇ, ਮੈਂ ਕਿਸੇ ਭੇਖ ਤੋਂ ਪ੍ਰਭਾਵਿਤ ਨਹੀਂ ਹੋਵਾਂਗਾ, ਪ੍ਰਭੂ ਬੀਜ ਬੀਜਾਂਗਾ, ਮੈਂ ਪੱਥਰ ਪੂਜ ਨਹੀਂ ਹਾਂ ਅਤੇ ਨਾ ਹੀ ਭੇਖ ਵਿੱਚ ਭਿੱਜਣ ਵਾਲਾ ਹਾਂ। ਪ੍ਰਭੂ ਦਾ ਨਾਮ ਦਾ ਸਿਮਰਨ ਕਰਾਂਗਾ ਅਤੇ ਪਰਮ ਪੁਰਖ ਨੂੰ ਪ੍ਰਾਪਤ ਕਰਾਂਗਾ। ਪਰਮ ਪੁਰਖ ਕੀ ਹੈ ਉਹ ਪਹਿਲਾਂ ਦੱਸ ਚੁੱਕੇ ਆ ਜੀ। ਮੈਂ ਸੀਸ ਉੱਤੇ ਜਟਾਵਾਂ ਨਹੀਂ ਧਾਰਨ ਕਰਾਂਗਾ ਅਤੇ ਨਾ ਹੀ ਕੰਨਾਂ ਵਿੱਚ ਮੁੰਦਰਾਂ ਪਾਵਾਂਗਾ। ਮੈਂ ਕਿਸੇ ਦੀ ਪਰਵਾਹ ਨਹੀਂ ਕਰਾਂਗਾ, ਜੋ ਪ੍ਰਭੂ ਨੇ ਕਿਹਾ ਉਹੀ ਕਰਾਂਗਾ। ਮੈਂ ਕੇਵਲ ਇੱਕ ਪ੍ਰਭੂ ਦੇ ਨਾਮ ਦਾ ਭਜਨ ਕਰਾਂਗਾ ਜੋ ਸਾਰੀਆਂ ਸਥਾਨਾਂ ਉੱਤੇ ਕੰਮ ਆਉਣ ਵਾਲਾ ਹੈ। ਮੈਂ ਕਿਸੇ ਹੋਰ ਦਾ ਜਾਪ ਨਹੀਂ ਜਪਾਂਗਾ ਅਤੇ ਨਾ ਹੀ ਹੋਰ ਕੋਈ ਸਥਾਪਨਾ ਕਰਾਂਗਾ ਜੀ। ਮੈਂ ਪ੍ਰਭੂ ਦੇ ਨਾਮ ਦਾ ਸਿਮਰਨ ਕਰਾਂਗਾ ਅਤੇ ਉਸ ਪਰਮ ਜੋਤ ਨੂੰ ਪ੍ਰਾਪਤ ਕਰਾਂਗਾ। ਮੈਂ ਕਿਸੇ ਹੋਰ, ਇਹ ਬੜੀ ਗੌਰ ਕਰਿਓ, ਮੈਂ ਕਿਸੇ ਹੋਰ ਇਸ਼ਟ ਦੇਵ ਦਾ ਧਿਆਨ ਨਹੀਂ ਧਰਾਂਗਾ ਅਤੇ ਨਾ ਹੀ ਕਿਸੇ ਦਾ ਦੂਜੇ ਦਾ ਨਾਮ ਉਚਰਾਂਗਾ। ਹੁਣ ਇਹ ਬੜਾ ਕਲੀਅਰ ਆ ਕਿ ਜਿਹੜਾ ਕਹਿ ਰਿਹਾ ਆ ਕਿ ਮੈਂ ਕਿਸੇ ਹੋਰ ਦਾ ਨਾਮ ਨਹੀਂ ਉਚਰਾਂਗਾ, ਉਹ ਰਾਮਾਇਣ ਨੂੰ ਐਜ਼ ਅ ਡਿਵੋਸ਼ਨ ਕਦੀ ਨਹੀਂ ਲਿਖ ਸਕਦਾ। ਠੀਕ ਹੈ ਜੀ। ਹੁਣ ਗੱਲ ਆਉਂਦੀ ਆ ਕਿ ਫਿਰ ਉਹਨਾਂ ਨੇ ਲਿਖਿਆ ਕਿਉਂ, 24 ਅਵਤਾਰ ਲਿਖੇ ਕਿਉਂ ਜੀ। ਤਾਂ ਇੱਥੇ ਆਪਾਂ ਚੱਲੀਏ, ਬਕਾਇਦਾ 24 ਅਵਤਾਰ ਦੇ ਪਹਿਲੇ ਹੀ ਪੰਨੇ ਦੇ ਉੱਤੇ ਉਹ ਲਿਖਦੇ ਆ, ਹੁਣ ਮੈਂ 24 ਅਵਤਾਰ ਦੀ ਕਥਾ ਕਹਿੰਦਾ ਹਾਂ। ਫਿਰ ਉਸ ਤੋਂ ਬਾਅਦ ਆਉਂਦਾ ਹੈ, ਕਾਲ ਸਭ ਦਾ ਪਸਾਰਾ ਕਰਦਾ ਹੈ, ਅੰਤ ਕਾਲ ਹੀ ਸਭ ਨੂੰ ਖਪਾਉਣ ਵਾਲਾ ਹੈ, ਆਪਣੇ ਤੋਂ ਅਨੰਤ ਰੂਪ ਧਾਰਨ ਕਰਦਾ ਹੈ, ਫਿਰ ਆਪਣੇ ਵਿੱਚ ਹੀ ਸਭ ਨੂੰ ਲੀਨ ਕਰ ਲੈਂਦਾ ਹੈ। ਇਹਨਾਂ ਅਵਤਾਰਾਂ ਵਿੱਚੋਂ ਸ੍ਰਿਸ਼ਟੀ ਉੱਤੇ 10 ਅਵਤਾਰ, ਜਿਨ੍ਹਾਂ ਵਿੱਚ ਸਾਡਾ ਜਿਹੜਾ ਰਾਮ ਹੈ ਉਹ ਰਮਿਆ ਹੋਇਆ ਹੈ। ਇਹਨਾਂ ਤੋਂ ਭਿੰਨ 14 ਅਵਤਾਰ। ਹੁਣ ਕਿਤੇ ਇਸ ਰਾਮ ਨੂੰ, ਰਮੇ ਹੋਏ ਨੂੰ ਰਾਮਾਇਣ ਵਾਲਾ ਰਾਮ ਨਾ ਸਮਝ ਲਿਓ, ਅੱਗੇ ਬੜਾ ਕਲੀਅਰ ਆ। ਇਸ ਤੋਂ ਭਿੰਨ 14 ਅਵਤਾਰ ਵੀ ਗਿਣੇ ਗਏ ਹਨ, ਉਹਨਾਂ ਕੀ ਲੀਲਾ ਕੀਤੀ ਉਸ ਦਾ ਵੀ ਕਥਨ ਕਰਦਾ ਹਾਂ। ਜਗਤ ਵਿੱਚ ਜੋ 24 ਅਵਤਾਰ, ਕਿਉਂਕਿ 24 ਅਵਤਾਰ ਲਿਖੇ ਆ ਨਾ, ਤੇ ਉਹਨਾਂ 24 ਅਵਤਾਰਾਂ ਵਿੱਚ ਇੱਕ ਰਾਮ ਅਵਤਾਰ ਆ। ਉਹ ਕਹਿੰਦੇ ਜਗਤ ਵਿੱਚ ਜੋ 24 ਅਵਤਾਰ ਅਖਵਾਏ ਹਨ, ਹੇ ਪ੍ਰਭੂ ਉਹਨਾਂ ਨੇ ਵੀ ਤੈਨੂੰ ਜਰਾ ਜਿੰਨਾ ਨਹੀਂ ਸਮਝਿਆ। ਮਤਲਬ ਇਹ ਗੁਰੂ ਸਾਹਿਬ ਲਿਖ ਰਹੇ ਆ 24 ਅਵਤਾਰ ਦੇ ਵਿੱਚ ਕਿ ਜਿਹੜੇ 24 ਅਵਤਾਰ ਮੈਂ ਲਿਖ ਰਿਹਾ ਉਹਨਾਂ ਤੇਰਾ ਭੇਤ ਨਹੀਂ ਪਾਇਆ, ਔਰ ਉਹਨਾਂ 24 ਅਵਤਾਰਾਂ ਵਿੱਚ ਰਾਮ ਅਵਤਾਰ ਇੱਕ ਹੈ ਜੀ। ਠੀਕ ਹੈ ਜੀ। ਤੁਸੀਂ ਸਾਰਾ ਜਗਤ ਭਰਮਾਂ ਵਿੱਚ ਭੁਲਾਇਆ ਹੋਇਆ ਹੈ, ਇਸੇ ਲਈ ਤੁਹਾਡਾ ਨਾਂ, ਪਰਮਾਤਮਾ ਦਾ ਨਾਂ ਬੇਅੰਤ ਹੈ। ਅੱਗੇ ਬਹੁਤ ਲੰਬੀ ਚੌੜੀ ਗੱਲ ਹੈ ਬਿਲਕੁਲ। ਔਰ ਇੱਥੇ ਆਪਾਂ ਕਹੀ ਕਿ ਸਵਾਲ ਬਣਦਾ ਹੈ ਕਿ ਭਾਈ ਇਕਬਾਲ ਸਿੰਘ ਉਹਨਾਂ ਨੂੰ ਵੀ, ਹੁਣ ਤੁਸੀਂ ਦੱਸੋ ਵੀ ਕਿੱਥੇ ਗਈ ਪੂਰਵਜਾਂ ਦੇ ਸਥਾਨਾਂ ਦੇ ਉੱਤੇ ਮੱਥਾ ਟੇਕਣ ਦੀ ਗੱਲ, ਕਿਉਂਕਿ ਉਹੀ ਜੋ ਚੀਜ਼ ਤੁਸੀਂ ਦਿਖਾਈ ਆ ਉਹੀ ਚੀਜ਼ ਅਸੀਂ ਵੀ ਖੋਲ ਕੇ ਇੱਥੇ ਬੈਠੇ ਆ। ਤੇ ਹੁਣ ਤੁਸੀਂ ਇਹਨਾਂ ਰੈਫਰੈਂਸਿਸ ਬਾਰੇ ਵੀ ਜ਼ਰੂਰ ਆਪਣਾ ਸਪਸ਼ਟੀਕਰਨ ਦਿਓ ਕਿ ਇੱਥੇ ਕਿੱਥੇ ਲਿਖਿਆ ਹੈ ਕਿ ਤੁਸੀਂ ਆਪਣੇ ਪੂਰਵਜਾਂ ਤੇ ਜਾ ਕੇ ਉੱਥੇ ਮੱਥੇ ਟੇਕਣੇ ਹਨ, ਤੁਸੀਂ ਆਪਣੇ ਪੂਰਵਜਾਂ ਦੇ ਸਥਾਨਾਂ ਤੇ ਜਾਣਾ ਹੈ ਔਰ ਉੱਥੇ ਤੁਸੀਂ ਜਾ ਕੇ ਵਧਾਈ ਦੇਣੀ ਹੈ। ਆਪਣੇ ਆਪ ਦੇ ਵਿੱਚ ਹੀ ਤੁਹਾਡੇ ਤੇ ਸਵਾਲੀਆ ਚਿੰਨ੍ਹ ਜਿਹੜਾ ਹੈ ਜ਼ਰੂਰ ਬਣ ਜਾਵੇਗਾ ਜੀ। ਹੁਣ ਮੈਂ ਬਹੁਤ ਜ਼ਿਆਦਾ ਲੰਬਾ ਟਾਈਮ ਨਹੀਂ ਲਵਾਂਗੀ, ਬਸ ਛੋਟੀ ਜੀ ਗੱਲ ਹੋਰ ਕਰੂੰਗੀ ਕਿ ਜਿਹੜੀ ਇੱਕ ਗੱਲ ਆਈ ਨਾ ਕਿ ਉਹਨਾਂ ਨੇ ਰਾਮਾਇਣ ਲਿਖੀ ਤੇ ਉਹਨੂੰ ਇਹ ਜੋੜ ਦਿੱਤਾ ਗਿਆ ਕਿ ਸ਼ਾਇਦ ਉਹ ਰਾਮ ਭਗਤ ਸੀ ਇਸ ਕਰਕੇ ਰਾਮਾਇਣ ਲਿਖੀ। ਦੇਖੋ ਰਾਮ, ਫਿਰ ਮੈਂ ਬਾਰ-ਬਾਰ ਕਹਿੰਦੀ ਆ, ਰਾਮਚੰਦਰ ਜਿਨ੍ਹਾਂ ਦੇ ਅਰਾਧੇ ਨੇ ਜੀ, ਉਹਨਾਂ ਨੂੰ ਮੁਬਾਰਕ। ਬਿਲਕੁਲ ਜੀ, ਬਿਲਕੁਲ। ਔਰ ਬੜਾ ਮੈਂ ਵੀ ਬਹੁਤ ਰਿਸਪੈਕਟ ਕਰਦੀ ਆ ਕਿਉਂਕਿ ਮੈਂ ਆਪ ਵੇਦ ਪੜ੍ਹੇ ਆ ਜੀ, ਤੇ ਇਸ ਕਰਕੇ ਮੈਨੂੰ ਪਤਾ ਆ ਕਿ ਕੀ ਕਿੱਥੇ ਕੀ ਆ, ਹੈਨਾ। ਪਰ ਮੈਂ ਵੇਦ ਪੜ੍ਹਨ ਨਾਲ, ਰਾਮਾਇਣ ਪੜ੍ਹਨ ਦੇ ਨਾਲ ਹਿੰਦੂ ਨਹੀਂ ਹੋ ਜਾਂਦੀ, ਮੈਂ ਸਿੱਖ ਹਾਂ, ਸਿੱਖ ਹੀ ਰਹੂੰਗੀ। ਬਿਲਕੁਲ ਇਸੇ ਤਰੀਕੇ ਨਾਲ ਜਦੋਂ ਗੁਰੂ ਪਾਤਸ਼ਾਹ ਰਾਮ ਅਵਤਾਰ ਲਿਖਦੇ, ਜੇ ਕਿਤੇ ਤੁਸੀਂ ਪੜ੍ਹ ਲੈਂਦੇ ਤੇ ਤੁਹਾਨੂੰ ਬੜਾ ਕੁਝ ਪਤਾ ਲੱਗ ਜਾਂਦਾ ਗਿਆਨੀ ਜੀ। ਹੁਣ ਇਹਦੇ ਵਿੱਚ ਫਿਰ ਉਹੀ ਗੱਲ ਆਉਂਦੀ ਆ, ਇਹ ਮੈਂ ਪਹਿਲਾਂ ਦੱਸ ਚੁੱਕੀ ਕਿ ਕਵੀ ਦੀ ਗੱਲ ਆ। ਇੱਥੇ ਵੀ ਗੁਰੂ ਪਾਤਸ਼ਾਹ ਬਾਰ-ਬਾਰ ਦੱਸਦੇ ਆ ਕਿ ਮੈਂ ਕਵੀ ਦੀ ਹੀ ਗੱਲ ਕਰ ਰਿਹਾ, ਮੈਂ ਕਵੀ ਆ। ਕਿੱਦਾਂ ਕਹਿੰਦੇ ਆ, ਸਿੱਧੇ ਸਿੱਧੇ ਬੋਲਦੇ ਆ ਕਿ ਜੇ ਕਵੀ ਇਸ ਕਥਾ ਨੂੰ ਮੁੱਢ ਤੋਂ ਕਥਨ ਕਰੇ ਤਾਂ ਇਹਨਾਂ ਗੱਲਾਂ ਨਾਲ ਗ੍ਰੰਥ ਵੱਡਾ ਹੋ ਜਾਵੇਗਾ। ਉਹ ਆਪਣੇ ਆਪ ਨੂੰ ਗੁਰੂ ਨਹੀਂ, ਕਵੀ ਵਾਂਗੂ ਉਹ ਗੱਲ ਕਰ ਰਹੇ, ਔਰ ਕਵੀ ਸੀਗੇ ਉਹ ਜੀ, ਬਿਲਕੁਲ, ਹੈ ਨਾ ਜੀ। ਇਸ ਕਰਕੇ ਥੋੜੀ ਚੋਣਵੀ ਕਥਾ ਕਰ ਰਹੇ ਹਾਂ। ਹੁਣ ਕਥਾ, ਇੱਕ ਗੱਲ ਸਮਝਿਓ, ਕਥਾ ਤੇ ਕਾਵਿ ਦੇ ਵਿੱਚ ਫਰਕ ਹੁੰਦਾ ਜੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕਥਾ ਨਹੀਂ ਹੈ, ਕਥਾ ਹੁੰਦੀ ਹੈ ਸਟੋਰੀ ਜੀ। ਤੇ ਉਹ ਬਕਾਇਦਾ ਕਹਿ ਰਿਹਾ ਕਿ ਮੈਂ ਕਥਾ ਕਰ ਰਿਹਾ ਹਾਂ ਜੀ ਜੀ, ਸਟੋਰੀ ਦੱਸ ਰਿਹਾ ਤੁਹਾਨੂੰ। ਔਰ ਸਟੋਰੀ ਦੇ ਵਿੱਚੋਂ ਤੁਸੀਂ ਸਾਡੀ ਫਿਲਾਸਫੀ ਜੇ ਲੱਭਣੀ ਹੈ ਤੇ ਫਿਰ ਰੀਡ ਬਿਟਵੀਨ ਦ ਲਾਈਨਸ, ਹੈ ਨਾ। ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਇਹ ਵੀ ਦਿਖਾ ਦਿੰਨੀ ਆ, ਬਕਾਇਦਾ ਡਾਇਲੌਗ ਫਾਰਮ ਦੇ ਵਿੱਚ ਹੈ, ਪਤਾ ਨਹੀਂ ਨਜ਼ਰ ਆਊਗਾ ਕਿ ਨਹੀਂ ਜੀ ਜੀ ਜੀ। ਸ਼ਰਾਵਣ ਨੇ ਕਿਹਾ, ਹੈ ਨਾ, ਇਸ ਤਰੀਕੇ ਨਾਲ ਹੀ ਅੱਗੇ ਆ ਜਾਓ।
ਬ੍ਰਾਹਮਣ ਨੇ ਰਾਜ ਪ੍ਰਤੀ ਕਿਹਾ ਜੀ, ਰਾਜੇ ਨੇ ਬ੍ਰਾਹਮਣ ਪ੍ਰਤੀ ਕਿਹਾ, ਜੀ, ਬ੍ਰਾਹਮਣ ਰਾਜੇ ਪ੍ਰਤੀ ਬੋਲਿਆ, ਹੈ ਨਾ। ਇਹ ਸਾਰੀਆਂ ਆਕਾਸ਼ਬਾਣੀ ਹੋਈ, ਮਤਲਬ ਇਹ ਸਾਰੀਆਂ ਡਾਇਲੌਗ ਦੇ ਵਿੱਚ ਜੋ ਡਾਇਲੌਗ ਆਇਆ। ਇੱਕ ਕਹਾਣੀ ਨੂੰ ਕਹਿਣ ਨੂੰ ਪਲਾਟ ਚਾਹੀਦਾ ਹੁੰਦਾ ਆ, ਜੀ, ਡਾਇਲੌਗ ਚਾਹੀਦੇ ਹੁੰਦੇ ਆ, ਕਰੈਕਟਰ ਚਾਹੀਦੇ ਹੁੰਦੇ ਆ, ਉਹ ਸਾਰਾ ਕੁਝ ਇਹਦੇ ਵਿੱਚ ਹੈਗਾ ਬਕਾਇਦਾ ਡਾਇਲੌਗਸ ਦੇ ਵਿੱਚ। ਹੁਣ ਇਹਦੇ ਵਿੱਚ ਜਦੋਂ ਵੀ ਕਵੀ ਆਪਣੀ ਗੱਲ ਕਰਦਾ ਤਾਂ ਬਕਾਇਦਾ ਉਹ ਦੱਸਦੇ ਆ ਜੀ, ਜੀ, ਕਿ ਕਵੀ ਕੀ ਕਹਿੰਦਾ ਹੈ, ਬਕਾਇਦਾ ਲਿਖਿਆ ਦੇਖੋ ਕਵੀ ਕਹਿੰਦਾ ਹੈ। ਹੁਣ ਇੱਥੇ ਉਹਨਾਂ ਦੀ ਆਪਣੀ ਇੰਟਰਜੈਕਸ਼ਨ ਹੈ ਕਿ ਐਜ਼ ਅ ਕਵੀ ਉਹ ਇਸ ਚੀਜ਼ ਨੂੰ ਐਨਾਲਾਈਜ਼ ਕਿੱਦਾਂ ਕਰਦੇ ਆ। ਬਿਲਕੁਲ ਡਾਇਲੌਗ ਦੇ ਦਿੱਤੇ, ਫਿਰ ਨਾਲ ਆਪਣਾ ਐਨਾਲਿਟੀਕਲ ਰਿਵਿਊ ਵੀ ਦੇ ਦਿੱਤਾ। ਇਸ ਤੋਂ ਅੱਗੇ ਆ ਜਾਓ ਤੁਸੀਂ, ਬਕਾਇਦਾ ਇੱਕ ਕਹਾਣੀ ਵਾਂਗੂ ਸੀਨ ਉਚਰੇ ਜਾਂਦੇ ਆ, ਜਿੱਦਾਂ ਪਲਾਟ ਦੇ ਵਿੱਚ ਸੀਨ ਹੁੰਦੇ ਆ ਨਾ। ਜੀ, ਜੀ, ਜੀ। ਹੁਣ ਉਹਦੇ ਵਿੱਚ ਪ੍ਰਵੇਸ਼ ਦਾ ਕਥਨ, ਔਰ ਇਹ ਮੈਂ ਚੋਣਵੀਆਂ ਗੱਲਾਂ ਦੱਸ ਰਹੀ ਹਾਂ, ਤੁਸੀਂ ਆਪ ਪੜ੍ਹ ਸਕਦੇ ਆ। ਬਿਲਕੁਲ ਕਿ ਕਿੱਦਾਂ ਸੀਤਾ ਨੂੰ ਫਿਰ ਤਿਆਗਣ ਦਾ ਕਥਨ, ਉਹ ਕੱਲੇ ਸੀਨਸ ਦੀ ਬਾਰੇ ਗੱਲ ਹੁੰਦੀ ਆ। ਸੋ ਇਹ ਸਾਰਾ ਤਾਂ ਹੋ ਗਿਆ ਜੀ ਕਿ ਇਥੋਂ ਤੱਕ ਇਹ ਸਿੱਧ ਹੋ ਜਾਂਦਾ ਆ ਕਿ ਰਾਮ ਅਵਤਾਰ ਜਦੋਂ ਲਿਖਦੇ ਆ, ਇੱਕ ਤਾਂ ਉਹ ਰਾਮ ਦੇ ਪ੍ਰਤੀ ਭਗਤੀ ਪੂਰਵਕ ਹੋ ਕੇ ਨਹੀਂ ਲਿਖਦੇ, ਦੂਜਾ ਰਾਮ ਅਵਤਾਰ ਨੂੰ ਉਹ ਬਕਾਇਦਾ ਕਹਾਣੀ ਦੇ ਪੈਰਾਮੀਟਰਸ ਉੱਤੇ ਲਿਖਦੇ ਆ। ਮਤਲਬ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਦਾ ਉਲੱਥਾ ਜਾਂ ਉਹਦੀ ਕਥਾ ਵਾ, ਨਾ ਕਿ ਉਹਨੂੰ ਰਾਮਾਇਣ ਨਹੀਂ ਕਹਿ ਸਕਦੇ ਆਪਾਂ। ਨਹੀਂ, ਉਹ ਸਟੋਰੀ ਆ। ਉਹ ਵੀ ਕਿਉਂ ਰਾਮਾਇਣ ਨਹੀਂ ਕਹਿ ਸਕਦੇ? ਕਿਉਂਕਿ ਰਾਮਾਇਣ ਦੇ ਵਿੱਚ ਜੋ ਕੁਝ ਵੀ ਹੈ ਵੀ ਨਹੀਂ, ਉਹ ਰਾਮ ਦੇ ਭਗਤ ਵੀ ਸਿੱਧ ਨਹੀਂ ਹੁੰਦੇ, ਉਹ ਵੀ ਨਹੀਂ ਹੁੰਦੇ। ਔਰ ਬਕਾਇਦਾ ਇੱਕ ਕਹਾਣੀਕਾਰ ਵਾਂਗੂ ਜੀ ਇੱਕ ਕਹਾਣੀ, ਇੱਕ ਕਾਵ ਰਚਿਆ। ਇੱਥੇ ਥੋੜਾ ਜਿਹਾ ਆਪਾਂ ਇਹ ਵੀ ਦੇਖੀਏ ਕਿ ਉਹਨਾਂ ਸਮਿਆਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਤੇ ਜੇ ਆਪਾਂ ਅਸਲ ਦੇ ਵਿੱਚ ਦੇਖੀਏ ਕਿ ਮਾਹੌਲ ਕੀ ਉਸ ਟਾਈਮ ਤੇ ਹੈਗਾ, ਮਾਹੌਲ ਉਸ ਟਾਈਮ ਤੇ ਇਹ ਹੈਗਾ ਕਿ ਬ੍ਰਾਹਮਣ ਤੇ ਕਸ਼ਤਰੀਆ ਤਾਂ ਉਹ ਲੈ ਸਕਦਾ, ਐਜੂਕੇਸ਼ਨ ਸਿਸਟਮ ਦੇ ਵਿੱਚ ਜਾ ਸਕਦਾ, ਪਰ ਉਸ ਤੋਂ ਇਲਾਵਾ ਜਿਹੜਾ ਹੈਗਾ ਸ਼ੂਦਰ ਨੂੰ ਜਿਹੜੀ ਹੈਗੀ ਆ, ਬਿਲਕੁਲ ਹੀ ਇਹ ਚੀਜ਼ ਅਲਾਉ ਨਹੀਂ ਹੈਗੀ ਕਿ ਉਹ ਜਾ ਕੇ ਜਿਹੜਾ ਦੂਸਰੇ ਧਰਮ ਬਾਰੇ ਜੇ ਕੋਈ ਸਿੱਖਿਆ ਲਵੇ। ਤੇ ਜੇ ਆਪਾਂ ਕਿ ਉਸ ਟਾਈਮ ਤੇ ਸਿੱਖਾਂ ਨੂੰ ਜੇ ਉੱਥੇ ਜਾ ਕੇ ਸਿੱਖਿਆ ਲੈਣੀ ਪਵੇਗੀ ਤੇ ਉਹ ਵੀ ਕਿਤੇ ਨਾ ਕਿਤੇ ਪੋਸੀਬਲ ਨਹੀਂ ਆ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਉੱਥੋਂ ਆਏ ਹੋਏ ਆ। ਤੇ ਗੁਰੂ ਸਾਹਿਬ ਆਪਣੇ ਆਪ ਦੇ ਵਿੱਚ, ਜੇ ਉਹਨਾਂ ਨੇ 52 ਕਵੀ ਗੁਰੂ ਸਾਹਿਬ ਨੇ ਆਪਣੇ ਕਹੀਏ ਕਿ ਰੱਖੇ ਹੋਏ ਸੀ ਉਸ ਟਾਈਮ ਤੇ ਗੁਰੂ ਸਾਹਿਬ ਕੋਲ ਰਹਿੰਦੇ ਸੀ, ਤੇ ਉਹਨਾਂ ਨੇ ਵੀ ਜਿਹੜਾ ਹੈਗਾ ਕਿ ਇਸ ਤਰੀਕੇ ਦੇ ਨਾਲ ਹੀ ਕਾਵ ਰਚਨਾ ਉਹਨਾਂ ਨੇ ਵੀ ਰਚੀ। ਬਹੁਤ ਸਾਰੇ ਗ੍ਰੰਥਾਂ ਦੇ ਉਲਾਥੇ ਕੀਤੇ ਗਏ। ਇਹ ਵੀ ਸਾਨੂੰ ਪਤਾ ਲੱਗਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਚਣਕਿਆ ਨੀਤੀ ਉਸ ਤੇ ਵੀ ਉਲਾਥੇ ਕੀਤੇ ਗਏ। ਸਿੱਖ ਨੂੰ ਰਾਜਨੀਤੀ ਪੜ੍ਹਨੀ ਚਾਹੀਦੀ ਹੈ, ਇਹ ਵੀ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਆਉਂਦਾ ਹੈ, ਕਿਉਂਕਿ ਗੁਰੂ ਸਾਹਿਬ ਸਿੱਖ ਨੂੰ ਨਿਪੁੰਨ ਬਣਾਉਣਾ ਚਾਹੁੰਦੇ ਸੀ। ਗੁਰੂ ਸਾਹਿਬ ਇਹ ਨਹੀਂ ਸੀ ਚਾਹੁੰਦੇ ਕਿ ਮੇਰਾ ਸਿੱਖ ਜਿਹੜਾ ਹੈ ਇੰਨਾ ਹੀ ਭਰਮ ਜਾਲਾਂ ਦੇ ਵਿੱਚ, ਇੰਨਾ ਹੀ ਕਰਮਕਾਂਡਾਂ ਦੇ ਵਿੱਚ ਫਸਿਆ ਰਵੇ। ਜੀ ਕਿਰਨਪ੍ਰੀਤ ਜੀ। ਹਾਂਜੀ, ਹੁਣ ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਸੀਗੀ ਕਿ ਹਰ ਇੱਕ ਜਿੰਨੇ ਟ੍ਰਾਂਸਲੇਸ਼ਨਸ ਕੀਤੀਆਂ ਉਹਨੇ ਆਪਣੇ ਅਕੋਰਡਿੰਗ ਇੱਕ ਆਈਡੀਓਲੋਜੀ ਦੇਣ ਨੂੰ ਕੀਤੀਆਂ। ਜੀ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਟ੍ਰਾਂਸਲੇਸ਼ਨ ਕਰ ਰਹੇ ਆ ਤੇ ਉਹ ਕੀ ਆਈਡੀਓਲੋਜੀ ਦੇ ਰਹੇ ਆ? ਉਹ ਆਈਡੀਓਲੋਜੀ ਇਹ ਦੇ ਰਹੇ ਆ, ਇਹ ਜਗਤ ਧੂਏ ਦੇ ਮਹੱਲ ਵਰਗਾ ਹੈ, ਦੱਸੋ ਕਦੀ ਕਿਸੇ ਦੇ ਕੰਮ ਆਇਆ ਹੈ? ਸ਼੍ਰੀ ਰਾਮ ਤੋਂ ਬਿਨਾ ਸੀਤਾ ਨਹੀਂ ਜੀ ਸਕਦੀ ਤੇ ਸੀਤਾ ਤੋਂ ਬਿਨਾ ਰਾਮ ਨਹੀਂ ਜੀ ਸਕਣਗੇ, ਤੇ ਇਸ ਕਰਕੇ ਦੋਨੋਂ ਹੀ ਨਾਸ਼ਵਾਨ ਆ ਔਰ ਉਹ ਨਾਸ਼ ਹੋ ਜਾਂਦੇ। ਅੱਗੇ ਸਾਰਾ ਕੁਝ ਲਿਖਿਆ ਹੋਇਆ, ਉਹ ਨਾਸ਼ ਹੋ ਜਾਂਦੇ ਆ। ਫਾਈਨਲੀ ਉਹ ਬੜਾ ਕਲੀਅਰ ਕਰਕੇ ਸਾਨੂੰ ਸਾਰਿਆਂ ਨੂੰ ਦੱਸਦੇ ਆ ਕਿ ਕਿਤੇ ਮੈਨੂੰ ਇਸ ਚੱਕਰ ਦੇ ਵਿੱਚ ਨਾ ਪੈ ਜਾਓ ਕਿ ਤੁਸੀਂ, ਸ਼ਾਇਦ ਉਹ ਇੰਨੇ ਦੂਰਦ੍ਰਿਸ਼ਟੀ ਵਾਲੇ ਹੋਣਗੇ ਕਿ ਉਹਨਾਂ ਨੂੰ ਪਤਾ ਹੋਣਾ ਕਿ ਕੋਈ ਗਿਆਨੀ ਇਕਬਾਲ ਸਿੰਘ ਜੀ ਸਾਨੂੰ ਅੰਡਰਲਾਈਨ ਕਰਕੇ ਦਿਖਾਉਣਗੇ। ਜੀ ਜੀ ਜੀ। ਤਾਂ ਬਕਾਇਦਾ ਤੁਸੀਂ ਵੀ ਦਿਖਾ ਦਿਓ। ਜੀ ਜੀ ਜੀ। ਆਹੀ ਉਹਨਾਂ ਨੇ ਲਾਈਨ ਨੂੰ ਅੰਡਰਲਾਈਨ ਕੀਤਾ ਸੀਗਾ, ਜਿਹੜੇ ਬਹੁਤ ਸਾਰੇ ਸਾਡੇ ਜਿਹੜੇ ਯੰਗਸਟਰਸ ਆ ਉਹਨਾਂ ਦੇ ਅੰਦਰ ਇਹ ਭੁਲੇਖਾ ਪਾਇਆ। ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥ ਰਾਮਾਇਣ ਸਮਾਪਤਮ, ਠੀਕ ਆ ਜੀ, ਪਰ ਉਹਦੇ ਉੱਪਰ ਵਾਲੀ ਗੱਲ ਜਿਹੜੀ ਉਹਨਾਂ ਨੇ ਨਹੀਂ ਦਿਖਾਈ, ਔਰ ਉਹਨਾਂ ਦੀ ਤਸਵੀਰ ਉਹੀ ਤਸਵੀਰ ਦੇ ਵਿੱਚ ਜਿਹੜੀ ਉਹ ਚੀਜ਼ ਕਲੀਅਰਲੀ ਦਿਖ ਰਹੀ ਹੈ ਔਰ ਉਹ ਦਿਖਾਈ ਨਹੀਂ। ਹੁਣ ਉਹਦੇ ਵਿੱਚ ਕੀ ਆ, पाए गए जब ते तुमरे तबते कौ आँख तरे नहीं आन्यो, राम रहीम पुराण कुरान अनेक कहे मत एक ना मान्यो, सिमरत शास्त्र वेद सबे बहु भेद कहे हम एक न जान्यो, श्री अस्पान कृपा तुमरी कर मैं ना कहो सब तोहे बखान्यो। जी जी। हुण अस्पान कौन आ ਉਹ ਆਪਾਂ ਗੱਲ ਕਰ ਚੁੱਕੇ ਆਲਰੇਡੀ, ਉਹ ਸਪਸ਼ਟ ਕਰ ਚੁੱਕੇ। ਸੋ ਇਹ ਜਿਹੜੀ ਰਾਮ ਅਵਤਾਰ ਹੈ ਨਾ, ਉਹਨੂੰ ਤੁਸੀਂ ਸੇਧ ਲੈਣ ਨੂੰ ਜੇ ਪੜੋ ਤੇ ਤੁਹਾਨੂੰ ਪਤਾ ਲੱਗੂਗਾ ਕਿ ਗੁਰੂ ਪਾਤਸ਼ਾਹ ਇਹ ਕਹਿ ਰਹੇ ਸਭ ਜਗ ਚੱਲਣਹਾਰ, ਇੱਥੇ ਕੋਈ ਨਹੀਂ ਰਹਿਣਾ। ਔਰ ਬਕਾਇਦਾ ਉਹ 24 ਅਵਤਾਰਾਂ ਦੇ ਵਿੱਚ ਜੋ ਲਿਮਿਟੇਸ਼ਨ ਸੀਗੀਆਂ ਉਹਨੂੰ ਉਜਾਗਰ ਕਰਦੇ ਆ, ਔਰ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਆ ਕਿ ਮੈਂ ਕਿਸੇ ਨੂੰ ਨਹੀਂ ਮੰਨਦਾ, ਸਾਡਾ ਆਪਣਾ ਇੱਕ ਨਿਰਾਲਾ ਪੰਥ ਹੈ। ਜੀ ਬਿਲਕੁਲ ਜੀ। ਔਰ ਆਪਣਾ ਸਿਧਾਂਤ ਜਿਹੜਾ ਹੈ ਦੇ ਦਿੰਦੇ ਆ, ਔਰ ਇਸੇ ਤਰੀਕੇ ਦੇ ਨਾਲ ਜਿਹੜਾ ਹੈ ਗੁਰੂ ਸਾਹਿਬ ਕ੍ਰਿਸ਼ਨ ਅਵਤਾਰ ਦੇ ਵਿੱਚ ਵੀ ਆਪਣਾ ਸਿਧਾਂਤ ਦੇ ਦਿੰਦੇ ਆ। ਗੁਰੂ ਸਾਹਿਬ ਇਹ ਵੀ ਕਹਿੰਦੇ ਹੈਗੇ ਮੈਂ ਨਾ ਗਨੇਸੇ ਪ੍ਰਥਮ ਬਣਾਉ, ਕਿਸਨ ਬਿਸਨ ਕਮਹੂ ਨਾ ਤਿਆਉ, ਕਾਂ ਸੋਨੇ ਪਹਿਚਾਨ ਨਾ 300 ਲਿਵ ਲਾਗੀ ਮੋਰੀ ਪਗ ਐਸੋ, ਕਿ ਮੈਂ ਇਹਨਾਂ ਦੇ ਬਾਰੇ ਨਹੀਂ ਜਾਣਦਾ ਹੈਗਾ, ਮੈਂ ਇਹਨਾਂ ਨੂੰ ਨਹੀਂ ਪੂਜਦਾ ਹੈਗਾ। ਗੁਰੂ ਸਾਹਿਬ ਇਹ ਗੱਲਾਂ ਕਨਫਰਮ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਸਾਹਮਣੇ ਆਉਣੀਆਂ ਨੇ। ਤੇ ਜਥੇਦਾਰ ਜੀ ਹੁਣ ਆਪਾਂ ਇੱਥੇ ਕਹੀਏ ਕਿ ਜੋ ਹਮਲੇ ਹੁੰਦੇ ਨੇ, ਜੋ ਸਿਧਾਂਤਕ ਹਮਲੇ ਹੁੰਦੇ ਨੇ, ਉਹਨਾਂ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ। ਤੇ
ਇੱਕ ਵੱਡਾ ਸਿਧਾਂਤਕ ਹਮਲਾ, ਕਿਉਂਕਿ ਇਸ ਦੇ ਨਾਲ ਇੱਕ ਹੋਰ ਗੱਲ ਬੜੀ ਪ੍ਰਚਾਰੀ ਜਾ ਰਹੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਗੋਬਿੰਦ ਸਦਨ ਵੱਲੋਂ ਇੱਕ ਪੁਸਤਕ ਜਿਹੜੀ ਹੈ ਕਿਤਾਬਚਾ ਉਹਨਾਂ ਵੱਲੋਂ ਛਾਪਿਆ ਗਿਆ, ਔਰ ਉਸ ਦੇ ਵਿੱਚ ਉਹਨਾਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 2533 ਵਾਰੀ ਜੋ ਰਾਮ ਸ਼ਬਦ ਆਉਂਦਾ ਹੈ, ਕੀ ਇਹ ਸ਼੍ਰੀ ਰਾਮਚੰਦਰ ਜੀ ਨੇ ਜੋ ਕਿ ਹਿੰਦੂਆਂ ਦੇ ਅਵਤਾਰ ਨੇ? ਇਹਦੇ ਬਾਰੇ ਥੋੜਾ ਜਿਹਾ ਤੁਸੀਂ ਕਲੈਰੀਫਿਕੇਸ਼ਨ ਦਿਓ। ਔਰ ਇਸ ਦੇ ਨਾਲ ਇਹ ਵੀ ਜਿਹੜੀ ਗੁਰਬਾਣੀ ਦੇ ਵਿੱਚ ਵੀ ਤੁਕ ਆਉਂਦੀ ਹੈਗੀ ਹੈ ਕਿ ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੇ ਮਾਣਿਓ ਰਾਮ ਰਘੁਵੰਸ਼ ਕਹਾਇਓ। ਇਸ ਨੂੰ ਵੀ ਉਹ ਨਾਲ ਜੋੜ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਜਿਹੜਾ ਰਾਮਚੰਦਰ ਜੀ ਹਨ, ਜਾਂ ਇਸ ਰਾਮ ਦੀ ਜਿਹੜੀ ਗੱਲ ਕੀਤੀ ਹੈ ਉਹ ਅਯੋਧਿਆ ਵਾਲੇ ਰਾਮਚੰਦਰ ਜੀ ਹਨ। ਕੀ ਇਸ ਦਾ ਤੁਸੀਂ ਦੱਸੋਗੇ? ਇਹਦਾ ਸਰਦਾਰ ਜੀ ਜਿਹੜਾ ਮਗਰਲਾ ਸਵਾਲ ਆ ਉਹਨੂੰ ਟਾਈਮ ਲੱਗ ਜਾਣਾ, ਜੇ ਟਾਈਮ ਹੋਇਆ ਤਾਂ ਆਪਾਂ ਕਲੀਅਰ ਕਰ ਲੈਂਦੇ ਹਾਂ। ਤੁਸੀਂ ਇਹ ਵਾਲਾ ਦੱਸ ਦਿਓ। ਇਹ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਰਾਮ ਸ਼ਬਦ ਆਉਂਦਾ, ਉਹ ਆਉਂਦਾ ਜਿਹੜਾ ਕਿਰਨਪ੍ਰੀਤ ਹੋਣਾ ਨੇ ਬੜਾ ਸਪਸ਼ਟ ਕਰਤਾ, ਜਿਹੜਾ ਰਮਿਆ ਹੋਇਆ ਪਰਮਾਤਮਾ ਇੱਕ ਹੈ ਜੀ। ਪਰ ਜਿੱਥੇ ਜਸਰਤ ਦੇ ਪੁੱਤ ਰਾਮਚੰਦਰ ਦੀ ਗੱਲ ਆਉਂਦੀ, ਉੱਥੇ ਉਹਦਾ ਨਾਮ ਰਾਮਚੰਦ ਆਉਂਦਾ। ਵੈਸੇ ਇਦਾਂ ਕਿ ਜਿਹੜੀਆਂ ਮਿੱਥ ਜਿਹੜੇ ਇਹ ਹਵਾਲੇ ਵਿੱਚ ਕਿਉਂ ਦਿੱਤੇ ਗਏ ਜੀ, ਇਹ ਜਗਜੀਤ ਸਿੰਘ ਜੀ ਥੋੜਾ ਜਿਹਾ ਇਹਨੂੰ ਸਪਸ਼ਟ ਕਰਨਾ ਜ਼ਰੂਰੀ ਹੈ। ਇਹ ਸੰਸਾਰ ਦੇ ਪ੍ਰਸਿੱਧ ਧਾਰਮਿਕ ਗ੍ਰੰਥਾਂ 'ਚ ਪ੍ਰਾਚੀਨ ਸਮੇਂ ਵਿੱਚ ਹੋਏ ਸੰਤਾਂ ਭਗਤਾਂ ਦੇ ਹਵਾਲੇ ਮਿਲਦੇ ਰਹੇ। ਬਾਈਬਲ 'ਚ ਮੂਸਾ ਦਾ ਹਵਾਲਾ ਹੈ, ਕੁਰਾਨ 'ਚ ਈਸਾ ਦਾ ਕਥਨ ਹੈ। ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਹਲਾਦ, ਹਰਨਾਕਸ਼, ਧਰੂ ਇਹ ਸੰਕੇਤ ਜਿਹੜੇ ਮੰਨੇ ਗਏ ਆ ਜੀ। ਪਰ ਇੱਥੇ ਫਰਕ ਇਹ ਆ ਕਿ ਗੁਰੂ ਸਾਹਿਬ ਜਿਹੜੇ ਜਦੋਂ ਰਾਮਚੰਦਰ ਦੀ ਗੱਲ ਕਰਦੇ ਤਾਂ ਉਹ ਇਸ ਸੰਦਰਭ 'ਚ ਦੋ ਵਾਰੀ ਆਉਂਦਾ। ਇੱਕ ਜਿੱਥੇ ਆਪਾਂ ਕਹਿੰਦੇ ਆ ਰੋਵੇ ਰਾਮ ਨਕਾਲਾ ਭਇਆ, ਸੀਤਾ ਲక్ష్మణ ਵਿਛੜ ਗਿਆ ਜੀ। ਹੁਣ ਇੱਥੇ ਸਪਸ਼ਟ ਗੱਲ ਆ ਵੀ ਇੱਥੇ ਜਸਰਤ ਦੇ ਪੁੱਤ ਰਾਮਚੰਦਰ ਦੀ ਗੱਲ ਕੀਤੀ ਗਈ। ਇੱਥੇ ਉਸ ਜਿਹੜਾ ਰਾਮ, ਹੁਣ ਰਾਮ ਤਾਂ ਜਿਹੜਾ ਮੇਰਾ ਖਿਆਲ ਕੋਈ 2500 ਵਾਰੀ ਗੁਰੂ ਗ੍ਰੰਥ ਸਾਹਿਬ ਚ ਆਉਂਦਾ, ਪਰ ਜੇ ਆਪਾਂ ਇਹਨੂੰ ਰਾਮਚੰਦ ਦਾ ਜਿੱਥੇ ਸੰਬੰਧ ਆ ਉਹ ਬਹੁਤ ਥੋੜੇ ਥਾਈਂ ਆਉਂਦਾ, ਬਿਲਕੁਲ ਤਕਰੀਬਨ 7-8 ਵਾਰੀ ਜਿਹੜਾ ਹੈ ਆਉਂਦਾ ਮਸਾਂ ਹੀ ਇੱਥੇ ਆਉਂਦਾ ਜੀ। ਪਰ ਆਪਾਂ ਫੇਰ ਵੀ ਮੋਟੀ ਗੱਲ ਕਰ ਲੈਂਦੇ ਹਾਂ। ਹੁਣ ਇਹਦੇ 'ਚ ਇਹ ਆਉਂਦਾ ਵੀ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਨੇ ਬਾਣੀ ਚੰਗੀ ਤਰ੍ਹਾਂ ਪੜ੍ਹੀ ਹੋ ਸਮਝ ਲੈਂਦੇ ਆ ਗੱਲ ਵੀ ਗੁਰੂ ਸਾਹਿਬ ਨੇ ਇੱਕ ਜਾਂ ਕਈ ਮਤਾਂ ਦਾ ਵਿਚਾਰ ਪਹਿਲਾਂ ਲਿਖਿਆ ਤੇ ਆਪਣਾ ਮਤ ਫਿਰ ਆਖਰੀ ਫੈਸਲਾ ਦਿੱਤਾ। ਇਹਦਾ ਇਹ ਮਤਲਬ ਨਹੀਂ ਵੀ ਜੋ ਉਹਨਾਂ ਨੇ ਲਿਖਿਆ ਤੋਂ ਖਬਰ ਉਹਨਾਂ ਮਤਾਂ ਦੀ ਗੱਲ ਕਰਦੇ ਆ। ਇਹ ਪਹਿਲਾਂ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਇਹ ਵਿਗਿਆਰਨ ਤੌਰ ਤੇ ਗੱਲ ਸਮਝਣੀ ਪਊ ਜੀ ਵੀ ਗੁਰੂ ਨਾਨਕ ਸਾਹਿਬ ਪਹਿਲਾਂ ਕਈਆਂ ਮਤਾਂ ਦੀ ਗੱਲ ਕਰਦੇ ਆ ਤੇ ਛੇਕੜ ਫੈਸਲਾ ਜਿਹੜਾ ਉਹ ਆਪਣਾ ਦਿੰਦੇ ਆ ਜੀ। ਹੁਣ ਇਸੇ ਤਰ੍ਹਾਂ ਜਿਹੜਾ ਬੜਾ ਲੰਮਾ ਚੌੜਾ ਸ਼ਬਦ ਆਉਂਦਾ ਸਹੰਸਰਦਾਨ ਦੇ ਅੰਦਰ ਲਵਾਇਆ ਪਰਸਰਾਮ ਰੋਵੇ ਕਰ ਆਇਆ, ਆਪਾਂ ਇਹ ਕਈ ਗੱਲ ਕਰਿਆ। ਇਹ ਉਪਰੋਕਤ ਸ਼ਬਦ ਜਿਹੜਾ ਗੁਰੂ ਨਾਨਕ ਸਾਹਿਬ ਨੇ ਇੰਦਰ, ਪਰਸਰਾਮ, ਅਜੇ, ਰਾਮਚੰਦਰ, ਸੀਤਾ, ਪਾਂਡਵਾਂ ਦੀਆਂ ਮਿਸਾਲਾਂ ਦੇ ਕੇ ਦੱਸਿਆ। ਇਹ ਜਿਹੜੇ ਆਪਣੇ ਕਿਰਨ ਜੀ ਉਹਨਾਂ ਨੇ ਕਲੀਅਰ ਕਰ ਦਿੱਤਾ ਵੀ ਇੱਥੇ ਅਖੀਰ ਤੇ ਉਹਨਾਂ ਨੇ ਫੈਸਲਾ ਇਹ ਦਿੱਤਾ ਕਿ ਰਾਮ ਨਾ ਚੀਨ, ਇੱਥੇ ਰਾਮ ਆਉਂਦਾ ਜਿਹੜਾ ਉਹ ਪ੍ਰਮਾਤਮਾ ਵਾਲਾ। ਰਾਮ ਨਾ ਚੀਨੇ ਆਪਣੀ ਪਤ ਖੋਈ, ਬਿਨ ਜਗਦੀਸ਼ ਨਾ ਰਾਖੇ ਕੋਈ, ਬਿਨ ਗੁਰ ਗਰਭ ਨਾ ਮੇਟਿਆ ਜਾਏ, ਗੁਰਮਤ ਧਰਮ ਧੀਰਜ ਹਰ ਨਾਏ, ਨਾਨਕ ਨਾਮ ਮਿਲੇ ਗੁਣ ਗਾਏ। ਆਪਣਾ ਫੈਸਲਾ ਦੇ ਦਿੱਤਾ। ਇਹਦੇ ਨਾਲ ਨਾਂ ਜ਼ਰੂਰ ਆਉਂਦੇ ਆ ਪਰ ਉਹ ਇਤਿਹਾਸਕ ਨਾਂ ਜਿਹੜੇ ਆ ਉਹ ਗੁਰੂ ਸਾਹਿਬ ਨੇ ਉਹਨਾਂ ਦੇ ਪਾਤਰਾਂ ਦੀ ਗੱਲ, ਆਪਣੀ ਗੱਲ ਸਿੱਧ ਕਰਨ ਲਈ ਉਹਦਾ ਜ਼ਿਕਰ ਕੀਤਾ। ਦੂਜਾ ਇਹ ਆ ਵੀ ਪ੍ਰਮਾਤਮਾ ਦੇ ਅਨੇਕਾਂ ਤੇ ਸੰਖ ਨਾਮ ਗੁਰੂ ਗ੍ਰੰਥ ਸਾਹਿਬ 'ਚ, ਉਹਨੂੰ ਕੋਈ ਬ੍ਰਹਮਾ ਵਿਸ਼ਨੂੰ ਸ਼ਿਵ ਨਾਲ ਯਾਦ ਕਰੇ ਤੇ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ ਜੀ। ਪਰ ਜਿਹੜੇ ਗੁਰੂ ਗ੍ਰੰਥ ਸਾਹਿਬ 'ਚ ਰਾਮ ਦੀ ਗੱਲ ਕੀਤੀ ਗਈ ਹੈ ਉਹਦੇ ਪਿਛੋਕੜ 'ਚ ਸੰਕਲਪ ਕਿਸੇ ਸਮੇਂ ਸਥਾਨ ਦੀ ਸੀਮਾ 'ਚ ਬੱਝੇ ਬਿਨਸਰਹਾਰ ਜਿਹੜੇ ਗੁਣਾਂ ਦੇ ਧਾਰ ਨੇ, ਜਿਹੜਾ ਬ੍ਰਹਮਾ ਸ਼ਿਵ ਨੂੰ ਵਿਸ਼ਵ ਸਾਰੇ ਬਿਨਸਰਹਾਰ ਆ ਜੀ ਜੀ, ਇਹਨਾਂ ਦੇ ਨਾਲ ਉਹਨਾਂ ਦਾ ਨਾਂ ਨਹੀਂ ਜੁੜਨਾ ਚਾਹੀਦਾ। ਮਤਲਬ ਉਹਦੇ ਨਾਲ ਉਹਨਾਂ ਦੀ ਹਸਤੀ ਨਹੀਂ ਜੁੜੀ ਜਾਂਦੀ। ਉਹ ਰੱਬ ਮੰਨਦੇ ਆ, ਮੰਨਣ। ਉਹ ਕਹਿੰਦੇ ਆ ਇਸ ਕਰਕੇ ਬਿਨਸਨਹਾਰ ਸੀਮਤ ਸਮਰੱਥਾ ਦੇ ਗੁਣਾਂ ਦੇ ਧਾਰਨੀ ਕਲਪਤ ਦੇਵੀ ਦੇਵਤੇ ਨਹੀਂ ਹੋਣਾ ਚਾਹੀਦਾ, ਸਗੋਂ ਅਜਿਹਾ ਨਾਮ ਕਿਸੇ ਅਵਿਨਾਸ਼ੀ, ਅਕਾਲ, ਅਮਰ, ਅਜੂਨੀ, ਸਰਬ ਵਿਆਪਕ ਅਤੇ ਸਰਬ ਸ਼ਕਤੀਮਾਨ ਸਿਰਜਣਹਾਰ ਪਾਰ ਬ੍ਰਹਮ ਦਾ ਲਖਾਇਕ
ਹੋਣਾ ਚਾਹੀਦਾ। ਜੀ ਹੁਣ ਇਹਦਾ ਲਖਾਇਕ ਵੀ ਜਿਹੜਾ ਆਉਂਦਾ ਆਪਾਂ ਇੱਥੇ ਨਵੇੜੇ ਹਾਲੇ ਇਹਦਾ ਜਿਹੜਾ ਨਾਮ ਆ ਉਹ ਕਹਿੰਦੇ ਨਾਮ ਦਾ ਭਾਵ ਆ ਸਰਬ ਵਿਆਪੀ ਆਤਮਾ ਜੀ, ਉਹ ਨਿਰਾਕਾਲ ਆ, ਨਿਰੋਲ ਪ੍ਰਾਣ ਹੈ। ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਭੂ ਦੀ ਸਮੁੱਚੀ ਸ਼ਕਤੀ ਨੂੰ ਦਰਸਾਉਣ ਲਈ ਵਰਤਿਆ ਗਿਆ, ਜਿਵੇਂ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਹੁਣ ਜਿਹੜੇ ਇਹਨਾਂ ਦੇ ਹਿੰਦੂ ਦਰਸ਼ਨ ਆ ਇਹਦੇ 'ਚ ਹਰ ਕੋਈ ਨਾਮ ਤੇ ਰੂਪ ਦਾ ਦੋਨਾਂ ਦਾ ਸੁਮੇਲ ਆ, ਜਿੱਦਾਂ ਵਿਸ਼ਨੂੰ, ਬ੍ਰਹਮਾ ਜਾਂ ਰਾਮਚੰਦਰ, ਇਹਦੇ ਨਾਲ ਰੂਪ ਦਾ ਸੁਮੇਲ ਆ। ਪਰ ਗੁਰੂ ਗ੍ਰੰਥ ਸਾਹਿਬ 'ਚ ਪ੍ਰਮਾਤਮਾ ਦੇ ਨਾਲ ਰੂਪ ਦਾ ਸੁਮੇਲ ਨਾ ਰਵੇ, ਇਸ ਕਰਕੇ ਰੂਪ ਵਿੱਚੋਂ ਕੱਢਣ ਲਈ ਉਹਨਾਂ ਨੇ ਨਾਮ ਦਾ ਸ਼ਬਦ ਵਰਤਿਆ। ਇਹਦੇ ਲਈ ਨਾਮ ਸ਼ਬਦ ਆ ਪਰਮਾਤਮਾ ਲਈ ਵਰਤਿਆ, ਇਹਦੇ 'ਚੋਂ ਰੂਪ ਪਾਸੇ ਕਰ ਦਿੱਤਾ। ਜਿਹੜੇ ਇਹਨਾਂ ਦੇ ਰੱਬ ਆ ਇਹਦੇ ਨਾਲ ਰੂਪ ਦੀ ਗੱਲ ਜੁੜਦੀ, ਜਿੱਦਾਂ ਬ੍ਰਹਮਾ, ਵਿਸ਼ਨੂੰ, ਮਹੇਸ਼, ਜਾਂ ਆਪਾਂ ਸਾਰਾ ਇਹ ਕਿਰਨ ਬੇਟੇ ਨੇ ਸਾਰੀ ਗੱਲ ਕਲੀਅਰ ਕਰ ਦਿੱਤੀ। ਸੋ ਇੱਕ ਇਹ ਫਰਕ ਆ। ਦੂਜਾ ਇਹ ਆ ਵੀ ਜਿਹੜਾ ਰਾਮਚੰਦਰ ਆ ਇਹਦੇ ਆਪਣੇ ਆਖਰੀ 2 ਮਿੰਟ 'ਚ ਆਪਾਂ ਗੱਲ ਵੇੜ ਲੈਂਦੇ ਹਾਂ। ਇਹਦੇ 'ਚ ਗੁਰਮਤਿ ਪ੍ਰਕਾਸ਼ 'ਚ ਇੱਕ ਆਰਟੀਕਲ ਛਪਿਆ ਸੀ ਗੁਰੂ ਗ੍ਰੰਥ ਸਾਹਿਬ 'ਚ ਰਾਮ, ਉਹਦੇ 'ਚ ਉਹਨਾਂ ਨੇ ਲਿਖਿਆ, ਉਹ ਕਹਿੰਦੇ ਵਿਸ਼ਵ ਵਿਦਿਆਲੇ ਪ੍ਰਕਾਸ਼ਨ ਵਾਰਾਸਨੀ ਦੀ ਪ੍ਰਕਾਸ਼ਿਤ ਪੁਸਤਕ ਵਿਸ਼ਵ ਕੀ ਪ੍ਰਾਚੀਨ ਸਭਿਅਤਾ 323 ਈਸਵੀ ਪੂਰਬ, ਜਿਸ ਦੇ ਲੇਖਕ ਸ੍ਰੀ ਰਾਮ ਗੋਇਲ MA PhD ਰੀਡਰ ਇਤਿਹਾਸ ਵਿਭਾਗ ਜੋਧਪੁਰ ਯੂਨੀਵਰਸਿਟੀ ਵਿੱਚ ਲਿਖਿਆ। ਉਹ ਕੀ ਲਿਖਦੇ ਆ? ਉਹ ਕਹਿੰਦੇ ਅਯੁੱਧਿਆ ਦੇ ਰਾਮਚੰਦਰ ਦਾ ਮੁੱਖ ਨਾਮ ਪੁਸ਼ਪਮਿੱਤਰ ਸੁੰਗਚੀਨੀ ਸੀ। ਇਹਦਾ ਜਿਹੜਾ ਪਹਿਲਾ ਨਾਂ ਸੀਗਾ। ਉਹ ਕਹਿੰਦੇ 186 ਈਸਵੀ ਪੂਰਬੀ 'ਚ ਇਹ ਮੌਰੀਆ ਸਮਰਾਟ ਅਸ਼ੋਕ ਦੇ ਪੋਤਰੇ ਦਾ ਪੋਤਰਾ ਰਾਜਾ ਬਹਾਦਰ ਦਾ ਮੁੱਖ ਸੈਨਾਪਤੀ ਸੀ। ਇਹ ਪਟਨਾ ਵਿੱਚ ਹੋਏ ਇੱਕ ਸੈਨਿਕ ਪ੍ਰਦਰਸ਼ਨ ਸਮੇਂ ਇਹਨੇ ਆਪਣੇ ਸਵਾਮੀ ਦਾ ਕਤਲ ਕਰ ਦਿੱਤਾ ਤੇ ਰਾਜਾ ਬਣ ਗਿਆ। ਪੁਸ਼ਪਮਿੱਤਰ ਸੁੰਗ ਅਯੁੱਧਿਆ ਦਾ ਰਾਜਾ ਰਾਮਚੰਦਰ ਜੀ ਨੂੰ ਇਹ ਕਹਿੰਦੇ ਆ। ਇਹ ਕਵੀ ਵਾਲਮੀਕੀ ਨੇ ਨਾਮ ਨਾਲ ਬ੍ਰਾਹਮਣਾਂ ਨੇ ਝੂਠੀ ਰਮਾਇਣ ਲਿਖ ਕੇ ਰਾਜਾ ਰਾਮ ਜਸਰਥ ਦਾ ਰਾਜਾ ਰਾਮਚੰਦਰ ਪੁੱਤਰ ਬਣਾਤਾ। ਇਹ ਦੋਨੋਂ ਹੀ ਗੱਲਾਂ ਇੱਥੇ ਸਪਸ਼ਟ, ਮਤਲਬ ਜਿਹੜੀ ਉਹ ਮੇਰੇ ਖਿਆਲ ਹੈ ਉਹਦੇ ਨਾਲ ਮਿਲਦੀ ਹੈ, ਜਿਹੜੀ ਤੁਸੀਂ ਉਹ 6ਵੀਂ ਰਮਾਇਣ ਜਿਹੜੀ ਤੁਸੀਂ ਕਹਿੰਦੇ ਆ ਉਹਦੇ ਨਾਲ ਇਹ ਗੱਲਾਂ ਕਾਫੀ ਮਿਲਦੀਆਂ ਨੇ। ਨਹੀਂ ਮਿਲਦੀਆਂ ਨਹੀਂ, ਬਿਲਕੁਲ ਹੈ ਹੀ ਇਦਾਂ। ਜੀ ਜੀ। ਹੁਣ ਇਹਦੇ 'ਚ ਇਹ ਆ ਵੀ ਇਹ ਤਾਂ ਸਿੱਧ ਹੋ ਗਿਆ ਵੀ ਜਿਹੜਾ ਰਾਮਚੰਦਰ ਆ ਇਹ ਵੀ ਬਣਾਇਆ ਗਿਆ ਪਿੱਛੋਂ, ਇਹ ਜਸਰਥ ਦਾ ਪੁੱਤ, ਇਹ ਅੱਗੇ ਸਾਰੀ ਗੱਲ ਇਹ ਕਲੀਅਰ ਕਰਿਆ ਹੈ। ਜੀ ਜੀ। ਦੂਜੀ ਹੁਣ ਜਿਹੜੀ ਸਰਦਾਰ ਜਗਜੀਤ ਸਿੰਘ ਦੀ ਪੂਰਨ ਤੌਰ ਤੇ ਰਾਮਚੰਦ ਦਾ ਨਾਂ ਆਪਾਂ ਨੂੰ ਮਿਲ ਜਾਂਦਾ, ਇਹ ਜਿਹੜੇ ਹੈਗੇ ਆ ਬੜਾ ਕਲੀਅਰ ਕੱਟ ਕਰਕੇ ਭਗਤ ਨਾਮਦੇਵ ਜੀ, ਉਹ ਕਹਿੰਦੇ ਪਾਂਡੇ ਤੁਮਰਾ ਰਾਮਚੰਦ ਸੋਪੀ ਆਵਤ ਦੇਖਿਆ ਥਾ, ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਰੋ ਗਵਾਈ ਥੀ। ਜੀ ਜੀ। ਹੁਣ ਇਸ ਰਾਮਚੰਦ ਦਾ ਹਵਾਲਾ ਗੁਰੂ ਗ੍ਰੰਥ ਸਾਹਿਬ 'ਚ ਇਦਾਂ ਆਉਂਦਾ। ਬਿਲਕੁਲ। ਜਿਹੜਾ ਜਸਰਥ ਦਾ ਪੁੱਤ ਰਾਮਚੰਦਰ ਆ ਉਹਦਾ ਹਵਾਲਾ ਇਦਾਂ ਆਇਆ ਵੀ ਉਹਨੇ ਆਪਣੇ ਘਰ ਵਾਲੀ ਗਵਾਲੀ ਬਕਾਇਦਾ ਲਿਖਿਆ। ਪਰ ਜਿਹੜਾ ਰਾਮ 2500 ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਉਹ ਜਸਰਥ ਦਾ ਪੁੱਤ ਰਾਮਚੰਦਰ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਰਾਮ ਆ ਉਹ ਕਿਸੇ ਵੀ ਨਾਲ ਹਸਤੀ ਦੇ ਦੁਨਿਆਵੀ ਹਸਤੀ ਨਾਲ ਨਹੀਂ ਜੋੜਿਆ ਜਾ ਸਕਦਾ। ਠੀਕ ਹੈ ਨਾ ਜੀ? ਬਿਲਕੁਲ ਜੀ ਬਿਲਕੁਲ। ਦੂਜੀ ਜਿਹੜੀ ਤੁਸੀਂ ਕਹਿੰਦੇ ਨਾ ਜੀ, ਉਹ ਜਿਹੜੀ ਤੁਸੀਂ ਮੈਨੂੰ ਪੁੱਛਿਆ ਜੇ ਤਾਂ 5 ਮਿੰਟ ਹੈਗੇ ਅੱਜ ਕਲੀਅਰ ਕਰ ਲਓ, ਨਹੀਂ ਫਿਰ ਆਪਾਂ ਫਿਕਰ ਨਹੀਂ ਕਰ ਲੈਨੇ ਆਪਾਂ, ਕੋਈ ਪ੍ਰੋਬਲਮ ਨਹੀਂ। ਇਹਦੇ 'ਚ ਜਿਹੜਾ ਜਗਜੀਤ ਸਿੰਘ ਜੀ ਹੁਣ ਲਿਖਦੇ ਆ, ਇਹ ਬਹੁਤ ਆਰੀ ਇਹਦਾ ਜਿਹੜਾ ਤੁਸੀਂ ਹਵਾਲਾ ਦਿੱਤਾ ਜੀ, ਇਹਦੇ ਦੇਖਣਾ ਪਊਗਾ ਵੀ ਇਹ ਲਿਖਿਆ ਕਿਹਨੇ ਆ ਗੁਰੂ ਗ੍ਰੰਥ ਸਾਹਿਬ 'ਚ। ਇਹ ਭੱਟਾਂ ਦੇ ਸੋਈਏ ਆ ਜੀ। ਹੁਣ ਭੱਟ ਜਿਹੜੇ ਆ ਇਹ ਜਦੋਂ ਆਉਂਦੇ ਆ ਗੁਰੂ ਸਾਹਿਬ ਕੋਲ, ਤੇ ਇਹ ਭੱਟਾਂ ਦਾ ਕੰਮ ਕੀ ਸੀ? ਕਵੀਸ਼ਰ ਸੀ ਤੇ ਲੋਕਾਂ ਦੀ ਜਿਹੜੀ ਇਹਨਾਂ ਨੇ ਉਸਤਤ ਕਰਨੀ। ਹੁਣ ਇਹਦੇ 'ਚ ਭਾਈ ਗੁਰਦਾਸ ਨੇ ਬ੍ਰਾਹਮਣਾਂ ਦੀਆਂ ਕੋਈ 7-8 ਵੱਖਰੇ ਵੱਖਰੇ ਦਿੱਤੇ ਆ ਵੀ ਇਹ ਕਰਦੇ ਕੀ ਸੀ ਜੀ। ਉਹਦੇ 'ਚ ਉਹਨਾਂ ਨੇ ਬੜਾ ਸਪਸ਼ਟ ਕਰਕੇ ਦੱਸਿਆ, ਕਿਤੜੇ ਬ੍ਰਾਹਮਣ ਸਾਰ ਸੁਤ ਵਿਰਤੀ ਸਰ ਲਗਾਇਤ ਲੋਏ, ਕਿਤੜੇ ਗੌੜ ਕਨੌਜਗੇ ਤੀਰਥਵਾਸੀ ਕਰਦੇ ਢੋਏ, ਕਿਤੜੇ ਲਖ ਸਨੌੜਗੇ ਪਾਂਦੇ ਪੰਡਤ ਵੈਦ ਖਲੋਏ, ਕੇਤੜਿਆਂ ਲਖ ਜੋਤ ਕੀ ਵੇਦ ਵਦੋਏ ਲਖ ਪਲੋਏ,
ਕੇਤੜੇ ਲੱਖ ਕਵੀਸ਼ਰਾਂ ਬ੍ਰਹਮ ਭਾਟ ਬ੍ਰਹਮ ਖੋਏ ਕੇਤੜਿਆਂ ਅਭਿਆਗਤਿਆਂ ਕਰ ਕਰ ਮੰਗਦੇ ਲੇਕਿਨ ਸੋਏ। ਹੁਣ ਆਖਰੀ ਦੋ ਆਪਾਂ ਗੱਲ ਕਰਦੇ ਹਾਂ, ਗੱਲ ਲੰਮੀ ਹੁੰਦੀ ਹੈ ਜੀ। ਉਹ ਕਹਿੰਦੇ ਜਿਹੜੇ ਜੀ ਇਹ ਪਾਟਿਆ ਇਹ ਤਾਂ ਹੈਗੇ ਆ ਕਵੀਸ਼ਰ ਲੋਕ ਜਿਹੜੇ ਕਵਿਤਾ ਲਿਖਦੇ ਆ ਤੇ ਜਾਂ ਉਪਮਾ ਚ ਲਿਖਦੇ ਆ ਜੀ। ਉਹ ਕਹਿੰਦੇ ਇਹਨਾਂ 'ਚ ਉਹ ਵੀ ਹੈਗੇ ਆ ਜਜਮਾਨੀ ਪ੍ਰੋਤ ਵਾਲੇ ਵੀ, ਉਹ ਕਰ ਕਰ ਮੰਗਦੇ ਫਿਰਦੇ ਆ ਵੀ ਕਿਸੇ ਦੇ ਵਧਾਈ ਹੋਈ ਜਾਂ ਲਈਏ। ਇਸ ਕਿਸਮ ਦੇ ਬ੍ਰਾਹਮਣ ਵੀ ਹੈਗੇ ਆ। ਹੁਣ ਇਹ ਜਿਹੜੇ ਪੱਟ ਆ ਇਹ ਜਦੋਂ ਗੁਰੂ ਦਰਬਾਰ 'ਚ ਆਉਂਦੇ ਆ ਇਹਨਾਂ ਨੇ ਗੁਰੂ ਸਾਹਿਬ ਦੀ ਦਵੱਲੀ ਸ਼ਖਸੀਅਤ ਦਾ ਵਰਣਨ ਕੀਤਾ, ਜਿਹੜੀ ਨੋਟ ਕਰਨ ਵਾਲੀ ਗੱਲ ਆ ਜੀ। ਭੱਟ ਬਾਣੀ ਵਿੱਚ ਗੁਰੂਆਂ ਦੀ ਦਵੱਲੀ ਸ਼ਖਸੀਅਤ ਦਾ ਵਰਣਨ ਆ। ਭੱਟਾਂ ਅਨੁਸਾਰ ਗੁਰੂ ਅਧਿਆਤਮਕ ਤੇ ਸੰਸਾਰਕ ਦੋਹਾਂ ਖੇਤਰਾਂ ਵਿੱਚ ਕਿਰਿਆਸ਼ੀਲ ਆ। ਉਹ ਅਧਿਆਤਮਕ ਤੇ ਸੰਸਾਰੀ ਦੋਹਾਂ ਸ਼ਕਤੀਆਂ ਦੇ ਪ੍ਰਤੀਕ ਬਣ ਚੁੱਕੇ ਆ। ਗੁਰੂਆਂ ਦੀ ਦਵੱਲੀ ਸ਼ਖਸੀਅਤ ਤੇ ਗੁਰੂ ਘਰ ਵਿੱਚ ਧਰਮ ਤੇ ਰਾਜ ਦੇ ਸੰਯੋਗ ਨਾਲ ਲਿਖਾਈ ਦੀ ਮਤਲਬ ਪੰਥ ਦੀ ਜਿਹੜੀ ਉਹ ਸਿਰਜਣਾ ਹੋ ਰਹੀ ਹੈ। ਹੁਣ ਆਪਾਂ ਸਾਰੇ ਨਹੀਂ ਪੜ੍ਹ ਸਕਦੇ, ਪਰ ਉਹਨਾਂ ਨੇ ਭੱਟਾਂ ਨੇ ਜੀ ਗੁਰੂ ਨਾਨਕ ਸਾਹਿਬ ਨੂੰ ਜਿਸ ਢੰਗ ਦੇ ਨਾਲ ਉਹਨਾਂ ਦੀ ਉਪਮਾ ਕਰਦੇ, ਇਹ ਉਪਮਾ ਕਰ ਰਹੇ ਆ ਭੱਟ ਜੀ। ਅੱਜ ਜਿਹੜਾ ਤੁਸੀਂ ਸ਼ਬਦ ਪੜਿਆ ਪਾ ਗਿਆ ਜੀ ਜੀ, ਇਹ ਭੱਟ ਗੁਰੂ ਨਾਨਕ ਦੀ ਉਪਮਾ ਕਰ ਰਿਹਾ। ਮਤਲਬ ਦੇਖਣਾ ਇਹ ਪਵੇਗਾ ਕਿ ਉਸ ਟਾਈਮ ਉਹ ਕੀ ਸੋਚਦੇ ਨੇ, ਉਹਨਾਂ ਲਈ ਸੁਪਰੀਮ ਕੀ ਹੈ, ਕੰਟੈਕਸਟ ਕੀ ਹੈ ਉਹਨਾਂ ਦਾ ਕੰਟੈਕਸਟ ਕੀ ਹੈ, ਉਹਨਾਂ ਨੇ ਜੋ ਲਿਖਿਆ। ਜੀ ਜੀ ਜੀ। ਹੁਣ ਪਹਿਲਾਂ ਇਹ ਵੀ ਲਿਖਦੇ ਆ ਗੁਰੂ ਰਾਮਦਾਸ ਜੀ ਬਾਰੇ ਭੱਟ ਕਲਸਾਰ ਦਾ ਕਥਨ ਹੈ ਕਿ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਅਕਾਲ ਪੁਰਖ ਵਿੱਚ ਲੀਨ ਹੋਣ ਤੋਂ ਬਾਅਦ ਉਹਨਾਂ ਨੇ ਉਸ ਰਸ ਨੂੰ ਜਾਣਿਆ ਜਿਹਨੂੰ ਭੱਟਾਂ ਨੇ ਇਦਾਂ ਲਿਖਿਆ ਜੀ। ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ ਸਮਾਣੇ, ਇਹ ਰਾਜ ਜੋਗ ਗੁਰ ਰਾਮਦਾਸ ਤੂੰ ਹੋ ਰਸ ਜਾਣੇ। ਇਹਦਾ ਰਸ ਉਹ ਜਾਣ ਸਕਦਾ। ਇਹਦੇ 'ਚ ਭੱਟਾਂ ਨੇ ਗੁਰੂ ਸਾਹਿਬ ਦੀ ਰਾਜਿਆਂ ਦੇ ਰੂਪ 'ਚ ਵੀ ਉਸਤਤ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਦੇ ਇਹ ਤੁਸੀਂ ਸਾਰੇ ਵਿੱਚ ਪੰਨੇ ਪੜ੍ਹ ਲਿਓ। ਗਾਵੇ ਇੰਦਰਾਂਦ ਭਗਤ ਪਹਿਲਾਦਕ ਆਤਮ ਰਸ ਜਿਨ ਜਾਣਿਓ। ਇਹਨਾਂ ਨੇ ਰਾਜਿਆਂ, ਗੁਰੂ ਸਾਹਿਬ ਨੂੰ ਰਾਜਿਆਂ ਦੇ ਮੁੱਖ, ਉਹਨਾਂ ਦਾ ਤਾਂ ਕੰਮ ਇਹ ਹੈ ਨਾ ਵੀ ਸਿਫਤ ਕਰਨੀ ਜੀ। ਉਹਨਾਂ ਨੇ ਰਾਜਿਆਂ ਵਾਂਗੂ ਉਹਨਾਂ ਦੀ ਸਿਫਤ ਕੀਤੀ। ਗਾਂ ਕਹਿੰਦੇ ਗਾਵੇ ਇੰਦਰਾਂਦ ਭਗਤ ਪਹਿਲਾਦਕ ਆਤਮ ਰਸ ਜਿਨ ਜਾਣਿਓ। ਗਾਵੇ ਜਨਕਾਦ ਜੁਗਤ ਜੁਗੇਸਰ ਹਰ ਰਸ ਪੂਰਨ ਸਭ ਕਲਾ। ਬਹੁਤ ਸਾਰੇ ਆਪਾਂ ਨੂੰ ਮਿਲ ਜਾਂਦੇ ਆ। ਉਹ ਕਹਿੰਦੇ ਆ ਗੁਰੂ ਅੰਗਦ ਸਾਹਿਬ ਦੀ ਉਸਤਤ ਕਰਨ ਵਿੱਚ ਕਲਹਾਰ ਕਹਿੰਦਾ ਵੀ ਮੈਨੂੰ, ਉਹ ਹੁਣ ਉਹਨਾਂ ਦੀ ਆਪਣੀ ਕਲਪਨਾ, ਇਹ ਉਹਨਾਂ ਦੀ ਆਪਣੀ ਕਲਪਨਾ ਜੀ। ਉਹ ਕਹਿੰਦਾ ਕਿ ਮੈਨੂੰ ਤਾਂ ਤੁਹਾਡੇ 'ਚ ਜਨਕ ਰਾਜੇ ਦਾ ਅਵਤਾਰ ਦੀਦਾ। ਇਹ ਉਹਦੀ ਕਲਪਨਾ, ਉਹ ਕਹਿ ਸਕਦਾ। ਬਿਲਕੁਲ ਸਮਝਦੇ ਨਾ। ਇਹ 'ਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਕੋਈ ਲੈਣ ਦੇਣ ਨਹੀਂ। ਹੁਣ ਉਹ ਕਹਿ ਰਿਹਾ ਤੂੰ ਤਾਂ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਰਹੇ ਜਗਤਰ ਜਲ ਪਦਮ ਵਿਚਾਰ। ਹੁਣ ਆਪਾਂ ਨੇੜੇ ਐ ਸ਼ਬਦ ਤੇ ਲਿਆਉਣੇ ਆ ਗੱਲ ਜੀ। ਦੇਖੋ ਉਹ ਜਿਹੜੇ ਕਿੱਦਾਂ ਆ ਇੱਥੇ ਜਿਹੜਾ ਹੈ ਨਾ ਜੀ ਭੱਟ ਕਲਸਾਰ, ਹੁਣ ਉਹ ਗੁਰੂ ਰਾਮਦਾਸ ਨੂੰ ਜਦੋਂ ਬੇਨਤੀ ਕਰਦੇ ਆ ਜੀ, ਉਹ ਹੁਣ ਪ੍ਰਮਾਣ ਜਿਹੜੇ ਉਹ ਦੇ ਰਿਹਾ ਜੀ, ਉਹ ਪ੍ਰਮਾਣ ਦੇ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਹੀਂ ਹੈ। ਉਹ ਕਹਿੰਦਾ ਰੱਖੋ ਦਾਸ ਭਾਟ ਕੀ ਲਾਜ, ਜੈਸੇ ਰਾਖੀ ਲਾਜ ਭਗਤ ਪਹਿਲਾਦ ਕੀ। ਹਰਨਾਖਸ ਫਾਰੇ ਕਰ ਆਜ, ਫੁਨ ਦਰੋਪਤੀ ਲਾਜ ਰੱਖੀ ਹਰ ਪ੍ਰਭ ਜੀ। ਸ਼ੀਨਤ ਬਸਤਰ ਦੀਨ ਬਹੁ ਸਾਜ, ਸੋ ਦਾਮਾ ਅਪਦਾ ਤੇ ਰੱਖਿਆ। ਗਨੇਕਾ ਪੜਤ ਪੂਰੇ ਤੇ ਕਾਜ, ਸ੍ਰੀ ਸਤਗੁਰ ਸੁਭ ਪ੍ਰਸੰਨ ਕਲਯੁਗ ਹੋਏ। ਰਾਖੋ ਦਾਸ ਭਾਟ ਕੀ ਲਾਜ। ਜੀ ਜੀ, ਜਿੱਦਾਂ ਉਹਨੇ ਦ੍ਰਿਸ਼ਟਾਂਤ ਦਿੱਤੇ ਆ ਉਹਨਾਂ ਦੀ ਲਾਜ ਰੱਖੀ, ਮੇਰੀ ਵੀ ਲਾਜ ਰੱਖੋ, ਉਦਾਂ ਲਾਜ ਰੱਖੋ। ਮਤਲਬ ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਸਿਧਾਂਤ ਉਹ ਨਹੀਂ ਹੋ ਜਾਂਦਾ, ਨੇੜੇ ਤੇੜੇ ਵੀ ਨਹੀਂ ਜੀ ਜੀ। ਉਹ ਇੱਕ ਪ੍ਰਮਾਣ ਦੇ ਰਹੇ ਆ। ਔਰ ਇਸੇ ਤਰ੍ਹਾਂ ਜਿਹੜਾ ਆਪਨੇ ਬਹੁਤ ਵਾਰੀ ਇਹ ਵੀ ਕਹਿੰਦੇ, ਦੇਖੋ ਜੀ ਇਹ ਲਿਖਿਆ ਹੋਇਆ ਜੀ ਜੀ। ਸਤਜੁਗ ਤੈ ਮਾਣਿਓ ਛਲਿਓ ਬਲਬਾਵਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰੰਗਵੰਸ ਕਹਾਇਓ। ਦੁਆਪਰ ਕ੍ਰਿਸ਼ਨ ਮਨਾਰ ਕੰਸ ਕਰਤਾਰਥ ਕੀਓ, ਉਗਰ ਸੈਨ ਕੋ ਰਾਜ ਭੈ ਭਗਤ ਜਨ ਦਿਓ। ਕਲਯੁਗ ਪ੍ਰਮਾਨ ਗੁਰੂ ਨਾਨਕ ਗੁਰ ਅੰਗਦ ਅਮਰ ਕਹਾਇਓ। ਸ੍ਰੀ ਗੁਰ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਓ। ਹੁਣ ਇੱਥੇ ਕੀ ਹੈ,
ਭੱਟ ਜਿਹੜੇ ਆ ਉਹ ਗੁਰੂ ਸਾਹਿਬ ਨੂੰ ਉਸ ਦੇ ਨਾਲ ਉਹਨਾਂ ਦੀ ਉਪਮਾ ਇਸ ਢੰਗ ਨਾਲ ਕਰ ਰਹੇ ਆ। ਮਤਲਬ ਆਪਾਂ ਦੇਖੀਏ ਤੇ ਉਹਨਾਂ ਨੇ ਕਿਸੇ ਨਾਲ ਤਾਂ ਉਹਨਾਂ ਨੂੰ ਕੰਪੇਅਰ ਕਰਨਾ ਹੋਊਗਾ ਤੇ ਉਹ ਕੰਪੈਰੀਜ਼ਨ ਦੇ ਵਿੱਚ ਜਿਹੜੇ ਇੰਨੇ ਅਵਤਾਰ ਹੈਗੇ ਉਹਨਾਂ ਨਾਲੋਂ ਵੀ ਉੱਪਰ ਕੰਟੈਕਸਟ ਹੋਈ ਔਰ ਉਤੋਂ ਵੀ ਉੱਪਰ ਜਿਹੜਾ ਹੈਗਾ ਉਹ ਕਰ ਰਹੇ, ਕੰਪੇਅਰ ਕਰ ਰਹੇ ਨੂੰ ਉਹ ਜੀ ਅਕਾਲ ਪੁਰਖ ਦਾ ਰੂਪ ਮੰਨ ਕੇ ਉਸਤਤ ਕਰ ਰਿਹਾ। ਜੀ ਜੀ ਉਹ ਕਹਿੰਦੇ ਤੂੰ ਹੀ ਸੀ, ਮਤਲਬ ਪ੍ਰਮਾਤਮਾ ਹੀ ਸੀ। ਬਿਲਕੁਲ। ਇੱਥੇ ਉਹ ਗੁਰੂ ਨਾਨਕ ਦੇ ਸਰੀਰ ਦੀ ਗੱਲ ਨਹੀਂ ਕਰ ਰਹੇ। ਜੀ 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 ਜੀ। ਭੱਟਾਂ ਨੇ ਗੁਰੂ ਸਾਹਿਬ ਦੇ ਆਪਾਂ ਉੱਤੇ ਗੱਲ ਕਰਿਆ ਨਾ ਵੀ ਦੋਲੀ ਸ਼ਖਸੀਅਤ ਦੀ ਗੱਲ ਕੀਤੀ ਹੈ ਜੀ। ਇਹਦੇ ਵਿੱਚ ਭੱਟ ਸਾਹਿਬ ਕਹਿ ਰਹੇ ਆ ਉਸ ਪ੍ਰਮਾਤਮਾ ਨੂੰ ਵੀ ਉਹ ਪ੍ਰਮਾਤਮਾ ਹੀ ਸਾਰੇ ਜਿਹੜਾ ਉਹਦਾ ਪਸਾਰਾ ਹੈ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਨੇ ਮੰਨਿਆ ਵੀ ਇਹ ਜਿਹੜਾ ਇਹ ਗੁਰੂ ਨਾਨਕ ਉਹੀ ਹੈ, ਐਸਾ ਇਹਦਾ ਸਿੱਧ ਨਹੀਂ ਹੁੰਦੀ ਹੈ ਗੱਲ। ਜਦੋਂ ਇਹਨੂੰ ਪੂਰੇ ਧਿਆਨ ਨਾਲ ਸਾਰੇ ਭੱਟਾਂ ਦੇ ਸੋਈਏ ਪੜਾਂਗੇ ਜੀ। ਭੱਟਾਂ ਦਾ ਜਿਹੜਾ ਕਾਰਜ ਬੜਾ ਸਪਸ਼ਟ ਇੱਥੇ ਆਪਣੇ ਉਹਨਾਂ ਨੇ ਭਾਈ ਕਾਹਨ ਸਿੰਘ ਨਾਭਾ ਉਹਨਾਂ ਨੇ ਲਿਖਿਆ ਵੀ ਭੱਟ ਪਿਤਾ ਪੁਰਖੀ ਪੇਸ਼ਾਵਰ ਮਹਿਮਾ ਗਾਉਣ ਵਾਲੇ ਕਵੀ ਸੀ। ਭਾਈ ਕਾਹਨ ਸਿੰਘ ਨਾਭਾ ਅਨੁਸਾਰ ਭੱਟ ਤੋਂ ਭਾਵ ਉਸਤਤ ਪੜ੍ਹਨ ਵਾਲਾ ਕਵੀ। ਇਹ ਰਾਜਾ ਤੇ ਯੋਧਿਆਂ ਦੇ ਜਸ ਕਰਨ ਵਾਲੇ ਵਿਅਕਤੀ, ਪਰ ਭੱਟਾਂ ਦਾ ਗੁਰੂ ਦਰਬਾਰ 'ਚ ਹਾਜ਼ਰ ਹੋਣਾ ਤੇ ਫਿਰ ਸੰਗਤ ਦੇ ਸਨਮੁਖ ਹੋ ਕੇ ਗੁਰੂ ਅਰਜਨ ਸਾਹਿਬ ਦੀ ਹਜ਼ੂਰੀ ਵਿੱਚ ਗੁਰੂਆਂ ਦੀ ਉਸਤਤ ਕਰਨੀ ਇੱਕ ਨਵੀਂ ਗੱਲ ਸੀ ਜੀ। ਰਾਜਿਆਂ ਦੇ ਦਰਬਾਰ ਛੱਡ ਕੇ ਭੱਟਾਂ ਦਾ ਗੁਰੂ ਦਰਬਾਰ ਵਿੱਚ ਆਉਣਾ ਅਨੇਕੀ ਇੱਕ ਅਨੋਖੀ ਘਟਨਾ ਆ। ਸਪਸ਼ਟ ਹੈ ਕਿ ਗੁਰੂਆਂ ਦੀ ਅਧਿਆਤਮਿਕ ਤੇ ਸੰਸਾਰਕ ਪ੍ਰਭੁਤਾ ਸੰਪੰਨ ਦੁਆਲੀ ਸ਼ਖੀ ਦੇਖੀ। ਹੁਣ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਉਹਨਾਂ ਨੇ, ਗੁਰੂ ਗ੍ਰੰਥ ਸਾਹਿਬ ਇੱਕ ਸਰਬਪੱਖੀ ਹੈ ਜੀ। ਬਿਲਕੁਲ। ਉਹਨਾਂ ਨੇ ਭੱਟਾਂ ਨੇ ਜਿਸ ਢੰਗ ਨਾਲ ਗੁਰੂ ਦੀ ਉਸਤਤ ਕੀਤੀ ਉਹਨਾਂ ਲਿਖ ਦਿੱਤੀ। ਹੁਣ ਤੁਸੀਂ ਇਸ ਢੰਗ ਨਾਲ ਤੇ ਆਪਣਾ ਸ਼ਬਦ ਆਉਂਦਾ ਫਰੀਦ ਦਾ ਜੀ ਜੀ। ਫਰੀਦਾ ਬੇਰ ਨਮਾਜ਼ਾ ਕੁੱਤਿਆ ਇਹ ਨਾ ਭਲੀ ਰੀਤ ਜੀ ਜੀ ਜੀ। ਕभी ਚਲਣਾ ਆਇਆ ਪੰਜੇ ਵਕਤ ਬਸੀਤ। ਬਿਲਕੁਲ। ਉੱਠ ਫਰੀਦਾ ਉੱਜੂ ਸਾਜ ਸੁਬਾ ਨਮਾਜ਼ ਗੁਜ਼ਾਰ ਸੋ ਸਿਰ ਜੋ ਸਿਰ ਸਾਈਂ ਨਾਨਵੇਂ ਸੋ ਸਿਰ ਕਾ ਪਤਾਰ। ਹੁਣ ਸਿੱਖ ਨੇ ਤਾਂ ਮਸੀਹ ਚ ਨਹੀਂ ਜਾਣਾ ਨਾ ਜੀ। ਜੀ ਜੀ ਜੀ। ਮਤਲਬ ਉੱਥੇ ਸਿਧਾਂਤ ਦੀ ਗੱਲ ਸਿਧਾਂਤ ਨੂੰ ਗੱਲ ਸਮਝਣਾ। ਉੱਥੇ ਭੱਟਾਂ ਨੇ ਗੱਲ ਜਿਹੜੀ ਗੁਰੂ ਦੀ ਉਸਤਤ ਚ ਕੀਤੀ ਆ, ਨਾ ਕਿ ਇਹਦਾ ਜਿਹੜਾ ਸੰਬੰਧ ਆ ਉਹ ਰਗਵੰਸ਼ ਕੁਲ ਦੇ ਨਾਲ ਜੋੜਿਆ ਜਾ ਸਕਦਾ। ਬਿਲਕੁਲ ਜੀ। ਔਰ ਜੇ ਆਪਾਂ ਕਹੀਏ ਕਿ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਕਲੀਅਰ ਹੋ ਗਈਆਂ ਹੋਣਗੀਆਂ ਤੇ ਕਿਰਨਪ੍ਰੀਤ ਜੀ ਤੁਸੀਂ ਅਖੀਰ ਦੇ ਵਿੱਚ ਕੁਝ ਕਹਿਣਾ ਚਾਹੋਗੇ? ਜੀ ਬਸ ਮੈਂ 1 ਮਿੰਟ ਲਵਾਂਗੀ। ਤਿੰਨ ਚੀਜ਼ਾਂ ਮੈਂ ਤਿੰਨ ਗੱਲਾਂ ਕਹਿਣੀਆਂ। ਇੱਕ ਤਾਂ ਪਹਿਲੀ ਗੱਲ ਜਿਹੜੀ ਗਿਆਨੀ ਇਕਬਾਲ ਸਿੰਘ ਉਹਨਾਂ ਦੇ, ਕਿਉਂਕਿ ਉਹਨਾਂ ਦਾ ਮੈਨੂੰ ਨਾ ਜਿਹੜੀ ਇੰਟਰਵਿਊ ਸੀ ਉਹ ਬੜੀ ਚੁਭੀ ਆ। ਉਹ ਸਾਨੂੰ ਤੁਸੀਂ ਡਰਾਵਾ ਨਾ ਪਾਓ ਜੀ ਕਿ 4000 ਉਹਨਾਂ ਕੋਲੇ ਸਕਾਲਰ ਬੈਠੇ ਆ, ਕਿਉਂਕਿ ਸਾਡੇ ਉੱਤੇ ਗੁਰੂ ਪਾਤਸ਼ਾਹ ਦੀ ਮਿਹਰ ਆ। ਕੋਈ ਪਤਾ ਨਹੀਂ ਕਿਹੜਾ ਛੱਜੂ ਝੀਰ ਜਿਹੜਾ ਆ ਨਾ ਉਹਦੇ ਨਾਲ ਉਹਨਾਂ ਨੇ ਹੋ ਤੁਰਨਾ ਆ ਤੇ ਉਹਨੇ ਗੀਤਾ ਦੇ ਗਿਆਨ ਕਰ ਦੇਣੇ, ਅਰਥ ਕਰ ਦੇਣੇ ਆ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਸੋ ਉਹਨਾਂ ਦੇ 4000 ਜ਼ਰੂਰ ਹੋਣਗੇ, ਮੁਬਾਰਕ। ਸਾਨੂੰ ਇਹੋ ਜਿਹੇ ਡਰਾਵੇ ਨਾ ਪਾਓ, ਇੱਕ ਗੱਲ। ਦੂਸਰੀ ਗੱਲ ਜਿਹੜੀ ਆ, ਉਹ ਮੇਰੇ ਜਿਹੜੇ ਹਿੰਦੂ ਭਰਾ ਭੈਣ ਸਾਰੇ ਹੈਗੇ ਆ ਹਨਾ, ਮੇਰੇ ਬੜੇ ਬੜੇ ਬਹੁਤ ਵਧੀਆ ਦੋਸਤ ਆ ਜਿਹੜੇ ਹਿੰਦੂ ਆ ਸਾਰੇ ਹਨਾ। ਤੁਸੀਂ ਕਰ ਕੀ ਦਿੱਤਾ ਆ ਇਹਨੂੰ ਇੰਨਾ ਜ਼ਿਆਦਾ ਇੱਕੋ ਰੰਗ 'ਚ ਪੇਂਟ ਕਰਨ ਦੇ ਚੱਕਰ ਦੇ ਵਿੱਚ ਕਿ ਸਾਡੀਆਂ ਆਪਸ 'ਚ ਲੜਾਈਆਂ ਹੋਣ ਲੱਗੀਆਂ। ਜਿਨ੍ਹਾਂ ਦੇ ਨਾਲ ਅਸੀਂ ਛੋਟੇ ਹੁੰਦੇ ਤੋਂ ਖੇਡੇ ਵੱਡੇ ਹੋਏ ਨਾ, ਉਹਨਾਂ ਦੇ ਵਿੱਚ ਕੜੱਤਣ ਆਉਣ ਲੱਗ ਗਈ, ਕਿਉਂਕਿ ਉਹ ਸਾਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ, ਅਸੀਂ ਉਹਨਾਂ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ। ਲੜਾਈਆਂ ਆ। ਹੁਣ ਇੱਕੋ ਗੱਲ ਮੈਂ ਇੱਕ ਹਵਾਲਾ ਤੁਹਾਨੂੰ ਦਊਂਗੀ। ਆ ਮੇਰੇ ਕੋਲ ਇੱਕ ਪੇਪਰ ਹੈ, ਕਦੀ ਤੁਸੀਂ ਕੱਢ ਕੇ ਤੇ ਪੜ੍ਹਨਾ ਹੋਵੇ ਤੇ ਪੜ੍ਹ ਸਕਦੇ ਆ। ਡਾਕਟਰ ਜਾਵੇਦ ਜਾਮੀਲ ਦਾ ਪੇਪਰ ਹੈ। ਉਹ ਟਾਈਟਲ ਹੈਗਾ ਰਾਮ ਐਂਡ ਇਬਰਾਹਿਮ 1 person 2 names। ਉਹ ਕਹਿੰਦੇ ਆ ਔਰ ਉਹ ਬਕਾਇਦਾ ਸਿੱਧ ਕਰਦੇ ਆ ਕਿ ਰਾਮ ਜਿਹੜੇ ਆ ਨਾ ਉਹ ਰਾਮ ਨਹੀਂ ਹੈ, ਉਹ ਇਬਰਾਹਿਮ ਆ। ਔਰ ਬਕਾਇਦਾ ਉਹਦੇ ਵਿੱਚ ਉਹਨਾਂ ਨੇ ਪੁਆਇੰਟਸ ਦਿੱਤੇ ਆ ਕਿ ਰਾਮ ਇਬਰਾਹਿਮ ਜਿਹੜਾ ਹੈ ਉਹ ABRAM ਕਰਕੇ, ਐਬ ਦਾ ਮਤਲਬ ਫਾਦਰ ਐਂਡ ਫਾਦਰ ਰਾਮ ਦੀ ਗੱਲ ਕਰਦੇ ਆ। ਤੇ ਉਹ ਨਾਲ ਫਿਰ ਉਹ ਕਹਿੰਦਾ ਕਿ ਉਹ ਜਿਹੜੇ ਰਾਮ ਦੀ ਗੱਲ ਉਹ ਕਰ ਰਿਹਾ, ਉਹ ਦੱਸਦਾ ਹੈ, ਉਹ ਪ੍ਰੂਵ ਕਰਕੇ ਦੱਸਦਾ ਆ ਕਿ ਉਹ ਅਯੋਧਿਆ 'ਚ ਨਹੀਂ ਹੋਏ, ਉਹ ਇਰਾਕ ਦੇ ਵਿੱਚ ਉਰ ਜਗ੍ਹਾ ਆ ਉੱਥੇ ਹੋਏ ਆ। ਹੁਣ ਇਹ ਉਹਨਾਂ ਦੀ ਆਪਣੀ ਆ ਔਰ ਇਹ ਬਕਾਇਦਾ ਪੇਪਰ ਆ, ਤੁਸੀਂ ਪੜ੍ਹ ਕੇ ਮੈਂ ਕੀ ਨਾਮ ਕੀ ਥੋੜਾ ਜਿਹਾ ਦੁਬਾਰਾ ਦੱਸ ਦਿਓ। ਇਹਦਾ ਨਾਮ ਹੈਗਾ ਜੀ ਰਾਮ ਐਂਡ ਇਬਰਾਹਿਮ 1 person 2 names ਬਾਈ ਡਾਕਟਰ ਜਾਵੇਦ ਜਾਮਿਲ। ਔਰ ਬਕਾਇਦਾ ਉਹਨੇ ਜਦੋਂ ਇਹ ਪੇਪਰ ਲਿਖਿਆ 1990 ਦੇ ਵਿੱਚ ਉਹਨਾਂ ਨੇ ਲਿਖਣਾ ਸ਼ੁਰੂ ਕੀਤਾ ਸੀ। ਉਸ ਤੋਂ ਪਹਿਲਾਂ ਕਹਿੰਦੇ ਮੈਂ ਭਾਰਤ ਝੁੰਝੁਨਵਾਲਾ ਨਾਲ ਗੱਲ ਵੀ ਕੀਤੀ। ਸਾਡੀ ਕਹਿੰਦਾ ਕਿ ਸਿਰਫ ਇੱਕੋ ਜਗ੍ਹਾ ਦੇ ਉੱਤੇ ਜਿਹੜੀ ਆ ਉਹ ਗੱਲ ਸਹਿਮਤੀ ਨਹੀਂ ਹੋਈ, ਉਹ ਮੰਨ ਗਿਆ ਭਾਰਤ ਝੁੰਝੁਨਵਾਲਾ ਕਿ ਵਾਕਈ ਇੱਕੋ ਹੀ ਬੰਦਾ ਆ ਇਹ, ਪਰ ਕਹਿੰਦਾ ਇੱਕੋ ਜਗ੍ਹਾ ਤੇ ਸਹਿਮਤੀ ਨਹੀਂ ਹੋਈ। ਉਹ ਕਹਿੰਦੇ ਸੀਗੇ ਕਿ ਉਹਨਾਂ ਦਾ ਜਨਮ ਜਿਹੜਾ ਆ ਉਹ ਇੰਡੀਆ 'ਚ ਹੋਇਆ, ਪਰ ਸਾਊਥ ਇੰਡੀਆ ਦੇ ਵਿੱਚ। ਤੇ ਕਹਿੰਦਾ ਮੈਂ ਕਹਿੰਦਾ ਸੀਗਾ ਕਿ ਨਹੀਂ, ਉਹਨਾਂ ਦਾ ਜਨਮ ਇਰਾਕ 'ਚ ਹੋਇਆ ਆ। ਹੁਣ ਜੇ ਇਹਨਾਂ ਦੀ ਥਿਊਰੀ ਮੰਨ ਲਈਏ ਤੇ ਪਰਿਆਰ ਸਾਹਿਬ ਦੀ ਜਿਹੜੀ ਰਮਾਇਣ ਆ ਉਹ ਸੱਚ ਆ।
ਉਹ ਵਾਕਈ ਸੱਚੀ ਹੈ ਫਿਰ। ਜੀ। ਤੇ ਜੇ ਅਸੀਂ ਇਹਨਾਂ ਦੀ ਨਾ ਥਿਊਰੀ ਮੰਨੀਏ ਤੇ ਫਿਰ ਠੀਕ ਹੀ ਠੀਕ ਆ। ਇਸ ਕਰਕੇ ਨਾ ਆਪਾਂ ਰਾਮਾਇਣ ਇੱਕ ਕਲਚਰਲ ਕੰਟੈਕਸਟ ਆ, ਇਹਨੂੰ ਇੱਕੋ ਰੰਗ ਦੇਣ ਦੀ ਕੋਸ਼ਿਸ਼ ਨਾ ਕਰੀਏ। ਜੀ। ਨਾ ਤੁਸੀਂ ਸਾਰੇ ਸਿੱਖ ਹਿੰਦੂ ਬਣਾ ਸਕਦੇ ਆ, ਨਾ ਅਸੀਂ ਹਿੰਦੂਆਂ ਨੂੰ ਸਿੱਖ ਬਣਾਉਣਾ ਚਾਹੁੰਦੇ ਆ। ਜੀ। ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ, ਬਿਲਕੁਲ, ਬਿਲਕੁਲ। ਆਪੋ ਆਪਣੀ ਜਗ੍ਹਾ ਤੇ ਰਹੀਏ, ਇੱਕ ਦੂਜੇ ਨਾਲ ਪਿਆਰ ਰੱਖੀਏ। ਤੀਸਰੀ ਗੱਲ ਜਿਹੜੀ ਹੈ ਨਾ, ਉਹ ਮੈਂ ਕਹਿਣਾ ਚਾਹੁੰਦੀ ਆ, ਉਹ ਹੈਗੀ ਆ ਸਾਡੇ ਸਿੱਖਾਂ ਵਾਸਤੇ। ਜੀ। ਇਹਦੇ ਵਿੱਚ ਮੈਂ ਵੀ ਆਉਣੀ ਆ। ਸਾਨੂੰ ਇਹ ਸਵਾਲ ਇਸ ਕਰਕੇ ਪੈ ਰਿਹਾ ਕਿਉਂਕਿ ਅਸੀਂ ਆਪ ਪੜ੍ਹਦੇ ਨਹੀਂ। ਬਿਲਕੁਲ, ਅਸੀਂ ਨਾ ਬਾਣੀ ਦੇ ਧਾਰਨੀ ਰਹੇ, ਨਾ ਬਾਣੇ ਦੇ ਧਾਰਨੀ ਰਹੇ। ਇਹੀ ਗੱਲਾਂ ਸਾਨੂੰ ਸਵਾਲ ਉੱਠਦੇ ਆ। ਜੇ ਅਸੀਂ ਬਚਣਾ ਆ, ਅੱਜ ਵੀ ਪੜ੍ਹਨਾ ਸ਼ੁਰੂ ਕਰ ਦੋ। ਮੈਂ ਖੁਦ ਜਦੋਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਮੈਂ ਲੱਭ ਰਹੀ ਸੀਗੀ ਰੈਫਰੈਂਸਸ, ਮੈਨੂੰ ਇੰਨੀ ਸ਼ਰਮ ਵੀ ਆਈ ਆਪਣੇ ਉੱਤੇ, ਮੈਨੂੰ धिक्कार ਵੀ ਹੋਈ ਕਿ ਲੱਖ ਲਾਂਤ ਤੇਰੀ PhD ਕਰਨ ਦੇ ਜੇ ਤੂੰ ਦੋ ਤੁੱਕਾਂ ਨਹੀਂ ਸਹੀ ਤਰੀਕੇ ਨਾਲ ਉਚਾਰ ਸਕਦੀ। ਠੀਕ ਆ ਨਾ। ਔਰ ਮੈਂ ਬੜੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਕਿਉਂਕਿ ਗੁਰੂ ਆ, ਉਹ ਸਮਰੱਥ ਆ, ਉਹਨੇ ਸਭ ਸੱਚ ਨੰਗਾ ਕਰਨਾ ਹੁੰਦਾ। ਹੁਣ ਮੈਂ ਇੱਥੇ ਆ ਕੇ ਭਾਵੇਂ ਪ੍ਰੈਕਟਿਸ ਕਰਕੇ ਵੀ ਬੋਲੀ ਜਾਵਾਂ ਨਾ, ਉਹਨੇ ਤੁਹਾਡੇ ਸਾਹਮਣੇ ਮੈਨੂੰ ਬਿਲਕੁਲ ਸੱਚੀ ਇਹ ਸਾਬਤ ਕਰ ਦੇਣਾ ਕਿ ਇਹਦੀ ਕੋਈ ਬਾਣੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਪ੍ਰੈਕਟਿਸ ਨਹੀਂ ਹੈਗੀ ਇਹਦੀ, ਹੈ ਨਾ। ਆਪਾਂ ਸਾਰੇ ਬਾਣੀ ਦੇ ਧਾਰਨੀ ਹੋਈਏ। ਮੈਂ ਇਹ ਪ੍ਰੈਕਟਿਸ ਸ਼ੁਰੂ ਕੀਤੀ ਆ ਹੁਣ ਤੋਂ ਕਿ ਮੈਂ ਇੱਕ ਚਾਹੇ ਜਿੰਨੀ ਵੀ, ਕਿਉਂਕਿ ਹੁਣ ਜਪਜੀ ਸਾਹਿਬ ਆ ਤੇ ਚਲੋ ਮੂੰਹ ਜ਼ਬਾਨੀ ਆਉਂਦੇ ਆ, ਜਿਹੜੀ ਵੀ ਬਾਣੀ ਆ ਉਹਦੇ ਦੋ ਚਾਹੇ ਤੁਕਾਂ ਹੀ ਯਾਦ ਕਰੀਆਂ, ਉਹ ਮੈਂ ਸਾਰਾ ਦਿਨ ਉਹ ਬੋਲਦੀ ਰਹਿੰਦੀ ਆ ਹੁਣ। ਤਾਂ ਕਿ ਡਾਕਟਰ ਜ਼ਾਕਿਰ ਨਾਇਕ ਨੇ ਇੱਕ ਗੱਲ ਬੜੀ ਵਧੀਆ ਕਹੀ ਸੀ ਆਪਣੇ ਲੋਕਾਂ ਨੂੰ ਜੀ, ਕਿ ਤੁਸੀਂ ਇਹ ਕਹਿੰਦੇ ਹੋ ਕਿ ਕੁਰਾਨ ਜਿਹੜੀ ਆ ਤੁਸੀਂ ਉਹ ਖਤਮ ਕਰ ਦੋਗੇ। ਕਹਿੰਦਾ ਤੁਸੀਂ ਸਾਰੀ ਕੁਰਾਨ ਜਲਾ ਦਿਓ, ਜਿੰਨੀਆਂ ਕਾਪੀਜ਼ ਆ ਉਹ ਜਲਾ ਦਿਓ, ਤੇ ਕਹਿੰਦਾ ਫਿਰ ਵੀ ਦੁਬਾਰਾ ਲੋਕ ਕੁਰਾਨ ਲਿਖ ਲੈਣਗੇ, ਕਿਉਂਕਿ ਲੱਖਾਂ ਹੀ ਸਾਡੇ ਕੋਲ ਹਾਫਿਜ਼ ਨੇ। ਹਾਫਿਜ਼ ਉਹ ਹੁੰਦੇ ਜਿਨ੍ਹਾਂ ਨੂੰ ਮੂੰਹ ਜ਼ਬਾਨੀ ਯਾਦ ਹੈ। ਤੇ ਉਹ ਕਹਿੰਦੇ ਕਿ ਉਹ ਮੂੰਹ ਜ਼ਬਾਨੀ ਤੁਹਾਨੂੰ ਛੋਟਾ ਬੱਚਾ ਵੀ ਜਿਹੜਾ ਹੈ ਨਾ ਕੁਰਾਨ ਦੱਸ ਦੂਗਾ ਔਰ ਉਹ ਦੁਬਾਰਾ ਲਿਖੀ ਜਾਊਗੀ। ਅਸੀਂ ਇਹੋ ਜਿਹਾ ਦਾਵਾ ਕਰ ਸਕਦੇ ਹਾਂ? ਕਰ ਹੀ ਨਹੀਂ ਸਕਦੇ। ਪਰ ਸਾਨੂੰ ਯਾਦ ਕਰਨੀ ਪਊਗੀ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਅੰਦਰ ਵਸਾਉਣੀ ਪਊਗੀ। ਠੀਕ ਹੈ ਜੀ। ਜੀ ਜਥੇਦਾਰ ਜੀ, ਅਖੀਰ ਤੇ ਕਹਿਣਾ ਚਾਹੋਗੇ? ਸਰਦਾਰ ਜਗਜੀਤ ਸਿੰਘ ਜੀ, ਸਾਰੇ ਦਰਸ਼ਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਤਾਂ ਸਾਨੂੰ ਤਾਂ ਗੁਰੂ ਨੇ ਕੀਤਾ, ਸਭ ਕੁਝ ਸਿਖਾਇਆ ਜੀ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਬਿਲਕੁਲ ਬਿਲਕੁਲ। ਸਾਡਾ ਕਿਸੇ ਦੇ ਨਾਲ ਵੀ ਕੋਈ ਜਿਹੜਾ ਅਸੀਂ ਸਾਰਿਆਂ ਨਾਲ ਪਿਆਰ ਕਰਦੇ ਹਾਂ, ਸਾਡੇ ਗੁਰੂ ਨੇ ਸਿਖਾਇਆ, ਸਾਨੂੰ ਸਾਰਿਆਂ ਦਾ ਸਤਿਕਾਰ ਕਰਨਾ। ਜੀ ਜੀ। ਇਹ ਜਿਹੜੀ ਗੱਲ ਆ, ਇਹ ਹੈ ਬੌਧਿਕ ਲੜਾਈ। ਬਿਲਕੁਲ, ਇਹ ਬੌਧਿਕ ਲੜਾਈ, ਇਹਦਾ ਮਤਲਬ ਇਹ ਨਹੀਂ ਅਸੀਂ ਕਿਸੇ ਨੂੰ ਠੇਸ ਪਹੁੰਚਾਉਂਦੇ। ਉਹ ਵੀ ਸ਼ੁਰੂ ਉਹਨਾਂ ਨੇ ਕੀਤੀ ਹੈ ਜੀ। ਤੇ ਜੇ ਬੌਧਿਕ ਹਮਲੇ ਸਾਡੇ ਤੇ ਕਰਦੇ, ਅਸੀਂ ਉਹਨਾਂ ਦਾ ਬੌਧਿਕ ਤੌਰ ਤੇ ਜਵਾਬ ਉਹਦਾ ਦੇਵਾਂਗੇ, ਪਰ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਹਾਂ। ਦੂਜੀ ਗੱਲ, ਕਿਸੇ ਨੇ ਕੋਈ ਵੀ ਸਾਡੇ ਕੋਲੋਂ ਕੋਈ ਸਵਾਲ ਪੁੱਛਣਾ ਹੋਵੇ, ਉਹ ਲਿਖ ਕੇ ਅਕਾਲ ਚੈਨਲ ਨੂੰ ਭੇਜੋ, ਅਸੀਂ ਉਹਦਾ ਲਿਖ ਕੇ ਜਵਾਬ ਦਿਆਂਗੇ। ਬਿਲਕੁਲ ਜੀ। ਔਰ ਜੇ ਤੁਹਾਡੇ ਜ਼ਿਹਨ ਦੇ ਵਿੱਚ ਕੋਈ ਸਵਾਲ ਹੋਵੇ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@akalchannel.tv, info@akalchannel.tv। ਦੁਬਾਰਾ ਜਿਹੜੀ ਈਮੇਲ ਆਈਡੀ ਹੈ ਉਹ ਤੁਸੀਂ ਨੋਟ ਕਰ ਲਵੋ, ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਪ੍ਰੋਗਰਾਮ ਦੇ ਰਿਲੇਟਡ ਬਹੁਤ ਸਾਰੇ ਸਾਡੇ ਮਨਾਂ ਦੇ ਵਿੱਚ ਸਵਾਲ ਆ ਜਾਂਦੇ ਨੇ। ਤੇ ਹੁਣ ਅਖੀਰ ਤੇ ਡਾਕਟਰ ਗੁਰਭਗਤ ਸਿੰਘ ਹੁਣਾਂ ਵੱਲੋਂ ਕਿਹਾ ਗਈਆਂ ਜਿਹੜੀਆਂ ਲਾਈਨਾਂ ਨੇ, ਉਹਨਾਂ ਤੇ ਆਪਾਂ ਸਮਾਪਤੀ ਕਰਦੇ ਹਾਂ। ਸਿੱਖ ਕੌਮ ਦੀ ਆਜ਼ਾਦੀ ਲਈ ਸੰਘਰਸ਼ ਦਾ ਨਿਸ਼ਾਨਾ ਸਿੱਖਾਂ ਨੂੰ ਸਿਰਫ ਹਿੰਦੂ ਹਾਕਮਾਂ ਤੋਂ ਰਾਜਸੀ ਅਰਥਾਂ ਵਿੱਚ ਆਜ਼ਾਦ ਕਰਵਾਉਣਾ ਨਹੀਂ, ਸਗੋਂ ਉਹਨਾਂ ਨੂੰ ਸੋਚਣ ਦੇ ਹਿੰਦੂ ਤੌਰ ਤਰੀਕੇ ਤੋਂ ਵੀ ਮੁਕਤ ਕਰਵਾਉਣਾ ਹੈ। ਸਿੱਖ ਵਿਰਾਸਤ ਦੀ ਤਰਾਸਦੀ ਇਹ ਹੈ ਕਿ ਇਸ ਦੀ ਵਿਆਖਿਆ ਉਹਨਾਂ ਵਿਦਵਾਨਾਂ ਜਾਂ ਇਤਿਹਾਸਕਾਰਾਂ ਦੇ ਹੱਥ ਵਿੱਚ ਰਹੀ ਹੈ ਜੋ ਇਸ ਨੂੰ ਹਿੰਦੂ ਪ੍ਰਮੁੱਖ ਗ੍ਰੰਥਾਂ ਦੀ ਲੌ ਵਿੱਚ ਦੇਖਦੇ ਹਨ। ਇਸ ਦੇ ਨਤੀਜੇ ਵਜੋਂ ਸਿੱਖ ਮੌਲਿਕਤਾ ਉਜਾਗਰ ਹੋਣੋਂ ਰਹਿ ਗਈ। ਇਹ ਕਹਿਣਾ ਸੀ ਡਾਕਟਰ ਗੁਰਭਗਤ ਸਿੰਘ ਹੋਣਾ ਦਾ, ਜਿਨ੍ਹਾਂ ਦੇ ਵਿੱਚ ਕਿ ਆਪਾਂ ਕਹੀ ਕਿ ਇਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਗਿਆਨੀ ਇਕਬਾਲ ਸਿੰਘ ਹੋਣਾ ਨਾਲ ਜਿਹੜੀਆਂ ਨੇ ਬਿਲਕੁਲ ਮੈਚ ਕਰਦੀਆਂ ਨੇ, ਕਿ ਕਿਸ ਤਰੀਕੇ ਦੇ ਨਾਲ ਉਹ ਸਿਧਾਂਤਕ ਘੇਰਾਬੰਦੀ ਦਾ ਹਿੱਸਾ ਹੁੰਦੇ ਨੇ ਔਰ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਆਪਣੇ ਹੀ ਆਪਾਂ ਕਹੀ ਕਿ ਭਰਾਵਾਂ ਦੇ ਵਿਰੁੱਧ, ਆਪਣੀ ਹੀ ਕੌਮ ਦੇ ਵਿਰੁੱਧ ਜਿਹੜੇ ਲੋਕ ਨੇ ਭੁਗਤਦੇ ਨੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਪ੍ਰੋਗਰਾਮ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਜਿਹਦੇ ਲਈ ਅਸੀਂ ਖਿਮਾ ਦੇ ਜਾਚਕ ਹਾਂ ਤੇ ਅਸੀਂ ਧੰਨਵਾਦ ਕਰਦੇ ਹਾਂ ਜਥੇਦਾਰ ਮਹਿੰਦਰ ਸਿੰਘ ਹੋਣਾ ਦਾ, ਬੀਬੀ ਕਿਰਨਪ੍ਰੀਤ ਕੌਰ ਹੋਣਾ ਦਾ, ਕਿ ਇਹਨਾਂ ਨੇ ਪੂਰੇ ਰੈਫਰੈਂਸਿਸ ਦੇ ਆਧਾਰ ਤੇ ਉੱਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਔਰ ਇਹ ਸਾਬਿਤ ਕਰ ਦਿੱਤਾ ਕਿ ਸਿੱਖ ਇੱਕ ਵੱਖਰੀ ਕੌਮ ਹੈ। ਤੇ ਅਖੀਰ ਦੇ ਵਿੱਚ ਸਾਂਝੇ ਰੂਪ ਦੇ ਵਿੱਚ ਫਤਿਹ ਦੀ ਸਾਂਝ ਪਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।